वाहिगुरु जी का खालसा, वाहिगुरु जी की फतेह। राम सिमर राम सिमर राम सिमर राम सिमर राम सिमर राम सिमर हे है तेरा काज है, हे है तेरा काज है। राम सिमर राम सिमर राम सिमर राम सिमर राम सिमर राम सिमर ये है तेरा काज है, ये है तेरा काज है। राम सिमर राम सिमर राम सिमर राम सिमर माया को संग त्याग, माया को संग त्याग, प्रभु जो की शरण लाग, प्रभु जो की शरण लाग, प्रभु जो के शरण लाग। जगत सुख मान में था, जगत सुख मान में था, झूठो सब साज है, झूठो सब साज है। राम सिमर राम सिमर राम सिमर राम सिमर ये है तेरा काज है, ये है तेरा काज है। राम सिमर राम सिमर राम सिमर राम सिमर। सुबने जो तन पहचान, सुबने जो तन पहचान, सुबने जो तन पहचान, काहे पर करत मान, काहे पर करत मान, काहे पर करत मान। दारू की भीत जैसे दारू की भीत जैसे बसोदा को राज है, बसोदा को राज है। सिमर राम सिमर राम सिमर राम सिमर हे है तेरा काज है, हे है तेरा काज है। राम सिमर राम सिमर राम सिमर राम सिमर। नानक जन कहत बात, नानक जन कहत बात, बिनस जे
सिमर राम सिमर राम सिमर हे तेरे काज है हे तेरे काज है राम सिमर 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 राम। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। मैं बहुत धन्यवादी हाँ विनीत कौर सानू हर बारी इन्ना सोहना शब्द सुनाती है। ਜਿਹੜਾ शब्द है जिन्हें पढ़िया है राम सिमर ये है तेरे काज माया को संग त्याग प्रभ जू की शरण लाग जगत सुख मान मिथ्या झूठो सब साथ है। सो सानू ये समझना पड़ेगा कि साडे जीवन का मनोरथ की है, राम नू सिमरना की है, सच के नाल जुड़ना की है। ਇਹ ਮੇਰਾ ਕਾਜ ਹੈ ਐਕਚੁਅਲ ਕਿ ਅਸੀਂ ਸੱਚ ਦੇ ਉੱਤੇ ਪਹਿਰਾ ਦੇਣਾ ਹੈਗਾ, ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣਾ ਹੈਗਾ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ। ਮਾਇਆ ਕੀ ਹੈ? ਡਿਜ਼ਾਇਰਸ, ਸਾਡੇ ਜਿਹੜੇ ਅੰਦਰੂਨੀ ਖਿਆਲ ਹੈਗੇ ਨੇ ਕਿ ਵੀ ਮੈਂ ਆਪਣੇ ਸਤਿਗੁਰ ਦੀ ਮੱਤ ਤੋਂ ਕਿਵੇਂ ਟੁੱਟਦਾ ਜਦੋਂ ਮੈਂ ਕੁਝ ਵੀ ਡਿਜ਼ਾਇਰ ਵਿੱਚ ਪੈਂਦਾ ਹਾਂ। ਡਿਜ਼ਾਇਰਸ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਕਿੱਥੇ ਕਿੱਥੇ ਟੁੱਟ ਜਾਂਦੇ ਹਾਂ ਆਪਣੇ ਸੱਚ ਦੀ ਵਿਚਾਰ ਤੋਂ। ਸੋ ਜਿਹੜੇ ਡਿਜ਼ਾਇਰ ਸਾਨੂੰ ਆਪਣੀ ਸਤਿਗੁਰ ਦੀ ਮੱਤ ਤੋਂ ਤੋੜਦੇ ਨੇ, ਸਾਨੂੰ ਉਸਦੇ ਉੱਤੇ ਆਪਣਾ ਵਾਚ ਰੱਖਣਾ ਪਏਗਾ ਕਿ ਕਿਹੜੇ ਕਿਹੜੇ ਵਿਕਾਰ ਨੇ ਜਿਹੜੇ ਮੈਨੂੰ ਆਪਣੇ ਸਤਿਗੁਰ ਦੀ ਮੱਤ ਤੋਂ ਦੂਰ ਕਰ ਰਹੇ ਨੇ। ਸਪੋਜ਼ ਮੈਨੂੰ ਗੁੱਸਾ ਆਉਂਦਾ ਹੈ ਤੇ ਮੈਂ ਆਪਣੇ ਸਤਿਗੁਰ ਤੋਂ ਦੂਰ ਹੋ ਜਾਂਦਾ, ਮੈਂ ਲਾਲਚ ਵਸ ਪੈਂਦਾ ਤੇ ਮੈਂ ਆਤਮਕ ਤੌਰ ਤੇ ਮਰ ਜਾਂਦਾ, ਮੈਂ ਮੱਛੀ ਦੀ ਜੂਨ 'ਚ ਪੈ ਜਾਂਦਾ, ਕਾਮ ਬਸ ਆ ਕੇ ਅਸੀਂ ਹਾਥੀ ਦੀ ਜੂਨ 'ਚ ਪੈ ਜਾਂਦੇ। ਸੋ ਸਾਡੀ ਜਿਹੜੀ ਜੂਨਾਂ ਹੈਗੀਆਂ, ਸਾਨੂੰ ਐਵਰੀ ਮੋਮੈਂਟ ਅਸੀਂ ਆਪਣੀ ਇਸ ਮਾਇਆ ਦੇ ਵਿੱਚ ਫਸੇ ਹੋਏ ਹਾਂ, ਇਸ ਜਗਤ ਵਿੱਚ ਫਸੇ ਹੋਏ ਹਾਂ, ਇਸ ਵਿਸ਼ਵ ਸਰਕਲ ਵਿੱਚ ਫਸੇ ਹਾਂ, ਜਿਹਦੇ ਕਰਕੇ ਸਾਨੂੰ ਆਪਣੇ ਆਪ ਦੀ ਪਛਾਣ ਨਹੀਂ ਹੈ। ਅਸੀਂ ਪੜ੍ਹਦੇ ਜ਼ਰੂਰ ਆ ਮਨ ਕੀ ਜੋਤ ਸਰੂਪ ਹੈ ਆਪਣਾ ਮੁੱਲ ਪਛਾਣ, ਮੈਂ ਇੱਕ ਰੱਬ ਦੀ ਅੰਸ਼ ਹਾਂ, ਇਹ ਚੀਜ਼ ਮੈਨੂੰ ਸਮਝ ਹੀ ਨਹੀਂ ਆ ਰਹੀ। ਸੋ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ। ਇਹ ਜਿਹੜਾ ਮੈਂ ਜਗਤ ਬਣਾਇਆ ਨਾ ਝੂਠ ਦਾ, ਇਹ ਉਹਦੇ ਵਿੱਚ ਮੈਂ ਜਿਹੜਾ ਫਸਿਆ ਹੋਇਆ, ਉਹਦੇ ਕਰਕੇ ਮੈਨੂੰ ਆਪਣੇ ਜੀਵਨ ਦਾ ਮਨੋਰਥ ਹੀ ਸਮਝ ਨਹੀਂ ਆ ਰਿਹਾ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜ ਸਭ ਮੁਕਦੀ ਚੱਲੀ ਹੈ। ਮੈਨੂੰ ਕਦ ਇਹ ਵਾਲੀ ਸੋਝੀ ਆਏਗੀ, ਮੈਨੂੰ ਕਦ ਇਹ ਵਾਲੀ ਜਾਂਚ ਆਏਗੀ ਜਿਹਦੇ ਨਾਲ ਮੈਂ ਸਮਝਾਂਗਾ ਕਿ ਮੇਰੇ ਜੀਵਨ ਦਾ ਕੀ ਮਨੋਰਥ ਹੈਗਾ। ਕਦ ਜਾਗਾਂਗੇ? ਅਸੀਂ ਸੁੱਤੇ ਹੋਏ ਹਾਂ, ਸਾਨੂੰ ਸਤਿਗੁਰ ਜਗਾ ਰਹੇ ਹੈ ਬਟ ਅਸੀਂ ਜਾਗਦੇ ਨਹੀਂ। ਸਾਨੂੰ ਸਭ ਕੁਝ ਪਤਾ, ਮਨ ਜਾਣਾ ਸਭ ਬਾਤ ਜਾਨਤ ਹੀ ਅਵਗੁਣ ਕਰੇ। ਵੀ ਨੋ ਐਵਰੀਥਿੰਗ ਕਿ ਇਹ ਸਹੀ ਹੈ ਇਹ ਗਲਤ ਹੈ। ਸਾਨੂੰ ਰੋਜ਼ ਪੜ੍ਹਨ ਨੂੰ ਵੀ ਮਿਲਦਾ ਹੈ, ਸਮਝਣ ਨੂੰ ਮਿਲਦਾ ਹੈ, ਸੁਣਨ ਨੂੰ ਵੀ ਮਿਲਦਾ ਹੈ, ਬਟ ਕੀ ਅਸੀਂ ਉਸਦੇ ਉੱਤੇ ਪੈਰਾ ਕਿਉਂ ਨਹੀਂ ਦੇ ਪਾਉਂਦੇ? ਕਿਉਂ? ਕਿਉਂਕਿ ਅਸੀਂ ਉਹਨੂੰ ਆਪਣੀ ਜੀਵਨ ਦਾ ਮਨੋਰਥ ਪ੍ਰਾਇਰਟੀ ਨਹੀਂ ਬਣਾਈ, ਇੰਪੋਰਟੈਂਸ ਨਹੀਂ ਦਿੱਤੀ। ਜਿਸ ਦਿਨ ਅਸੀਂ ਇਸ ਡਿਵਾਈਨ ਵਿਜ਼ਡਮ ਨੂੰ, ਸਤਿਗੁਰ ਦੀ ਮੱਤ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਾਂਗੇ ਨਾ, ਕਿ ਉੜਦੇ ਬੈਠਦੇ ਉੱਠਤ ਸੁੱਖਿਆ ਬੈਠਕ ਸੁੱਖਿਆ ਵਾਲੀ ਅਵਸਥਾ ਸਾਡੀ ਕਿਵੇਂ ਬਣੇਗੀ? ਜਦੋਂ ਉਸ ਰੱਬ ਤੇ ਨਿਸ਼ਚਾ ਹੋਏਗਾ, ਉਸ ਅਕਾਲ ਪੁਰਖ ਤੇ ਨਿਸ਼ਚਾ ਹੋਏਗਾ। ਸੋ ਜਦੋਂ ਅਸੀਂ ਹੁਣ ਇੰਨੇ ਹਫ਼ਤਿਆਂ ਤੋਂ ਅੱਜ ਸਾਡਾ 17th ਪ੍ਰੋਗਰਾਮ ਹੈ ਸਿਮਰਨ ਦੀਆਂ ਬਰਕਤਾਂ ਬਾਰੇ ਅਸੀਂ ਸਮਝ ਰਹੇ ਹਾਂ। ਵੀ ਜੀ ਨੇ ਬੜੇ ਅੱਛੇ ਢੰਗ ਨਾਲ ਸਾਨੂੰ ਸਮਝਾਇਆ ਕਿ ਅਸੀਂ ਸਿਮਰਨ ਨੂੰ ਕਿਵੇਂ ਕਰਨਾ ਹੈ। ਇਹ ਸਵਾਲ ਸਾਡੇ ਕੋਲ 17 ਹਫ਼ਤੇ ਪਹਿਲੇ ਇੱਕ ਵੀਰ ਜੀ ਨੇ ਸਾਨੂੰ ਪੁੱਛਿਆ ਸੀ ਕਿ ਸਿਮਰਨ ਕਰਨਾ ਕੀ ਹੈ। तो ਉਹਦੇ ਬਾਅਦ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਸੀ। ਅੱਜ ਸਾਡਾ 17th ਵੀਕ ਹੈਗਾ ਇਹਦੇ ਵਿੱਚ, ਤੇ ਬੜੀ ਖੂਬਸੂਰਤੀ ਨਾਲ ਵੀਰ ਜੀ ਨੇ, ਬਿੰਦਰੀ ਭੂਆ ਜੀ ਨੇ, ਜਸਮੀਤ ਵੀਰ ਜੀ ਨੇ ਔਰ ਸਾਰਿਆਂ ਨੇ ਸੰਗਤਾਂ ਨੇ ਸਾਂਝ ਪਾਈ ਇਹਦੇ ਵਿੱਚ ਕਿ ਅਸੀਂ ਕਿਹੜੇ ਕਿਹੜੇ ਗੁਣ ਲੈਣੇ ਨੇ। ਵੀ ਸਟਾਰਟਡ ਰੋਜ਼ਾਨਾ ਜ਼ਿੰਦਗੀ ਨੂੰ ਸੁਧਰਨਾ, ਆਪਣੀ ਸੈਲਫ ਇੰਟਰੋਸਪੈਕਸ਼ਨ ਕਰਨਾ। ਹੁਣੇ ਅਸੀਂ ਪੜ੍ਹ ਰਹੇ ਹਾਂ ਨਾ ਰਾਮ ਸਿਮਰ ਇਹ ਹੈ ਤੇਰੇ ਕਾਜ। ਆਪਣੀ ਸੈਲਫ ਇੰਟਰੋਸਪੈਕਸ਼ਨ ਕਰਨੀ ਹੀ ਸਿੱਖਣਾ ਹੈ ਸਾਨੂੰ। ਅਸੀਂ ਜਦ ਤੱਕ ਉਹ ਨਹੀਂ ਸਿੱਖ ਰਹੇ ਅਸੀਂ ਅੱਗੇ ਵਧਾਂਗੇ ਹੀ ਨਹੀਂ। ਸੋ ਸਿਮਰਨ ਦਾ ਪਹਿਲਾ ਅਸੀਂ ਜਿਹੜਾ ਪੜਾਅ ਸ਼ੁਰੂ ਕੀਤਾ ਸੀ ਉਹ ਕੀਤਾ ਸੀਗਾ ਰੋਜ਼ਾਨਾ ਜ਼ਿੰਦਗੀ ਨੂੰ ਸੋਧਣਾ, ਆਪਣੀ ਸੈਲਫ ਇੰਟਰੋਸਪੈਕਸ਼ਨ ਕਰਨਾ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ। ਸੋ ਅਸੀਂ ਕੀ ਖੋਜਦੇ ਹਾਂ? ਜੇ ਖੋਜਦੇ ਹਾਂ ਤੇ ਆਪਣੇ ਆਪ ਨੂੰ ਪਾਉਣ ਦੀ ਕੋਸ਼ਿਸ਼ ਵੀ ਕਰਾਂਗੇ।
ਔਰ ਪਾਉਂਦਾ ਉਹੀ ਹੈਗਾ ਜਿਹੜਾ ਆਪਣੇ ਅੰਦਰ ਬਦਲਾਵ ਲਿਆਉਣਾ ਚਾਹੁੰਦਾ ਹੈ। ਜਦੋਂ ਤੱਕ ਅਸੀਂ ਬਦਲਣਾ ਨਹੀਂ ਚਾਹੁੰਦੇ, ਉਹ ਖੋਜ ਸਿਰਫ ਇੱਕ ਗਿਆਨ ਵਾਸਤੇ ਹੈਗੀ ਹੈ। ਜਸਟ ਲਾਈਕ ਅ ਜਰਨਲਿਸਟ ਵੀ ਗੈਦਰ ਦ ਨੌਲੇਜ ਟੂ ਯੂਜ਼ ਇਟ ਟੂ ਐਕਸਪ੍ਰੈਸ ਔਰ ਟੂ ਇੰਪ੍ਰੈਸ ਅਦਰਸ। ਮੈਂ ਇੱਕ ਅੱਛਾ ਬੁਲਾਰਾ ਬਣ ਸਕਦਾ, ਮੈਂ ਇੱਕ ਅੱਛਾ ਸਪੀਕਰ ਬਣ ਸਕਦਾ, ਬਟ ਐਕਚੁਅਲ ਵਿੱਚ ਪ੍ਰੈਕਟੀਕਲੀ ਜਦੋਂ ਮੇਰੇ ਜੀਵਨ ਦੇ ਵਿੱਚ ਮੇਰੇ ਅਗਰ ਬਦਲਾਵ ਨਹੀਂ ਆਇਆ ਤੇ ਉਹ ਸਿਰਫ ਇੱਕ ਥਾਟ ਹੈਗੀ। ਅਸੀਂ ਰੋਜ਼ WhatsApp ਤੇ ਬਹੁਤ ਅੱਛੀਆਂ ਥਾਟਸ ਪੜ੍ਹਦੇ ਹਾਂ, ਸੋਸ਼ਲ ਮੀਡੀਆ ਤੇ ਫਲੋਟ ਵੀ ਕਰਦੇ ਆ, ਬਟ ਜੇ ਉਹ ਮੇਰੇ ਜੀਵਨ ਦਾ ਹਿੱਸਾ ਹੀ ਨਹੀਂ ਬਣੀ, ਇਟ ਇਜ਼ ਜਸਟ ਅ ਗੁੱਡ ਥਾਟ, ਇਟ ਹੈਜ਼ ਟੂ ਬੀ ਲਿਵਡ। ਜੇ ਮੈਂ ਕੋਈ ਸਵਾਦ ਡਿਸ਼ ਨੂੰ ਦੇਖ ਰਿਹਾ, ਉਹਦੀ ਤਾਰੀਫ ਕਰ ਰਿਹਾ, ਜਦ ਤੱਕ ਮੈਂ ਉਹਨੂੰ ਖਾ ਕੇ ਉਹਦਾ ਸਵਾਦ ਨਹੀਂ ਲਵਾਂ, ਉਹਨੂੰ ਪਚਾਵਾਂਗਾ ਨਹੀਂ, ਤੇ ਉਹ ਇੱਕ ਅੱਛੀ ਡਿਸ਼ ਹੈਗੀ ਹੈ ਸਿਰਫ ਦੇਖਣ ਨੂੰ, ਉਹਦਾ ਸਵਾਦ ਮੈਨੂੰ ਨਹੀਂ ਆਇਆ, ਉਹਦਾ ਨਿਊਟ੍ਰੀਐਂਟ ਵੈਲਿਊ ਮੇਰੇ ਅੰਦਰ ਨਹੀਂ ਗਈ। ਸਿਮਿਲਰਲੀ ਜਦੋਂ ਅਸੀਂ ਸਤਿਗੁਰ ਦੀ ਮੱਤ ਲੈਂਦੇ ਹਾਂ, ਕੋਈ ਥਾਟ ਪੜ੍ਹਦੇ ਹਾਂ, ਕੋਈ ਵਿਚਾਰ ਕਰਦੇ ਹਾਂ, ਕੋਈ ਸ਼ਬਦ ਪੜ੍ਹਦੇ ਹਾਂ, ਜਦੋਂ ਤੱਕ ਮੈਂ ਉਹਨੂੰ ਆਪਣੇ ਜੀਵਨ ਵਿੱਚ ਇੰਬਾਈਬ ਨਹੀਂ ਕਰਦਾ ਉਹ ਰੱਬੀ ਗੁਣਾਂ ਨੂੰ, ਉਹ ਇੱਕ ਅੱਛੀ ਥਾਟ ਹੈ। ਇਹ ਵਾਲੀ ਵੀਡੀਓ ਕਿਧਰੋਂ ਆਉਂਦੀ ਹੈ? ਮਤਲਬ ਮੇਰੇ ਅੰਦਰ ਬਦਲਾਵ ਨਹੀਂ ਲਿਆ ਰਹੀ, ਉਹਦੇ ਨਾਲ ਮੇਰੇ ਅੰਦਰ ਕੋਈ ਬਦਲਾਵ ਨਹੀਂ ਆ ਰਿਹਾ। तो ਜਦੋਂ ਤੱਕ ਮੇਰੇ ਅੰਦਰ ਬਦਲਾਵ ਨਹੀਂ ਆਏਗਾ, ਉਹ ਸਿਰਫ ਇੱਕ ਸੋਚ ਹੀ ਰਹਿ ਜਾਏਗੀ। ਗੁਰਬਾਣੀ ਸਾਨੂੰ ਕਹਿੰਦੀ ਹੈ, ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇਹ ਕਰਮ ਕਮਾਏ। ਸੋ ਮੇਰੀ ਸੋਚ ਮੈਨੂੰ ਦੱਸਦੀ ਹੈਗੀ ਕਿ ਮੈਂ ਕੀ ਕਰਨਾ ਹੈਗਾ। ਅਸੀਂ ਪੂਰੀ ਸਿਮਰਨ ਦੀਆਂ ਬਰਕਤਾਂ ਵਿੱਚ ਇਹੀ ਸਮਝਦੇ ਆਏ ਹਾਂ। ਉਹਦੇ ਵਿੱਚ ਅਸੀਂ ਇਹ ਵੀ ਸਿੱਖਿਆ ਕਿ ਮੇਰੇ ਹਿਰਦੇ ਗਰੀਬੀ ਆਣੀ ਚਾਹੀਦੀ ਹੈ, ਨਿਮਰਤਾ ਧਾਰਨੀ ਚਾਹੀਦੀ ਹੈਗੀ ਹੈ, ਸਾਨੂੰ ਹੰਬਲ ਹੋਣਾ ਹੈ, ਸਾਨੂੰ ਸੌਫਟ ਹਾਰਟਡ ਹੋਣਾ ਹੈ, ਸਾਨੂੰ ਦੂਜੇ ਦੀ ਕੇਅਰ ਕਰਨੀ ਹੈ, ਸਾਨੂੰ ਸੈਲਫਲੈਸ ਹੋਣਾ ਹੈ। ਬਟ ਕੀ ਅਸੀਂ ਕਰਦੇ ਹਾਂ? ਅਸੀਂ ਉੱਪਰੋਂ ਮੋਮੋ ਠਗਣੀ ਵਾਲੇ ਮਿੱਠੇ ਤੇ ਬਣ ਜਾਂਦੇ ਹਾਂ, ਬਟ ਐਕਚੁਅਲ ਚ ਜਿਹੜਾ ਮਿੱਠ ਬੋਲਣਾਪਨ, ਜਿਹੜਾ ਅਸੀਂ ਪੁਆਇੰਟ ਇਹ ਵੀ ਲਿਆ ਸੀ, ਮਿੱਠਾ ਬੋਲਣਾ ਤੇ ਕਿਸੇ ਦਾ ਦਿਲ ਨਾ ਦੁਖਾਣਾ, ਉਹ ਵਾਲਾ ਸਾਡੇ ਅੰਦਰ ਕਰੈਕਟਰ ਵਿੱਚ ਆਉਂਦਾ ਹੀ ਨਹੀਂ ਹੈ। ਕਿਉਂ? ਕਿਉਂਕਿ ਸਿਰਫ ਅਸੀਂ ਮਿੱਠਾ ਬੋਲਦੇ ਹਾਂ ਟੂ ਯੂਜ਼ ਸਮਬਡੀ, ਕਿ ਮੈਂ ਉਸ ਤੋਂ ਕੰਮ ਕਿਵੇਂ ਘਟਾਣਾ ਹੈ। ਸੋ ਇਸੇ ਤਰ੍ਹਾਂ ਅਸੀਂ ਨੈਕਸਟ ਸਟੈਪ ਵਿੱਚ ਆਏ ਸੀਗੇ, ਉੱਚਾ ਆਚਰਣ ਰੱਖਣਾ, ਮੇਰਾ ਟੂ ਹੈਵ ਅ ਹਾਈ ਮੋਰਲ ਕਰੈਕਟਰ, ਕਿ ਮੇਰਾ ਕਰੈਕਟਰ ਉੱਚਾ ਹੈਗਾ, ਕਿ ਮੇਰੇ ਉਹਦੇ ਅੰਦਰ ਰੱਬੀ ਗੁਣ ਹੈਗੇ ਨੇ, ਜੇ ਹੈਗੇ ਨੇ ਤੇ ਠੀਕ, ਨਹੀਂ ਹੈਗੇ ਤੇ ਮੈਂ ਉਹਨੂੰ ਕਮਾਵਾਂ। ਉਸ ਤੋਂ ਬਾਅਦ ਅਸੀਂ ਲਾਸਟ ਵੀਕ ਉਸ ਤੋਂ ਅੱਗੇ ਤੁਰੇ ਸੀਗੇ, ਲਾਸਟ 3 ਵੀਕਸ ਅਸੀਂ ਜਿਹੜਾ ਪੁਆਇੰਟ ਲਿਆ, ਨਾ ਡਰਨਾ ਤੇ ਨਾ ਡਰਾਣਾ। ਅਸੀਂ ਡਰਦੇ ਵੀ ਹਾਂ ਤੇ ਡਰਾਉਂਦੇ ਵੀ ਹਾਂ। ਸੋ ਇਹ ਪੂਰੀ ਜਰਨੀ ਸਾਡੀ 17 ਵੀਕ ਦੀ ਅੱਜ ਹੋਈ ਹੈ, ਤੇ ਉਹਦੇ ਵਿੱਚ ਅਸੀਂ ਸਾਰੇ ਇਹ ਪੁਆਇੰਟ ਸਿੱਖੇ ਨੇ। ਅੱਜ ਅਸੀਂ ਉਸ ਤੋਂ ਅੱਗੇ ਜਿਹੜਾ ਪੁਆਇੰਟ ਹੈਗਾ, ਮੈਂ ਉਹਨੂੰ ਵੀਰ ਜੀ ਨੂੰ ਹੁਣ ਰਿਕੁਐਸਟ ਕਰਾਂਗਾ ਕਿ ਅਸੀਂ ਸੰਗਤਾਂ ਨਾਲ ਉਹ ਪੁਆਇੰਟ ਵੀ ਸਾਂਝ ਕਰਾਂਗੇ। ਮੈਂ ਜਿੰਨਾ ਰੀਕੈਪ ਕੀਤਾ ਪਿਛਲੇ ਜਿਹੜੇ ਪੁਆਇੰਟਸ ਅਸੀਂ ਕੁਝ ਲਏ ਸਨ, ਮੈਂ ਕੋਸ਼ਿਸ਼ ਕੀਤੀ ਉਹਨੂੰ ਤੁਹਾਡੇ ਨਾਲ ਸੰਗਤਾਂ ਨਾਲ ਰੀਕੈਪ ਕਰਨ ਦੀ। ਸੋ ਅਗਲਾ ਪੁਆਇੰਟ ਅੱਜ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਮਨ ਤੇ ਹਰ ਵਕਤ ਪੈਰਾ ਦੇਣ ਬਾਰੇ ਸਾਡੇ ਨਾਲ ਪਲੀਜ਼ ਸਾਂਝ ਪਾਣ। ਹੁਣ ਮੈਂ ਵੀ ਭੁਪਿੰਦਰ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਜੁੜਨ। ਵੀਰ ਜੀ ਓਵਰ ਟੂ ਯੂ। ਹੁਣ ਅਸੀਂ ਸੰਗਤਾਂ ਨਾਲ ਨੈਕਸਟ ਪੁਆਇੰਟ ਅੱਜ ਦਾ ਜਿਹੜਾ ਹੈਗਾ ਉਹ ਵੀ ਸਾਂਝ ਕਰਾਂਗੇ। ਜੇ ਤੁਸੀਂ ਥੋੜਾ ਜਿਹਾ ਰੀਕੈਪ ਕਰਨਾ ਚਾਹੁੰਦੇ ਹੋ ਤਾਂ ਯੂ ਕੈਨ ਡੂ। ਥੈਂਕ ਯੂ। ਹਾਂਜੀ। थैंक यू जी। वाहिगुरू जी का खालसा, वाहिगुरू जी की फतेह। नमस्कार, अस्सलाम वालेकुम, गुड मॉर्निंग एंड गुड इवनिंग। ਜਿਹੜਾ ਗਨੀਬ ਬੱਚੀ ਨੇ ਸ਼ਬਦ ਸਾਡੇ ਨਾਲ ਗਾਇਆ, ਉਹਦਾ ਮੈਂ ਧੰਨਵਾਦੀ ਹਾਂ। ਉਹ ਹਰ ਵਾਰੀ ਬੜੇ ਪਿਆਰ ਨਾਲ ਗਾਉਂਦੀ ਹੈ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਤਿਆਰ ਕਰਾਉਂਦੇ ਨੇ, ਦਾਦੀ ਸਮੇਤ, ਤੇ ਇਹਦੇ 'ਚ ਕਾਫੀ ਉਹਨਾਂ ਦੀ ਮਿਹਨਤ ਹੈ। ਜਦੋਂ ਕਲਾਸੀਕਲ ਸਿੱਖਣ ਜਾਂਦੀ ਹੈ ਤਾਂ ਸਾਰੇ ਕੰਮ ਛੱਡ ਕੇ ਦਾਦਾ ਜੀ ਉਹਨੂੰ ਨਾਲ ਲੈ ਕੇ ਜਾਂਦੇ ਨੇ, ਉੱਥੇ ਬੈਠੇ ਰਹਿੰਦੇ ਨੇ, ਉਹਦੀ ਵੇਟ ਕਰਦੇ ਨੇ। ਇਹ ਸਾਰੀਆਂ ਮਿਹਨਤਾਂ ਸਾਨੂੰ ਸਟੇਜ ਤੇ ਇਸ ਤਰ੍ਹਾਂ ਕੀਤੀਆਂ ਬੱਚਿਆਂ ਦੀਆਂ ਮਿਲਦੀਆਂ, ਤੇ ਉਹਦੇ ਪਿੱਛੇ ਸਾਰੇ ਟੱਬਰ ਦਾ ਵਾਕਈ ਬੜਾ ਕੀਮਤੀ ਹੱਥ ਹੁੰਦਾ ਹੈ। ਤੇ ਇਹਦਾ ਸਾਨੂੰ ਸਾਰਿਆਂ ਨੂੰ ਬੈਨੀਫਿਟ ਹੈ, ਕਿਉਂਕਿ ਇਹ ਬੱਚੇ ਫਿਊਚਰ ਹੁੰਦੇ ਨੇ ਇਸ ਸਾਰੀ ਯੂਨੀਵਰਸ ਦਾ। ਨੋਟ ਓਨਲੀ ਕਿਸੇ ਇੱਕ ਕੌਮ ਦਾ, ਬਲਕਿ ਸਾਰੀ ਯੂਨੀਵਰਸ ਦਾ, ਇਸ ਸਾਰੀ ਕਾਇਨਾਤ ਦਾ, ਇਸ ਸਾਰੇ ਸਮਾਜ ਦਾ। ਸੋ ਸਾਡਾ ਭਲਾ ਹੁੰਦਾ ਹੈ, ਕਿਉਂਕਿ ਇਹ ਬੱਚੇ ਫਿਰ ਫਿਊਚਰ ਵਿੱਚ ਨਵਾਂ ਸਮਾਜ ਘੜਨ ਵਾਸਤੇ ਕੰਮ ਆਉਂਦੇ ਨੇ। ਮੈਂ ਉਮੀਦ ਕਰਦਾ ਕਿ ਇਹ ਜਿਹੜੇ ਬੱਚੇ ਗਾਉਂਦੇ ਨੇ, ਇਹ ਜਿਸ ਤਰ੍ਹਾਂ ਸੰਡੇ ਜਸਮੀਤ ਸਿੰਘ ਜੀ ਦਾ ਬੰਬੇ ਦਾ ਪ੍ਰੋਗਰਾਮ ਹੁੰਦਾ ਹੈ ਗੁਰਮਤਿ ਗਿਆਨ, ਤਾਂ ਉਸ ਪ੍ਰੋਗਰਾਮ ਵਿੱਚ ਵੀ ਬੱਚੇ ਗਾਉਂਦੇ ਨੇ, ਫਿਰ ਉਹ ਸ਼ਬਦ ਵਿਚਾਰ ਵੀ ਕਰਦੇ ਨੇ। ਸੋ ਫਿਊਚਰ ਵਿੱਚ ਬੱਚੇ ਵੀ ਸ਼ਬਦ ਵਿਚਾਰ ਕਰਨ ਤੇ ਅੱਛੀ ਗੱਲ ਹੈ।
ਕੋਈ ਮੋਨੋਪਲੀ ਨਹੀਂ ਹੈ ਕਿ ਇਹਦੇ ਸਿਰਫ ਵੀਰ ਭੁਪਿੰਦਰ ਸਿੰਘ ਜੀ ਨੇ ਬੋਲਣਾ ਹੈ। ਤੇ ਤੁਸੀਂ ਸਾਰੇ ਬੋਲਦੇ ਹੀ ਹੋ ਤੇ ਤੁਸੀਂ ਸਾਰੇ ਜਿਹੜੇ ਵੱਡੇ ਸ਼ੇਅਰ ਕਰਦੇ ਹੋ, ਅਸੀਂ ਹੋਰਨਾਂ ਨੂੰ ਵੀ ਚਾਂਸ ਦੇਣਾ ਤਾਂ ਕਿ ਸਾਰੇ ਇਸ ਨੂੰ ਆਪਣਾ ਪਲੇਟਫਾਰਮ ਸਮਝਣ ਤੇ ਇਹਦੇ 'ਚ ਸ਼ੇਅਰਿੰਗ ਕਰਨ। ਔਰ ਇਹ ਵੀ ਨਹੀਂ ਹੈ ਕਿ ਇਹਦੇ 'ਚ ਸਿਰਫ ਮਰਦ ਹੀ ਸ਼ੇਅਰਿੰਗ ਕਰ ਸਕਦੇ ਨੇ, ਮਾਵਾਂ ਅੱਗੇ, ਭੈਣਾਂ ਅੱਗੇ, ਧੀਆਂ ਅੱਗੇ, ਵੋਟੀਆਂ ਅੱਗੇ, ਸਾਰਿਆਂ ਅੱਗੇ ਮੇਰੀ ਬੇਨਤੀ ਹੈ ਕਿ ਫੀਮੇਲ ਸ਼ੁੱਡ ਕਮ ਫਾਰਵਰਡ ਤਾਂ ਕਿ ਉਹ ਵੀ ਆਪਣਾ ਸਬਜੈਕਟ ਤਿਆਰ ਕਰਕੇ ਲਿਆਇਆ ਕਰਨ ਔਰ ਇਹਦੇ ਵਾਸਤੇ ਸਾਂਝ ਕਰਿਆ ਕਰਨ। ਥੈਂਕ ਯੂ ਜੁਝਾਰ ਜੀ, ਤੁਹਾਡਾ ਰੀਕੈਪ ਦਾ ਥੈਂਕ ਯੂ। ਮੈਨੂੰ ਸਕਰੀਨ ਤੇ ਅਮਨ ਜੀ ਨਜ਼ਰ ਆ ਰਹੇ ਨੇ ਔਰ ਪੁਸ਼ਪਿੰਦਰ ਆਪਣੀ ਬੇਟੀ ਪਿੱਛੇ ਤਬਲਾ ਵਜਾ ਰਹੇ ਸੀ। ਤੁਸੀਂ ਕੋਈ ਰੀਕੈਪ ਕਰਨਾ ਹੈ ਅਮਨ ਜੀ ਜਾਂ ਪੁਸ਼ਪਿੰਦਰ ਜੀ? I think Jujar already did a recap, please. So you can start. ਅੱਛਾ ਜੀ, ਹਾਂ ਜੀ, ਅਸੀਂ ਸੌਰੀ, ਥੈਂਕ ਯੂ। ਅਸੀਂ ਬਹੁਤ ਧੰਨਵਾਦੀ ਹਾਂ ਉਹ ਸੱਜਣਾ ਦੇ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਕਿੰਨੇ ਹਫ਼ਤੇ ਪਹਿਲਾਂ ਕੁਐਸਚਨ ਪੁੱਛਿਆ ਸੀ ਸਿਮਰਨ ਬਾਰੇ। ਹਰ ਵਾਰੀ ਅਸੀਂ ਇਸ ਨੂੰ ਰੀਕੈਪ ਕਰਦੇ ਹਾਂ ਕਿ ਅਸੀਂ ਕੀ ਡਿਸਕਸ ਕਰ ਰਹੇ ਹਾਂ, ਸਾਡਾ ਟੌਪਿਕ ਕੀ ਚੱਲ ਰਿਹਾ ਹੈ। ਸਾਡਾ ਟੌਪਿਕ ਚੱਲ ਰਿਹਾ ਹੈ ਕਿ ਉਹਨਾਂ ਨੇ ਪੁੱਛਿਆ ਸੀ ਕਿ ਗੁਰਬਾਣੀ ਚ ਆਉਂਦਾ ਵੇ ਕਿ ਸਿਮਰਨ ਕਰਨਾ ਚਾਹੀਦਾ ਹੈ, ਨਾਮ ਜਪਣਾ ਚਾਹੀਦਾ ਹੈ, ਉਹ ਕਿਵੇਂ ਨਾਮ ਜਪਣਾ ਚਾਹੀਦਾ ਹੈ, ਨਾਮ ਜਪਣ ਦੀ ਵਿਧੀ ਕੀ ਹੈ। ਸੋ ਅਸੀਂ ਫਿਰ ਸਹਾਰਾ ਲਿਆ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕੀਮਤੀ ਮਿਹਨਤ ਦਾ ਸਦਕਾ, ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਤਿਆਰ ਕੀਤਾ 10 ਵਾਲੀਅਮ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਪੁਸਤਕਾਂ ਲਿਖੀਆਂ, ਜਿਵੇਂ ਸਾਡੇ ਲਿਵਿੰਗ ਟ੍ਰੈਜਰੀ 'ਚ ਅਸੀਂ 40-50 ਪੁਸਤਕਾਂ ਸੰਗਤਾਂ ਦੀ ਸੇਵਾ 'ਚ ਹਾਜ਼ਰ ਕੀਤੀਆਂ ਨੇ, ਪਰ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕੀਤੀ ਵਿਲੱਖਣ ਮਿਹਨਤ ਦੇ ਸਾਹਮਣੇ ਪਾਸਕੂ ਵੀ ਨਹੀਂ ਹਨ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੀਆਂ ਦਰਪਣ ਤੋਂ ਇਲਾਵਾ ਪੁਸਤਕਾਂ ਲਿਖੀਆਂ, ਉਹਨਾਂ ਦੇ ਕੁਝ ਲੇਖ ਤੇ ਦਰਪਣ ਵਿੱਚ ਆਏ ਹੋਏ ਨੇ, ਪਰ ਬੁਰਾਈ ਦਾ ਟਾਕਰਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਬੜੀਆਂ ਸਾਰੀਆਂ ਪੁਸਤਕਾਂ ਲਿਖੀਆਂ। ਤਾਂ ਇੱਕ ਪੁਸਤਕ ਲਿਖੀ ਸਿਮਰਨ ਦੀਆਂ ਬਰਕਤਾਂ। ਤਾਂ ਉਹਦੇ ਚੋਂ ਅਸੀਂ ਇਹ ਸਿੱਖੇ ਕਿ ਤੁਸੀਂ ਰਾਮ ਰਾਮ ਕਰਦੇ ਹੋ, ਅੱਲਾ ਅੱਲਾ ਕਰਦੇ ਹੋ, ਖੁਦਾ ਖੁਦਾ ਕਰਦੇ ਹੋ, ਹਰੀ ਹਰੀ ਬੀਠਲ ਕਰਦੇ ਹੋ ਜਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ, ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ ਹਾਂ ਤੇ ਨਾ ਕਰ ਸਕਦੇ ਹਾਂ। ਪਰ ਬਾਣੀ ਚੋਂ ਅਸੀਂ ਇਹ ਸਿੱਖਦੇ ਹਾਂ ਕਿ ਸਿਮਰਨ ਦੀਆਂ ਬਰਕਤਾਂ ਇਹ ਨੇ ਕਿ ਮੈਨੂੰ ਉਹ ਵਾਲੇ ਗੁਣ ਮੇਰੇ ਆਚਰਣ ਵਿੱਚ ਆ ਜਾਣ। ਜੇ ਉਹਨਾਂ ਗੁਣਾਂ ਦੀ ਮੈਂ ਪ੍ਰੈਕਟਿਸ ਕਰਦਾ ਹਾਂ ਤਾਂ ਮਾਨੋ ਮੈਂ ਸਿਮਰਨ ਕਰਦਾ ਹਾਂ। ਬਾਣੀ ਕਹਿੰਦੀ ਹੈ ਹਰ ਬਿਸਰਤ ਤੇਰੇ ਗੁਣ ਗੱਲਿਆ। ਜੇ ਮੇਰੇ ਅੰਦਰ ਉਹ ਵਾਲੇ ਚੰਗੇ ਗੁਣ ਨਹੀਂ ਹਨ ਤਾਂ ਮਾਨੋ ਮੈਂ ਸਿਮਰਨ ਨਹੀਂ ਕਰਦਾ, ਮੈਂ ਹਰੀ ਨੂੰ ਵਿਸਾਰ ਦਿੱਤਾ, ਰੱਬ ਨੂੰ ਵਿਸਾਰ ਦਿੱਤਾ। ਕਈ ਲੋਕ ਸਾਨੂੰ ਇਹ ਵੀ ਕਹਿੰਦੇ ਹਨ, ਉਹਨਾਂ ਦੇ ਕੁਐਸਚਨਸ ਵੀ ਆਉਂਦੇ ਹਨ। ਉਹ ਹੈ ਜ਼ੂਮ ਉੱਤੇ ਵੀ ਇੱਕ ਵਾਰੀ ਜਰਮਨੀ ਤੋਂ ਸਿਮਰ ਨੇ ਵੀ ਕੁਐਸਚਨ ਕੀਤਾ ਸੀ ਕਿ ਵਾਈ ਵੀ ਆਰ ਸਪੋਜ਼ ਟੂ ਟਾਕ ਅਬਾਊਟ ਗੋਡ ਗੋਡ ਗੋਡ, ਹਰ ਵੇਲੇ ਗੋਡ ਰੱਬ ਗੋਡ ਰੱਬ ਵਾਹਿਗੁਰੂ ਅੱਲਾ, ਹਰ ਵੇਲੇ ਅਸੀਂ ਕਿਉਂ ਰੱਬ ਦੀਆਂ ਗੱਲਾਂ ਕਰਦੇ ਹਾਂ। ਤਾਂ ਕਈਆਂ ਨੂੰ ਇਹ ਤਾਂ ਉਹਦਾ ਸਵਾਲ ਸੀ, ਪਰ ਕਈਆਂ ਨੂੰ ਐਲਰਜੀ ਵੀ ਹੈ, ਉਹ ਰੱਬ ਲਫ਼ਜ਼ ਸੁਣਨਾ ਹੀ ਨਹੀਂ ਚਾਹੁੰਦੇ ਨੇ। Some people don't believe in God. ਅੱਛਾ, ਅਸੀਂ ਕਿਸੇ ਨੂੰ ਧੱਕੇ ਨਾਲ ਗੋਡ ਬਣਾ ਵੀ ਨਹੀਂ ਸਕਦੇ ਹਾਂ ਕਿ ਗੋਡ ਹੁੰਦਾ ਹੈ। ਅਸੀਂ ਪ੍ਰੂਵ ਨਹੀਂ ਕਰ ਸਕਦੇ ਗੋਡ ਹੁੰਦਾ ਹੈ, ਅਸੀਂ ਡਿਸਅਪਰੂਵ ਨਹੀਂ ਕਰ ਸਕਦੇ ਕਿ ਗੋਡ ਨਹੀਂ ਹੁੰਦਾ। ਸਾਨੂੰ ਐਸੀਆਂ ਬਹਿਸਾਂ ਵਿੱਚ ਪੈਣਾ ਹੀ ਨਹੀਂ ਹੈ। ਅਸੀਂ ਤੇ ਸਿਮਰਨ ਦੀਆਂ ਬਰਕਤਾਂ ਪੁਸਤਕ ਪੜ੍ਹ ਕੇ, ਉਹਦੇ ਚੋਂ ਬਾਣੀ ਦੇ ਪ੍ਰਮਾਣ ਪੜ੍ਹ ਕੇ ਇਹ ਸਮਝੇ ਕਿ ਬਾਣੀ ਇਹ ਸਿਖਾਉਂਦੀ ਹੈ, ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੇਹੇ ਕਰਮ ਕਮਾਏ। ਅਗਰ ਤੂੰ ਮੰਨਦਾ ਹੈ ਕਿ ਰੱਬ ਹੈ ਤਾਂ ਬਸ ਤੂੰ ਇਹ ਮੰਨ ਕੇ ਉਹ ਰੱਬ ਕੋਈ ਕਿਤੇ ਅਸਮਾਨ ਤੇ ਨਹੀਂ ਬੈਠਾ ਹੋਇਆ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ।
ਮੰਦਾ ਕਿਸ ਨੂੰ ਆਖੇ ਜਾਂ ਤਿਸ ਬਿਨ ਕੋਈ ਨਾ ਹੈ। ਜੇ ਤੂੰ ਰੱਬ ਮੰਨਦਾ ਹੈ ਨਾ ਤਾਂ ਫਿਰ ਉਹ ਰੱਬ ਤੂੰ ਲੋਕਾਂ ਦੇ ਹਿਰਦੇ ਵਿੱਚ ਦੇਖਿਆ ਕਰ। ਸਭੈ ਘਟ ਰਾਮ ਬੋਲੇ ਦੇਖਿਆ ਕਰ, ਘਟ ਘਟ ਮੈਂ ਹਰਜੂ ਬਸੈ ਦੇਖਿਆ ਕਰ। ਤੇ ਜਦੋਂ ਤੂੰ ਹੋਰਨਾਂ ਨਾਲ ਇਸ ਤਰ੍ਹਾਂ ਬਿਹੇਵੀਅਰ ਕਰੇਗਾ ਤਾਂ ਬਿਹੇਵੀਅਰ ਵਿੱਚ ਉਹਨਾਂ ਵਿੱਚ ਰੱਬ ਵੇਖੇਗਾ, ਤਾਂ ਤੇਰਾ ਇਹ ਵਾਲਾ ਜਿਹੜਾ ਗੁਣ ਹੈ, ਇਹ ਵਾਲੇ ਗੁਣ ਦੀ ਤੂੰ ਪ੍ਰੈਕਟਿਸ ਕਰਨੀ ਹੈ। ਜੇ ਤੂੰ ਇਹ ਗੁਣ ਦੀ ਪ੍ਰੈਕਟਿਸ ਕਰਦਾ ਹੈ ਤਾਂ ਮਾਨੋ ਤੂੰ ਸਿਮਰਨ ਕਰਦਾ ਹੈ। ਇਹ ਬਰਕਤ ਹੈ, ਇਹ ਬਖਸ਼ਿਸ਼ ਹੈ, ਇਹ ਗ੍ਰੇਸ ਹੈ। ਤਾਂ ਇਹ ਗ੍ਰੇਸ ਨੂੰ ਕਿਵੇਂ ਚੈੱਕ ਕਰੀਏ? ਅਸੀਂ ਦੂਜਿਆਂ ਤੇ ਚੈੱਕ ਨਹੀਂ ਕਰਨਾ, ਅਸੀਂ ਦੂਜਿਆਂ ਤੇ ਬਲੇਮ ਨਹੀਂ ਲਗਾਉਣਾ, ਅਸੀਂ ਦੂਜਿਆਂ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ। ਅੱਛਾ, ਫਿਰ ਇਹਦਾ ਸਾਈਨ ਕੀ ਹੈ, ਇਹਦਾ ਚਿੰਨ੍ਹ ਕੀ ਹੈ ਕਿ ਜੋ ਸਿਮਰਦੇ ਹਨ? ਗੁਰੂ ਸਾਹਿਬ ਬਾਣੀ ਰਾਹੀਂ ਕਹਿੰਦੇ ਨੇ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਹਿਆ, जिनको भगवान नहीं भूलता है वो कैसे होते हैं? भेद ना जानो मूल साईं जे आ, ਉਹਨਾਂ ਦੇ ਅੰਦਰ ਰੱਬੀ ਗੁਣ ਹੁੰਦੇ ਨੇ। ਅੱਛਾ, ਜਿਸ ਮਨੁੱਖ ਨੂੰ ਰੱਬ ਨਹੀਂ ਪਸੰਦ, ਜਿਹੜਾ ਮਨੁੱਖ ਰੱਬ ਨਹੀਂ ਮੰਨਣਾ ਚਾਹੁੰਦਾ, ਉਹਦੇ ਨਾਲ ਅਸੀਂ ਗੱਲ ਕਰ ਲੈਂਦੇ। ਅੱਛਾ, ਆਈਡੀਅਲਸ ਰੱਖ ਲਓ, ਆਈਡੀਅਲਸ ਨਾਲ ਜੀਣਾ ਸਿਮਰਨ ਕਰਨਾ ਕਹਿਲਾਂਦਾ ਹੈ। ਐਥਿਕਸ ਕਹਿ ਲਓ, ਅੱਜ ਸਕੂਲਾਂ ਦੀਆਂ ਪੜ੍ਹਾਈਆਂ ਚੋਂ ਐਥਿਕਸ, ਮੋਰਲਸ, ਆਈਡੀਅਲਸ, ਜਿਨ੍ਹਾਂ ਨੂੰ ਅਸੀਂ ਡਿਵਿਨਿਟੀ ਕਲਾਸ ਕਹਿੰਦੇ ਹਾਂ, ਉਹ ਸਾਰਾ ਕੁਝ ਗੁਆਚ ਗਿਆ ਹੈ। ਇਸ ਕਰਕੇ ਸਾਡਾ ਬਚਪਨ ਤੋਂ ਮੋਰਲਸ ਨਹੀਂ ਬਣ ਪਾਏ, ਤਾਂ ਵੱਡੇ ਹੋ ਕੇ ਅਸੀਂ ਉਸ ਕੈਰੈਕਟਰ ਵਾਲੇ ਨਹੀਂ ਬਣ ਪਾਏ, ਤਾਂ ਸਾਡਾ ਸਮਾਜ ਵਿਗੜ ਰਿਹਾ ਨਾ। ਇਹਦਾ ਮਤਲਬ ਸਿਮਰਨ ਦੀਆਂ ਬਰਕਤਾਂ ਦਾ ਮਤਲਬ ਇਹ ਬਾਹਰਲੀ ਖੁਸ਼ਹਾਲੀ ਨਹੀਂ ਹੈ। ਸਿਮਰਨ ਦੀਆਂ ਬਰਕਤਾਂ ਦਾ ਮਤਲਬ ਹੈ ਮੇਰੇ ਅੰਦਰ ਦੀ ਖੁਸ਼ਹਾਲੀ। ਜੇ ਮੈਂ ਅੰਦਰੋਂ ਖੁਸ਼ਹਾਲ ਹੋਵਾਂਗਾ ਤਾਂ ਮੈਂ ਆਪਣੇ ਬਾਹਰਲੇ ਸਮਾਜ ਨੂੰ ਫਿਕਸ ਅਪ ਕਰਾਂਗਾ, ਬਾਹਰਲੇ ਸਮਾਜ ਵਾਸਤੇ ਮੈਂ ਖੁਸ਼ਹਾਲੀ ਕ੍ਰੀਏਟ ਕਰਾਂਗਾ। ਜੇ ਮੈਂ ਅੰਦਰੋਂ ਪ੍ਰੋਸਪਰਸ ਹਾਂ ਕੈਰੈਕਟਰ ਕਰਕੇ, ਤਾਂ ਤੁਸੀਂ ਜਦੋਂ ਲੜੀਵਾਰ ਇਹ ਚਾਰਟ ਪੜ੍ਹ ਰਹੇ ਹੋ ਤਾਂ ਅਸੀਂ ਪਿਛਲੇ 2 ਹਫ਼ਤਿਆਂ ਤੋਂ ਨਾ ਡਰਨਾ ਨਾ ਡਰਾਉਣਾ ਕਰ ਰਹੇ ਹਾਂ। ਉਸ ਤੋਂ ਪਿਛਲਾ ਪੁਆਇੰਟ ਸੀ ਉੱਚਾ ਆਚਰਣ ਰੱਖਣਾ। ਉਸ ਤੋਂ ਬਾਅਦ ਆਇਆ ਨਾ ਡਰਨਾ ਨਾ ਡਰਾਉਣਾ। ਫਿਰ ਤੀਜਾ ਅੱਜ ਦਾ ਪੁਆਇੰਟ ਆਇਆ ਵੇ, ਮਨ ਤੇ ਹਰ ਵਕਤ ਪਹਿਰਾ ਦੇਣਾ। ਮਨ ਤੇ ਹਰ ਵਕਤ ਪਹਿਰਾ ਦੇਣ ਦਾ ਜਿਹੜਾ ਪੁਆਇੰਟ ਹੈ ਨਾ, ਇਹ ਵਾਲਾ ਪੁਆਇੰਟ ਸਾਨੂੰ, ਅਸੀਂ ਆਪਣੇ ਚਾਰਟ ਵਿੱਚ ਇੰਗਲਿਸ਼ ਵਿੱਚ ਇਹਨੂੰ ਸਮਝ ਰਹੇ ਹਾਂ, ਕੀਪਿੰਗ ਏ ਵਾਚ ਔਨ ਥਾਟਸ ਐਂਡ ਫੀਲਿੰਗਸ ਐਵਰੀ ਮੂਮੈਂਟ। ਕੀਪਿੰਗ ਅ ਵਾਚ ਕਿਹਦੇ ਤੇ? ਹੋਰਾਂ ਤੇ ਵਾਚ ਕਰਨਾ ਹੈ ਜਾਂ ਆਪਣੇ ਤੇ ਕਰਨਾ ਹੈ? ਬਸ ਆਪਣੇ ਤੇ ਕਰਨਾ ਹੈ। ਅਸੀਂ ਪਹਿਰਾ ਦੇਣ ਵਿੱਚ ਤੇ ਬੜੇ ਸਮਾਰਟ ਹਾਂ, ਪਰ ਮੇਰੀ ਉਸ ਦਿਨ ਧਨਵੰਤ ਸਿੰਘ ਜੀ ਸੀਮੈਕਸ ਵਾਲੇ ਵੀਰ ਜੀ ਨਾਲ ਗੱਲ ਚੱਲ ਰਹੀ ਸੀ ਕਿ ਅਸੀਂ ਪਹਿਰਾ ਦੇਂਦੇ ਤੇ ਹਾਂ, ਪਰ ਦੂਜਿਆਂ ਤੇ। ਅਸੀਂ ਪਹਿਰਾ ਤੇ ਦਿੰਦੇ ਹਾਂ ਦੂਜਿਆਂ ਦੀਆਂ ਗਲਤੀਆਂ ਤੇ। ਜੇਕਰ ਸੱਸ 25 ਸਾਲਾਂ ਤੋਂ ਪੁੱਤਰ ਪਾਲ ਕੇ ਅੱਜ ਪੁੱਤਰ ਵਿਆਹ ਕੇ ਲਿਆਂਦੀ ਹੈ, ਤਾਂ ਉਹ ਗੱਲ ਤੇ ਨੂੰਹ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੰਦੀ ਹੈ। ਨੂੰ ਗਲਤ ਕਿੱਥੋਂ ਹੈ, ਨੂੰ ਗਲਤ ਕਿੱਥੋਂ ਹੈ, ਨੂੰ ਬੋਲਦੀ ਕਿਸ ਤਰ੍ਹਾਂ, ਨੂੰ ਉੱਠਦੀ ਕਿਸ ਤਰ੍ਹਾਂ, ਬਹਿੰਦੀ ਕਿਸ ਤਰ੍ਹਾਂ, ਤਾਂ ਉਹਨਾਂ ਦੀ ਟਿਫ ਹੋ ਜਾਂਦੀ ਹੈ, ਪਿਆਰ ਨਹੀਂ ਰਹਿੰਦਾ। ਹਾਂ, ਪਿਆਰ ਨਾਲ ਉਹਨੂੰ ਸਮਝਾਏ, ਪਿਆਰ ਨਾਲ ਉਹਦੇ ਨਾਲ ਸਾਂਝ ਕਰੇ, ਗਲਵਕੜੀ ਚ ਲੈ ਕੇ ਆਪਣੀ ਗੋਦੀ ਚ ਬਿਠਾ ਕੇ ਆਪਣੀ ਧੀ ਵਾਂਗੂ ਪਿਆਰ ਨਾਲ ਉਹਦੇ ਅਵਗੁਣਾਂ ਨੂੰ ਅਡਿਟ ਕਰਕੇ ਉਹਨੂੰ ਪਿਆਰ ਕਰੇ, ਤਾਂ ਠੀਕ ਹੈ। ਲੇਕਿਨ ਜਦੋਂ ਨੂੰਹ ਪੜ੍ਹੀ ਲਿਖੀ ਆਂਦੀ ਹੈ ਤਾਂ ਉਹਦੀ ਸਾਰੀ ਪੜ੍ਹਾਈ, ਸਾਰੀ ਕਿਤਾਬਾਂ ਦਾ ਨਿਚੋੜ ਕੱਢ ਕੇ ਲਿਆਂਦੀ ਹੈ ਕਿ ਸੱਸ ਬੇਵਕੂਫ ਹੈ। ਕਿਤਨੀਆਂ ਨੂੰਹਾਂ ਨੂੰ ਮੈਂ ਲਫ਼ਜ਼ ਕਹਿੰਦਿਆਂ ਸੁਣਿਆ, ਉਹਨਾਂ ਨੂੰ ਮੈਂ ਬੇਨਤੀ ਕੀਤੀ, ਤੁਸੀਂ ਆਪਣੀ ਸੱਸ ਨੂੰ ਬੇਵਕੂਫ ਨਾ ਕਿਹਾ ਕਰੋ। ਤੁਸੀਂ ਕਦੀ ਵੀ ਆਪਣੀ ਮਾਂ ਨੂੰ ਬੇਵਕੂਫ ਨਹੀਂ ਕਹਿੰਦੇ ਤੇ ਆਪਣੀ ਸੱਸ ਨੂੰ ਵੀ ਬੇਵਕੂਫ ਨਾ ਕਿਹਾ ਕਰੋ। ਸੱਸ ਮਾਂ ਹੁੰਦੀ ਹੈ, ਉਹ ਬੇਵਕੂਫ ਨਹੀਂ ਹੁੰਦੀ। ਉਹਨੂੰ ਅਨਪੜ੍ਹ ਨਾ ਕਿਹਾ ਕਰੋ, ਉਹਨੂੰ ਬੈਕਵਰਡ ਨਾ ਕਿਹਾ ਕਰੋ, ਉਹਦੇ ਨਾਲ ਨਫ਼ਰਤ ਨਾ ਕਰਿਆ ਕਰੋ। ਇਹਦਾ ਮਤਲਬ ਨੂੰਹ ਵੀ ਜਿਹੜੀ ਪੜ੍ਹਾਈ ਕਰਕੇ ਆਈ,
ਆਪਣੇ ਕਾਲਜ ਆਪਣੇ ਪੀਅਰਸ ਤੋਂ ਇਹ ਐਨਕ ਲੈ ਕੇ ਆਈ ਕਿ ਸੱਸ ਤੇ ਪੈਰਾ ਕਿਵੇਂ ਦੇਣਾ ਹੈ। ਸੱਸ ਸੁੱਤੀ ਰਹਿੰਦੀ ਹੈ, ਸੱਸ ਕੰਮ ਨਹੀਂ ਕਰਦੀ, ਸੱਸ ਆਪਣੀ ਧੀ ਦੇ ਨਾਲ ਗੱਲਾਂ ਕਰਦੀ ਰਹਿੰਦੀ ਹੈ, ਸੱਸ ਹਰ ਵੇਲੇ ਸੀਰੀਅਲ ਦੇਖਦੀ ਰਹਿੰਦੀ ਹੈ, ਸੱਸ ਇਹ ਖਾਂਦੀ ਹੈ ਉਹ ਖਾਂਦੀ ਹੈ। ਇੱਕ ਤਾਂ ਮੈਨੂੰ ਇਹ ਕਹਿ ਰਹੀ ਸੀ ਕਿ ਸੱਸ ਨੂੰ ਸ਼ੂਗਰ ਦੀ ਬਿਮਾਰੀ ਹੈ, ਛੁਪ ਕੇ ਮਿੱਠਾ ਖਾ ਲੈਂਦੀ ਹੈ, ਫਿਰ ਬਾਅਦ ਵਿੱਚ ਕਹਿੰਦੀ ਹੈ ਮੈਂ ਬਿਮਾਰ ਹੋ ਗਈ ਹਾਂ। ਸੱਸ, ਉਹਨੇ ਲਫ਼ਜ਼ ਇੱਥੋਂ ਵਰਤੇ ਸੀ ਕਿ ਸੱਸ ਵਿਖਾਵਾ ਕਰਦੀ ਹੈ ਕਿ ਮੈਂ ਬਿਮਾਰ ਹੋ ਗਈ। ਇੰਜ ਇਹ ਮੈਂ ਘਰ ਦਾ ਐਗਜ਼ਾਮਪਲ ਦਿੱਤਾ ਹੈ, ਪਤੀ ਪਤਨੀ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਲੋਕਾਂ ਉੱਤੇ ਪਹਿਰਾ ਦੇਣ ਦੀ ਗੱਲ ਨਹੀਂ ਚੱਲ ਰਹੀ। ਹੁਣ ਫਰੀਦ ਜੀ ਸਿਮਰਨ ਸਿਖਾਣਗੇ। ਫਰੀਦ ਜੀ ਕਹਿੰਦੇ ਨੇ, ਤੁਹਾਡੀ ਸਭ ਦੀ ਗਿਆਤ ਵਾਸਤੇ ਜਿਤਨਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੈ, ਉਹਨਾਂ 'ਚ ਸਭ ਤੋਂ ਪਿੱਛੇ ਹਿਸਟਰੀ ਜਾਂਦੇ ਜਾਵਾਂਗੇ ਤਾਂ ਸਭ ਤੋਂ ਪਹਿਲੀ ਫਰੀਦ ਜੀ ਦੀ ਬਾਣੀ ਹੈ। ਜਿਨ੍ਹਾਂ ਕੋਲੋਂ ਮੈਂ ਸੁਣਿਆ ਉਹ ਸਭ ਕਹਿੰਦੇ ਨੇ ਫਰੀਦ ਜੀ 8ਵੀਂ ਸਦੀ 'ਚ ਹੋਏ ਨੇ। ਅੱਛਾ, ਫਰੀਦ ਜੀ ਸਿਮਰਨ ਕੀ ਸਿਖਾਉਂਦੇ ਨੇ? ਫਰੀਦ ਜੀ ਸਿਮਰਨ ਸਿਖਾਉਂਦੇ ਨੇ, ਆਪ ਸਵਾਰਿਆ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਇਹਦਾ ਮਤਲਬ ਆਪਾ ਸਵਾਰਨਾ ਹੈ। ਆਪਾ ਸਵਾਰਨਾ ਸਿਮਰਨ ਹੁੰਦਾ ਹੈ। ਆਪਾ ਸਵਾਰਨਾ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਕਰਨਾ ਹੁੰਦਾ ਹੈ। ਵਿਚਾਰ ਕਰਨ ਵੇਲੇ ਅਸੀਂ ਇੰਟਰੋਸਪੈਕਸ਼ਨ ਕਰਦੇ ਹਾਂ। ਵਿਚਾਰ ਕਰਨ ਵੇਲੇ ਅਸੀਂ ਆਪਣੀ ਪੜਚੋਲ ਕਰਦੇ ਹਾਂ। ਸੋ ਫਰੀਦ ਜੀ ਨੇ ਸਿਖਾਇਆ ਤਾਂ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ, ਫਿਰ ਫਰੀਦ ਜੀ ਕਹਿੰਦੇ ਨੇ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਿਰਮਾਨ ਮੈਂ ਸਿਰ ਨੀਵਾ ਕਰ ਵੇਖ। ਆਪਣੇ ਅੰਦਰ ਵੇਖਣਾ, ਆਪਣੇ ਖਿਆਲਾਂ ਤੇ ਪਹਿਰਾ ਦੇਣਾ ਸਿਮਰਨ ਕਹਿਲਾਂਦਾ ਹੈ। ਮੈਂ ਸਵੇਰੇ ਉੱਠਾਂ, ਮੈਂ ਪਾਠ ਕਰਾਂ, ਮੈਂ ਵਾਹਿਗੁਰੂ ਵਾਹਿਗੁਰੂ ਕਰਾਂ, ਰਾਮ ਰਾਮ ਕਰਾਂ, ਅੱਛੀ ਗੱਲ ਹੈ। ਮੇਰਾ ਰੂਟੀਨ ਬਣ ਗਿਆ, ਉਹਦੇ ਕਾਰਨ ਮੈਂ ਰਾਤੀ ਵਕਤ ਸਿਰ ਸੌਂਦਾ, ਸਵੇਰੇ ਵਕਤ ਸਿਰ ਉੱਠਦਾ, ਔਰ ਵਕਤ ਸਿਰ ਉੱਠ ਕੇ ਮੈਂ ਇਸ਼ਨਾਨ ਕਰਕੇ ਆਪਣਾ ਨੇਮ ਕਰਦਾ। ਪਰ ਜੇ ਮੈਂ ਇਹ ਦੋਨੋਂ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਕਰਦਾ ਇੱਕ ਅੱਖ ਨਾਲ ਦੇਖਾਂ ਕੌਣ ਕੌਣ ਸੋ ਰਿਹਾ ਹੈ, ਕੌਣ ਕੌਣ ਜਾਗ ਰਿਹਾ ਹੈ, ਕੌਣ ਕੌਣ ਬੋਲ ਰਿਹਾ ਹੈ, ਕੌਣ ਕੌਣ ਸਿਮਰਨ ਨਹੀਂ ਕਰ ਰਿਹਾ, ਕਿਨੇ ਪਾਠ ਨਹੀਂ ਕੀਤਾ, ਤਾਂ ਇਹਦਾ ਮਤਲਬ ਮੈਂ ਦੂਜਿਆਂ ਨੂੰ ਹੀ ਤੱਕਦਾ। ਇੰਜ ਅਸੀਂ ਧਾਰਮਿਕ ਸਥਾਨ ਤੇ ਜਾ ਕੇ ਦੂਜਿਆਂ ਤੇ ਪਹਿਰੇ ਦਿੰਦੇ ਰਹਿੰਦੇ। ਅਸੀਂ ਦੂਜਿਆਂ ਤੇ ਪਹਿਰਾ ਨਹੀਂ ਦੇਣਾ, ਆਪਣੇ ਮਨ ਉੱਤੇ ਪਹਿਰਾ ਦੇਣਾ ਹੈ। ਸੋ ਅਸੀਂ ਜਦੋਂ ਦੂਜਿਆਂ ਵੱਲ ਤੱਕਦੇ ਰਹਿੰਦੇ ਆ ਨਾ, ਤਾਂ ਸਾਡੀ ਇਲ ਬਿਰਤੀ ਹੋ ਜਾਂਦੀ ਹੈ, ਈਗਲ ਆਈ ਬਣ ਜਾਂਦੀ ਹੈ। ਇਲ ਬਿਰਤੀ ਦਾ ਕੰਮ ਹੈ, ਜਿੱਥੇ ਡਿੱਠਾ ਮਿਰਤਕੋ ਇਲ ਬੈਠੀ ਆਏ। ਦੂਜਿਆਂ ਦੇ ਅਵਗੁਣ ਦੇਖਣੇ, ਜਿਸ ਤਰ੍ਹਾਂ ਈਗਲ ਇੰਨੀ ਉੱਚੀ ਉੱਡਦੀ ਹੈ, ਆਈ ਸਾਈਟ ਵੀ ਜ਼ਬਰਦਸਤ ਹੈ, ਪਰ ਦੂਸਰਿਆਂ ਦੇ ਅਵਗੁਣ ਫਰੋਲਦੀ ਹੈ। ਦੂਜਿਆਂ ਦੇ ਅਵਗੁਣ ਫਰੋੜਨ ਵੇਲੇ ਆਪਣੇ ਅਵਗੁਣਾਂ ਦਾ ਪਤਾ ਹੀ ਨਹੀਂ ਲੱਗਦਾ, ਸਿਮਰਨ ਨਹੀਂ ਹੋਇਆ। ਜੇ ਕਰ ਰਹੇ ਸੀ ਤਾਂ ਟੁੱਟ ਗਿਆ, ਸਮਾਧੀ ਨਹੀਂ ਲੱਗੀ, ਮੈਡੀਟੇਸ਼ਨ ਨਹੀਂ ਹੋਈ। ਅੱਛਾ, ਅਸੀਂ ਨਾ ਪੁਆਇੰਟ ਆਪਣਾ ਰੀਕੈਪ ਕਰ ਲਈਏ ਕਿ ਪੁਆਇੰਟ ਚੱਲ ਰਿਹਾ ਸੀ ਉੱਚਾ ਆਚਰਣ ਰੱਖਣਾ। ਇਲ ਉੱਚਾ ਉੱਡਦੀ ਹੈ, ਕਾਂ ਉੱਚਾ ਉੱਡਦਾ ਹੈ, ਪਰ ਥੱਲੇ ਮੁਰਦਾਰ ਦੇਖਦੇ ਨੇ। ਇੰਜ ਜੇਕਰ ਮੈਂ ਦੂਜਿਆਂ ਦਾ ਅਵਗੁਣ ਫਰੋਲਦਾ ਰਹਿੰਦਾ ਹਾਂ, ਤਾਂ ਫਿਰ ਮੈਂ ਇਲ ਵਾਂਗੂ ਨੀਚ ਵੇਖਦਾ ਹਾਂ।
नीच ना वेखा, दूजिया दे अवगुण ना फरोलना, ता उच्चा आचरण बनेगा ना, ता मैं एलिवेट होवांगा ना। जे मैं बार बार थल्ले ही जाई जावांगा तो मैं नीच कर्म कर रहा। उत्तम से दर उत्तम के ये नीच कर्म बैरोए, नीच कर्मा विच एक स्वान दोए स्वानी नाल पल के भौंके सदा ब्याल, मैं सदे दा दूजियां ते यल करता। लब कुत्ता कूड़ चूड़ा ठग खादा मुर्दार, मैं हमेशा लोभी लालची ते रहंदा और दूजियां दे अवगुण फरोलदा हां। नीच कर्म है ना, उच्चा आचरण नहीं बनया ना। ਉੱਚਾ ਆਚਰਣ ਵਾਲੇ ਦੀ ਉੱਚੀ ਸੋਚ ਹੁੰਦੀ ਹੈ। ਜਿਨ੍ਹਾਂ ਦੀ ਉੱਚੀ ਸੋਚ ਨਹੀਂ ਹੁੰਦੀ ਨਾ, ਉਹ ਸਮਾਜ ਵਿੱਚ ਇਹ ਡਿਸਕਸ ਕਰਦੇ ਨੇ, ਅੱਜ ਫਲਾਣੀ ਜਗ੍ਹਾ ਪਾਰਟੀ ਹੋਈ, ਕਿਹੜਾ ਕਿਸ ਤਰ੍ਹਾਂ ਡਾਂਸ ਹੋਇਆ, ਕਿਹੜੀ ਸ਼ਰਾਬ ਵਰਤਾਈ, ਉਹਨਾਂ ਨੇ ਦਾਜ ਵਿੱਚ ਕੀ ਦਿੱਤਾ, ਜਾਂ ਕਿਹਦੇ ਘਰ ਕੀ ਹੋਇਆ, ਕਿਹਦੇ ਘਰ ਪੋਤਰਾ ਹੋਇਆ, ਕਿਹਦੇ ਘਰ ਰਿਸ਼ਤਾ ਟੁੱਟ ਗਿਆ, ਕਿਹਦੇ ਘਰ ਇਹ ਹੋਇਆ। ਇਹ ਸਭ ਨੀਚ ਕਰਮ ਨੇ, ਉੱਚਾ ਆਚਰਣ ਨਹੀਂ ਬਣ ਰਿਹਾ। ਪਰ ਉੱਚੇ ਆਚਰਣ ਵਾਲਾ ਆਪਣੇ ਸਮਾਜ ਦੇ ਭਲੇ ਦੀ ਸੋਚਦਾ ਹੈ। ਉੱਚੇ ਆਚਰਣ ਵਾਲਾ ਆਪਣਾ ਜੀਵਨ ਉੱਚਾ ਕਰਦਾ ਹੈ ਤੇ ਆਪਣੇ ਸਮਾਜ ਦਾ ਭਲਾ ਕਰਦਾ ਹੈ। ਫਿਊਚਰ ਵਾਸਤੇ ਦੁਨੀਆ ਦੇ ਭਲੇ ਦੇ ਕੰਮ ਸੋਚਦਾ ਹੈ, ਕਰਦਾ ਹੈ। ਅੱਛਾ, ਜੇ ਉੱਚਾ ਨਹੀਂ ਰੱਖਿਆ ਤਾਂ ਜਦੋਂ ਅਸੀਂ ਜਪਜੀ ਪੜ੍ਹ ਰਹੇ ਸੀ ਤਾਂ ਅਸੀਂ ਜਪਜੀ ਪੜ੍ਹਿਆ ਸੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਡ ਹੱਤਿਆ ਕਮਾਏ। ਇਹ ਜਿਹੜਾ ਅਸੀਂ ਉਹ ਉੱਚਾ ਆਚਰਣ ਰੱਖਣ ਵੇਲੇ ਅਸੀਂ ਇਹ ਗੱਲ ਕੀਤੀ ਸੀ, ਇਹ ਅੱਜ ਦੇ ਇਸ ਜ਼ੂਮ ਸੈਸ਼ਨ ਵਿੱਚ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇਹ ਵੀ ਸਮਝਣਾ ਹੈ ਕਿ ਇਹਦੀ ਜਿਹੜੀ ਆਖਰੀ ਪੰਕਤੀ ਹੈ, ਨਾਨਕ ਨੀਚ ਕਹਿ ਵਿਚਾਰ, ਉਹ ਪੰਕਤੀ ਵਿੱਚ ਉਹ ਇਹ ਕਹਿ ਰਹੇ ਨੇ ਨੀਚ ਕਰਮਾਂ ਦੀ ਲਿਸਟ ਹੈ। असंख मूर्ख अंध घोर वाले मेरे ख्याल ने, असंख अमर कर जाए जोर वाले मेरे बेअंत ऐसे ख्याल ने, असंख गल वड हत्या कमाए, असंख पापी पाप कर जाए, ये सारे मेरे मंदे ख्याल ने। ਇਹ ਜਿਹੜੇ ਮੇਰੇ ਮੰਦੇ ਖਿਆਲ ਨੇ ਨਾ, ਨੀਚ ਖਿਆਲ ਨੇ। ਨੀਚ ਖਿਆਲਾਂ ਵਿੱਚ ਅਸੀਂ ਦੂਜਿਆਂ ਦੇ ਅਵਗੁਣ ਫਰੋਲਦੇ ਰਹਿੰਦੇ ਹਾਂ। ਇਸ ਕਰਕੇ ਬੇਨਤੀ ਕੀਤੀ ਹੈ ਇੱਕ ਸ਼ਬਦ ਵਿੱਚ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਉੱਚਾ ਆਚਰਣ ਬਣਾਉਣ ਵਾਸਤੇ ਉੱਚੀ ਸੋਚ ਰੱਖਣੀ ਪੈਂਦੀ ਹੈ। ਸੋ ਅਸੀਂ ਜਦੋਂ ਨੀਚ ਕਰਮਾਂ ਵਾਲੇ ਹੋ ਜਾਂਦੇ ਹਾਂ ਤਾਂ ਨੀਚ ਕਰਮ ਕੌਣ ਸੋਚਦਾ ਹੈ? ਮੇਰਾ ਮਨ। ਅੱਛਾ, ਕਿਤਨੀ ਵਾਰੀ ਅਸੀਂ, ਸਾਡੀ ਜੀਵਨ ਜੁਗਤ ਪੁਸਤਕ ਹੈ, ਜੀਵਨ ਮੁਕਤ ਪੁਸਤਕ ਹੈ, ਇਸ ਤਰ੍ਹਾਂ ਹੋਰ ਕਈ ਪੁਸਤਕਾਂ ਨੇ। ਇਸ ਤਰ੍ਹਾਂ ਅਸੀਂ ਇੱਕ ਸੈਮੀਨਾਰ ਕੀਤਾ ਸੀ, ਮਨ ਕੀ ਹੈ, ਵਾਟ ਇਜ਼ ਮਨ। ਇਹ ਬਾਡੀ ਦਾ ਚੀਰ ਫਾੜ ਕਰਕੇ ਦੇਖੋ, ਇਹਦੇ ਚੋਂ ਮਨ ਨਹੀਂ ਨਿਕਲੇਗਾ। ਇਹ ਦੇਖ ਰਹੇ ਹਾਂ, ਅੱਖਾਂ ਨੇ, ਨੱਕ ਹੈ, ਜ਼ਬਾਨ ਹੈ, ਦਿਮਾਗ ਹੈ, ਇੱਥੇ ਹਾਰਟ ਹੈ, ਲੰਗਸ ਨੇ, ਸਾਰੇ ਸਾਨੂੰ ਪਾਰਟਸ ਪਤਾ ਨੇ, ਪਰ ਮਨ ਕੀ ਹੈ, ਵਾਟ ਇਜ਼ ਮਨ। ਜਿੱਥੇ ਮੈਨੂੰ ਫੁਰਨੇ ਆਏ ਨਾ, ਜਿਹੜਾ ਮੇਰਾ ਫੁਰਨਿਆਂ ਦਾ ਐਕਸ਼ਨ ਹੈ ਨਾ, ਜਿਹੜਾ ਮੇਰਾ ਫੁਰਨਿਆਂ ਦੀ ਅਵਸਥਾ ਹੈ ਨਾ, ਇਸੀ ਨੂੰ ਮਨ ਕਹਿੰਦੇ ਨੇ। ਜਾਂ ਤੇ ਮੈਨੂੰ ਚੰਗੇ ਫੁਰਨੇ ਆਉਂਦੇ ਨੇ ਜਾਂ ਮੈਨੂੰ ਮੰਦੇ ਫੁਰਨੇ ਆਉਂਦੇ ਨੇ। ਉੱਚਾ ਆਚਰਣ ਬਣਾਉਣਾ ਹੈ ਤਾਂ ਆਪਣੇ ਨੀਚ ਖਿਆਲਾਂ ਵਾਲੇ ਫੁਰਨਿਆਂ ਤੇ ਧਿਆਨ ਕਰ। ਫੁਰਨੇ ਤੇ ਆਉਣਗੇ। ਸਿੱਧਾ ਜੋਗੀਆਂ ਨੇ ਪਤਾ ਕੀ ਸੋਚਿਆ, शून्य कर लो, कोई ख्याल ही ना आए, कोई फुरना ही ना आए, पॉसिबल नहीं है।
ਇਨਸਾਨ ਘਰ ਵਿੱਚ ਰਹਿੰਦਾ ਹੈ ਜਾਂ ਭਾਵੇਂ ਜੰਗਲ ਵਿੱਚ ਰਹਿੰਦਾ ਹੈ, ਸਮਾਜ ਵਿੱਚ ਰਹਿੰਦਾ ਹੈ, ਭਾਵੇਂ ਕਾਰਪੋਰੇਟ ਸੈਕਟਰ ਵਿੱਚ ਰਹਿੰਦਾ ਹੈ, ਜਿੱਥੇ ਮਰਜ਼ੀ ਰਹਿੰਦਾ ਹੈ, ਇਹਨੂੰ ਖਿਆਲ ਆਉਂਦੇ ਨੇ। one is vulnerable to have the ਖਿਆਲ। ਪਰ ਚੈੱਕ ਕਰਨੇ ਨੇ ਖਿਆਲ ਕਿਹੜੇ ਆਉਂਦੇ ਨੇ। ਸਿਮਰਨ ਦੀਆਂ ਬਰਕਤਾਂ ਚਾਹੁੰਦਾ ਹੈ, ਖੁਸ਼ਹਾਲੀ ਚਾਹੁੰਦਾ ਹੈ, ਤੈਨੂੰ ਨੀਚ ਖਿਆਲ ਆਉਂਦੇ ਨੇ, ਵਾਚ। ਚੰਗੇ ਖਿਆਲ ਆਉਂਦੇ ਨੇ, ਸਿਰਫ ਖਿਆਲ ਹੀ ਨਾ ਆਣ, ਵਰਕ ਔਨ ਇਟ। ਸ਼ੁਕਰ ਹੈ ਚੰਗਾ ਖਿਆਲ ਆਇਆ, ਤੇ ਚੰਗੇ ਖਿਆਲ ਤੇ ਕੰਮ ਵੀ ਕਰਨਾ। ਅਸੀਂ ਚੰਗਾ ਖਿਆਲ ਉਹਨੂੰ ਸਮਝਦੇ ਹਾਂ ਜਿਹਦੇ ਸਿਰਫ ਮੇਰਾ ਬੈਨੀਫਿਟ ਹੁੰਦਾ ਹੋਵੇ। ਸੈਲਫਿਸ਼ ਰੀਜ਼ਨ, ਮੈਂ, ਮੇਰਾ ਸਰੀਰ, ਮੇਰਾ ਟੱਬਰ, ਅਸੀਂ ਉਹਨਾਂ ਨੂੰ ਹੀ ਸਿਰਫ ਉੱਚੇ ਖਿਆਲ ਸਮਝਦੇ। ਨੋ ਨੋ ਨੋ, ਚੰਗਾ ਖਿਆਲ ਆਇਆ ਨਾ ਤਾਂ ਚੰਗੇ ਖਿਆਲ ਦੀ ਨਿਸ਼ਾਨੀ ਹੈ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮੈਂ ਕਿੱਥੋਂ ਸੈਲਫਿਸ਼ ਹਾਂ, ਮੈਨੂੰ ਕਿੱਥੋਂ ਕਿੱਥੋਂ ਅੱਗ ਲੱਗੀ ਹੋਈ ਹੈ। ਹੋਲਡ ਔਨ, ਮੈਂ ਗਲਾਸ ਆਫ ਵਾਟਰ ਲੈਣਾ ਪਲੀਜ਼। ਹਾਂਜੀ, ਅੱਛਾ ਇੱਕ ਪੁਆਇੰਟ ਸਾਡੇ ਨੂੰ ਫੋਕਸ ਕਰਾਇਆ ਕਿ ਅਸੀਂ ਨਾ ਸਿਰਫ ਇੱਕ ਸੋਚ ਰੱਖਦੇ ਹਾਂ, ਅੱਛੀ ਸੋਚ ਜ਼ਰੂਰ ਰੱਖਦੇ ਹਾਂ, ਬਟ ਉਹਦੇ ਤੇ ਜਦ ਤੱਕ ਐਕਸ਼ਨ ਨਹੀਂ ਲੈਂਦੇ। ਮੈਂ ਵੀ ਇਹ ਗੱਲ ਸ਼ੁਰੂ ਚ ਕਹਿ ਰਿਹਾ ਸੀਗਾ ਕਿ ਜਦੋਂ ਤੱਕ ਇੱਕ ਥਾਟ ਨੂੰ ਇੰਬਾਈਬ ਨਹੀਂ ਕੀਤਾ ਗਿਆ, ਉਹ ਇੱਕ ਸੋਚ ਹੀ ਹੈਗੀ ਹੈ। तो साडा फोकस सिर्फ ये कि मैं मॉनेटरी बेनिफिट की मिलेगा या इस बंदे तो मैंने की फायदा हो सकता है, बट एक्चुअल सानू ये देखना पेगा कि साडी जिहड़ी बिरती हैगी है वो इल वांग ते नहीं हैगी है कि असी हमेशा लोगों के ना नेगेटिव्स देखते हैं कि यह बंदा गलत है, इसके विच है गलती, इसके विच है गलती, कभी असी भी किसी का भी पॉजिटिव नहीं देखते। बंदे की 99 अच्छाइयां नूं छड्ड के एक गलती नूं देख के उहदा सारा कीती कराए ते असी पानी फेर दिंदे। घर की लेडी रोज अच्छा खाना बनाती है, हेल्दी फूड बनाती है, टेस्टी फूड बनाती है, तब मैं उसकी कभी तारीफ नहीं करता, बट एक दिन जिस दिन लून तेज हो जाता उस दिन असी उन्होंने गालां कड्ढना शुरू कर देंगे, उसको खाण नूं पै जांदे कि तैनूं रोटी नहीं बनानी सिखाई तेरी मां ने। सो वी डोंट वॉच आवर एक्शंस कि जदों वो अच्छी बनाती है, चंगी रोटी बनाती, चंगा फुलका पकाती है, तो मैं तारीफ तो करता नहीं है कभी, बट जे उहदे जरा जा घाट हो जाए, जरा भी नमक तेज हो जाए, मैं उहदे अगे पिछे दे खानदान नूं पूरी गालां कढ दिंदा कि बई तैनूं रोटी पकानी भी नहीं आती। सो असीं अपने एक्शनस नूं वॉच ही नहीं करते कि जो मनुख साडे वास्ते इन्ना कुछ करदा, साडे पेरेंट्स साडे वास्ते इन्ना कुछ करदे ने, बट असीं उहदा कदी भी रिगार्ड नहीं करते। असीं पढ़ लिख जाते हैं, असीं सियाणे बन जाते हैं, असीं उहनां नूं बेवकूफ कहंदे कि तुहानूं समझ ही नहीं कि समाज विच किवें उठना बैठना तुरना है। जिन्हें सानूं ਉਂਗਲ फड़ के चलना सिखाया असीं उहनूं सिखाना शुरू कर दिंदे हां, तो साडा फोकस ही खराब है। हाँ जी जी, so we were talking about the focus कि साडा फोकस ठीक रहना चाहिए ते we should take action on the good thoughts we have। सो मैं लड़ी जोड़दा, शायद टूट ना जाए। ਅਸੀਂ ਉੱਚਾ ਆਚਰਣ ਰੱਖਣਾ ਹੈ ਤਾਂ ਉੱਚੇ ਆਚਰਣ ਦਾ ਮਤਲਬ ਕੀ ਹੈ? ਮੇਰਾ ਮਨ ਕੀ ਸੋਚਦਾ ਹੈ, ਮੇਰੇ ਮਨ ਨੂੰ ਫੁਰਨੇ ਆਉਂਦੇ ਨੇ, ਮੰਦੇ ਫੁਰਨੇ ਆਉਂਦੇ ਨੇ, ਮੰਦੇ ਫੁਰਨਿਆਂ ਉੱਤੇ ਮੈਂ ਵਾਚ ਨਹੀਂ ਕੀਤਾ ਤਾਂ ਉਹ ਵਾਲੇ ਮੇਰੇ ਜਿਹੜਾ ਐਟੀਟਿਊਡ ਬਣਦਾ ਗਿਆ, ਉਹ ਵਾਲਾ ਮੇਰਾ ਮੰਦਾ ਕਰੈਕਟਰ ਬਣ ਗਿਆ, ਮੇਰਾ ਨੀਚ ਕਰੈਕਟਰ ਬਣ ਗਿਆ। ਪਰ ਮੈਨੂੰ ਫੁਰਨੇ ਆਉਂਦੇ ਨੇ, ਚੰਗੇ ਆਉਂਦੇ ਨੇ। ਜੇ ਮੈਂ ਚੰਗੇ ਫੁਰਨਿਆਂ ਉੱਤੇ ਕੰਮ ਨਾ ਕਰਾਂ ਤਾਂ ਜੇ ਆਏ ਤੇ ਗਏ। ਸੋ ਉੱਚਾ ਆਚਰਣ ਰੱਖਣ ਦਾ ਮਤਲਬ ਇਹ ਵੇ ਚੰਗੇ ਫੁਰਨੇ ਆਣ, ਉਹਦੇ ਵਾਸਤੇ ਮੈਂ ਸਤਸੰਗ ਕਰਿਆ ਕਰਾਂ, ਉਹਦੇ ਵਾਸਤੇ ਮੈਂ ਚੰਗੇ ਫੁਰਨਿਆਂ ਵਾਲਿਆਂ ਨਾਲ ਉੱਠਿਆ ਬੈਠਿਆ ਕਰਾਂ, ਉਹਦੇ ਵਾਸਤੇ ਮੈਂ ਚੰਗੇ ਫੁਰਨਿਆਂ ਵਾਲਾ ਮੀਡੀਆ, ਫਿਲਮਾਂ, ਡਰਾਮੇ ਦੇਖਿਆ ਕਰਾਂ, ਉਹਦੇ ਵਾਸਤੇ ਮੈਂ ਚੰਗੇ ਫੁਰਨਿਆਂ ਵਾਲੀਆਂ ਪੁਸਤਕਾਂ ਪੜ੍ਹਿਆ ਕਰਾਂ, ਉਹਦੇ ਵਾਸਤੇ ਮੈਂ ਚੰਗੇ ਫੁਰਨਿਆਂ ਵਾਲਿਆਂ ਨਾਲ ਉੱਠਿਆ ਬੈਠਿਆ ਕਰਾਂ। ਜਿੱਥੋਂ ਵੀ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ, ਜੇ ਗੁਣ ਹੋਵਨ ਸਾਧਨਾ ਮਿਲ ਸਾਂਝ ਕਰੀ ਜੇ, ਸਾਂਝ ਕਰੀ ਜੇ ਗੁਣਾ ਕੇਰੀ, ਗੁਣਾ ਦੀ ਸਾਂਝ ਕਰਿਆ ਕਰੀਏ ਨਾ। ਅਸੀਂ ਧਾਰਮਿਕ ਸਥਾਨ ਤੇ ਵੀ ਜਾਂਦੇ ਹਾਂ, ਅਸੀਂ ਉੱਥੇ ਗੁਣਾ ਦੀ ਸਾਂਝ ਥੋੜ੍ਹਾ ਨਾ ਕਰਦੇ ਹਾਂ। ਜਾਂ ਤੇ ਅਸੀਂ ਪ੍ਰਬੰਧਕਾਂ ਦਾ ਨੁਕਸ ਕੱਢਦੇ ਹਾਂ, ਜਾਂ ਪੰਡਤ ਭਾਈ ਰਾਗੀ
ਸੇਵਾਦਾਰ ਦਾ ਨੁਕਸ ਕੱਢ ਕੇ ਆ ਜਾਂਦੇ ਆ। ਅਸੀਂ ਉੱਚੇ ਆਚਰਣ ਵਾਸਤੇ ਤਾਂ ਕੰਮ ਕੀਤਾ ਹੀ ਨਹੀਂ, ਨੀਚ ਕਰਮ ਉੱਤੇ ਕੰਮ ਕੀਤਾ। ਉੱਚਾ ਆਚਰਣ ਰੱਖਣ ਤੋਂ ਲੈ ਕੇ ਅਸੀਂ ਅੱਜ ਇੱਥੇ ਪਹੁੰਚ ਰਹੇ ਹਾਂ। ਸਿਮਰਨ ਕਰਨਾ ਕਹਿਲਾਂਦਾ ਹੈ ਜੇ ਮੈਂ ਆਪਣੇ ਮਨ ਉੱਤੇ ਪਹਿਰਾ ਦਿੰਦਾ ਹਾਂ। Keeping a watch on thoughts and feelings every moment। ਮਨੂੰ ਕੈਸੇ ਖਿਆਲ ਆਉਂਦੇ ਹਨ, ਜੇ ਮੈਂ ਆਪਣੇ ਨੀਚ ਕਰਮਾਂ ਵਾਲੇ ਖਿਆਲਾਂ ਨੂੰ ਵਾਚ ਨਹੀਂ ਨਾ ਕੀਤਾ, ਉਹਨਾਂ ਨੂੰ ਨੀਚ ਕਰਮ ਕਹਿੰਦੇ ਨੇ, ਉਹਨੂੰ ਅਵਤਰਨ ਕਹਿੰਦੇ ਨੇ, ਉਹਨਾਂ ਨੂੰ ਆਪਣੇ ਇਨਸਾਨੀਅਤ ਦੇ ਤਲ ਤੋਂ ਡਿੱਗਣਾ ਕਹਿੰਦੇ ਨੇ। ਔਰ ਮੇਰਾ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲਾ ਜੀਵਨ ਬਣ ਗਿਆ। ਮੈਂ ਇਨਸਾਨੀਅਤ ਦੇ ਤਲ ਤੋਂ ਡਿੱਗ ਕੇ ਪਸ਼ੂ ਬਿਰਤੀ ਵਾਲਾ ਬਣ ਗਿਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਦੇ ਆਮ ਤੌਰ ਤੇ ਲਿਖੇ ਅਰਥ ਇਹ ਮਿਲਦੇ ਨੇ ਕਿ ਰੱਬ ਤੁਹਾਨੂੰ ਕੀੜਿਆਂ ਤੋਂ ਵੀ ਕੀੜਾ ਬਣਾ ਕੇ ਦੋਸ਼ੀ ਬਣਾ ਦੇਗਾ। ਨਹੀਂ, ਐਸਾ ਰੱਬ ਨਹੀਂ ਹੈ। ਰੱਬ ਕਨਸੈਪਟ ਹੈ ਵਰਚੂਸ ਦੀ ਸੋਰਸ, ਚੰਗੇ ਗੁਣਾ ਦੀ ਸੋਰਸ, ਚੰਗੇ ਗੁਣਾ ਦਾ ਪ੍ਰਤੀਕ। ਚੰਗੇ ਗੁਣ ਲੈ ਕੇ ਉੱਚੇ ਹੋਣਾ, ਪਰ ਜੇ ਮੇਰਾ ਮਨ ਨੀਚ ਸੋਚਦਾ ਹੈ, ਨੀਚ ਤੋਂ ਨੀਚ ਕੀੜਿਆਂ ਵਾਲੀ ਸੋਚ ਸੋਚਦਾ, ਤਾਂ ਮੇਰਾ ਮਨ ਮੈਨੂੰ ਦੋਸ਼ੀ ਬਣਾਉਂਦਾ ਹੈ। ਰੱਬ ਜੀ ਕਿਸੇ ਨੂੰ ਦੋਸ਼ੀ ਨਹੀਂ ਬਣਾਉਂਦੇ ਨੇ। ਰੱਬ ਜੀ ਤੇ ਦੋਸ਼ੀ ਖਿਆਲਾਂ ਵਾਲੇ ਨੂੰ ਮਾਫ ਕਰ ਦਿੰਦੇ ਨੇ। ਰੱਬ ਜੀ ਤੇ ਦੋਸ਼ੀ ਖਿਆਲਾਂ ਵਾਲਿਆਂ ਨੂੰ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ। ਸੋ ਸੇ ਦੂਜੇ ਦੇ ਪੈਰਾ ਨਹੀਂ ਦੇਣਾ, ਮਨ ਤੇ ਪੈਰਾ ਦੇਣ ਵਾਸਤੇ ਮੈਨੂੰ ਆਪਣੇ ਖਿਆਲਾਂ ਤੇ ਪਹਿਰਾ ਦੇਣਾ ਹੈ। ਆਪਣੇ ਖਿਆਲਾਂ ਤੇ ਪਹਿਰਾ ਦੇਣਾ ਕਾਮਨ ਮੈਨ ਦੀ ਲੈਂਗੁਏਜ ਵਿੱਚ ਇੰਟਰੋਸਪੈਕਸ਼ਨ ਕਹਿਲਾਂਦਾ ਹੈ। ਵਾਚਿੰਗ ਯੂਰ ਥਾਟਸ ਕਹਿਲਾਂਦਾ ਹੈ। ਵਾਚਿੰਗ ਯੂਰ ਇਮੋਸ਼ਨਸ ਕਹਿਲਾਂਦਾ ਹੈ। ਸਿਮਰਨ ਹੈ। ਮਨੂੰ ਐਥਿਕਸ, ਆਈਡੀਅਲਸ, ਚੰਗੇ ਗੁਣ, ਵਰਚੂਸ ਦੇ ਬਦਲੇ ਮੰਦਾ ਖਿਆਲ ਆਇਆ, ਮੈਂ ਦੂਜੇ ਦੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ, ਦੂਜੇ ਦੇ ਅਵਗੁਣ ਫਰੋਲਣੇ ਸ਼ੁਰੂ ਕਰ ਦਿੱਤੇ। ਦੂਜੇ ਦੇ ਅਵਗੁਣ ਫਰੋਲ ਕੇ ਇਕੱਠੇ ਕਰਕੇ ਤੇ ਢੇਰ ਸਾਰਾ ਗੰਦ ਹੁਣ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਲਾਣਾ ਬੰਦਾ ਭੈੜਾ ਹੈ, ਫਲਾਣਾ ਬੰਦਾ ਧੋਖੇਬਾਜ਼ ਹੈ, ਫਲਾਣਾ ਬੰਦਾ ਹਿਪੋਕਰੇਟ ਹੈ, ਫਲਾਣਾ ਬੰਦਾ ਝੂਠਾ ਹੈ, ਫਲਾਣੇ ਬੰਦੇ ਦੀ ਨਾ ਸੁਣੋ, ਫਲਾਣੇ ਬੰਦੇ ਕੋਲ ਨਾ ਬੈਠੋ। ਵੀ ਸਟਾਰਟਡ ਨਿੰਦਾ। मैं नीच हो गया ना। आई कैन नॉट गो इन, मैं अपने अंदर नहीं जा सकता। सिमरन करने के लिए अंदर जाना पड़ता है। दैट इज कॉल्ड मेडिटेशन, दैट इज कॉल्ड समाधि। दैट डज नॉट मीन आंखें बंद करनी है, दैट डज नॉट मीन चौकड़ा मारना है, दैट डज नॉट मीन कि तुमको माला फेरनी है, That does not mean कि तुमको एक अलग कमरे में बैठना है। That does not mean कि तुमको पति पत्नी और काम बिजनेस छोड़कर जंगल में जाना है। That does not mean कि तुमको सेलिबेसी में रहना है। That does not mean कि तुम पैसे को हाथ नहीं लगा सकते। अपने अंदर जाना, अपने ख्यालों ਨੂੰ ਤੂੰ ਵਾਚ ਕਰਨਾ, ਸਿਮਰਨ ਹੈ। जिवें खेती करन वाला खेती विच देखता है ये खरपतवार उगाए हैं, ये जंगली पेड़ पौधे उग रहा है, उनको उखाड़ के फेंक देता है। इस तरह अपने मंदे ख्यालों ਨੂੰ कुट-कुट मन कसौटी लावे उनको। सो मन दे फुरनियां ਨੂੰ चेक करन वास्ते अंदर जाना पैंदा, ਉਹਨੂੰ इंट्रोस्पेक्शन कहते ने। अगर मैं मंदे फुरनियां ਨੂੰ नहीं वॉच करदा, ਮੈਨੂੰ ਅੰਦਰ ਜਾਣ ਵਾਲੇ ਮੰਦਰ ਦੇ ਅੰਦਰੋਂ ਧੱਕੇ ਪੈਂਦੇ ਨੇ।
कोई इंसान मेरे को धार्मिक स्थान से बाहर धक्के नहीं देता। मैं अपने नीच ख्यालां दे कारण अंदर दे मंदिर दे अंदर मेरी मूर्ति दी स्थापना नहीं होंदी। ਅਸੀਂ ਜਪਜੀ ਸਾਹਿਬ ਵਿਚਾਰਨ ਵੇਲੇ ਸਮਝਿਆ ਸੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਦਾਨ। ਜਿਨ ਸੇਵਿਆ, ਜਿਸ ਦੇ ਮਨ ਨੇ ਚੰਗੇ ਗੁਣਾਂ ਨੂੰ ਫੋਲੋ ਕੀਤਾ, ਉਹ ਕੁੜਿਆਰ ਤੋਂ ਸਚਿਆਰ ਹੋ ਗਿਆ। ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ। ਉਹਦੀ ਮੂਰਤੀ ਅੰਦਰ ਸਥਾਪਿਤ ਹੋ ਗਈ। ਅੰਦਰ ਮੂਰਤੀ ਸਥਾਪਿਤ ਕਰਨੀ ਹੈ। मन की मूर्ति अंदर स्थापित करनी है। मन नू कढ़ना है। मन नू कढ़ना आप सवारे मैं मिले कहलांदा है। इन्हां नू सवारना नहीं कहलांदा। मन नू सवारना इंट्रोस्पेक्शन होंदा है। मन नू सवारना सतगुर दा ब्यूटी पार्लर होंदा है। ये मन सुंदर अपना बनाना पैंदा। ਸੋ ਜਦੋਂ ਅਸੀਂ ਅੰਦਰ ਨਹੀਂ ਨਾ ਜਾ ਸਕਦੇ ਤਾਂ ਮਾਨੋ ਮਨੂ ਅੰਦਰ ਦੇ ਮੰਦਰ ਚੋਂ ਮੇਰੇ ਨੀਚ ਕਰਮਾਂ ਕਾਰਨ ਧੱਕੇ ਪੈਂਦੇ ਨੇ। ਅੰਦਰ ਦਾ ਦਰ ਕਿਉਂ ਛੋੜਦਾ? ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਕਬੀਰ ਜੈ ਦਰ ਆਵਤ ਜਾਤੇ ਹੋ, ਹਟ ਕੇ ਨਾ ਹੀ ਕੋਈ ਤੈਨੂੰ ਕੋਈ ਰੋਕੇਗਾ ਨਹੀਂ, ਆਪਣੇ ਅੰਦਰ ਦੀ ਕਰਨਾ। ਪਰ ਅਸੀਂ ਉੱਚਾ ਆਚਰਣ ਤੋਂ ਬਾਅਦ पॉइंट लिया सी, ना डरना ना डरावना। मैं तो डरता हूं अंदर जाने से, इसलिए मैं दूसरों को देखता रहता हूं। मैं तो डरता हूं वर्च्यूज की प्रैक्टिस करने से। लिविंग fearlessly and never frighting anyone, ਇਸ ਪੁਆਇੰਟ ਨੂੰ ਅਸੀਂ ਬਹੁਤ ਸਾਰਾ ਡਿਸਕਸ ਕਰ ਚੁੱਕੇ ਆ। ਹਾਂ ਜੀ, ਇਸ ਨੂੰ ਹੁਣ ਤੁਸੀਂ ਸਕਰੀਨ ਤੇ ਨਾ ਦਿਖਾਓ। ਸੋ ਮੈਂ ਆਪਣੇ ਮਨ ਦੇ ਫੁਰਨੇ ਵਾਚ ਕਰਨ ਤੋਂ ਡਰਦਾ। ਮੈਂ ਆਪਣੇ ਅੰਦਰ ਜਾਣ ਤੋਂ ਡਰਦਾ ਹਾਂ। ਕਿਉਂ? ਕਿਉਂਕਿ ਉੱਥੇ ਮੇਰੀਆਂ ਗਲਤੀਆਂ ਨਿਕਲਣਗੀਆਂ। उसे साफ पता लगेगा मैं खुदगर्ज हाँ, साफ पता लगेगा मैं निंदक हाँ, साफ पता लगेगा मैं लोभी हाँ, साफ पता लगेगा मैं दूसरों के ऊपर यल करता हूं। ਇਹ ਜਿਹੜੇ ਸਾਡੇ ਸਾਰੇ ਖਿਆਲ ਨੇ ਨਾ, ਇਹਨਾਂ ਸਾਰੇ ਖਿਆਲਾਂ ਨੂੰ ਸਮਝਣ ਵਾਸਤੇ ਜਿਹੜਾ ਗਿਆਨ ਪ੍ਰਾਪਤ ਹੁੰਦਾ ਨਾ, ਉਹਨੂੰ ਸੱਚ ਦਾ ਗਿਆਨ ਕਹਿੰਦੇ ਨੇ। ਪੈ ਕਾਉ ਕੋ ਦੇਤਨਾ न ਪੈਮਾਨਤਾਨ, ਕੋ ਨਾਨਕ ਸੁਨ ਰੇ ਮਨਾ, ਗਿਆਨੀ ਤਾਏ ਬਖਾਨ। ਗਿਆਨੀ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ। ਸੱਚ ਦੇ ਗਿਆਨ ਨੂੰ ਆਪਣੀ ਬਾਰੇ ਸਮਝ ਆ ਜਾਣਾ ਕਹਿੰਦੇ ਨੇ। ਆਪਣੇ ਬਾਰੇ ਸਮਝ ਆ ਜਾਣਾ, आपने अंदर चले जाना, आपने अंदर चले जाना, इसको ब्रह्म ज्ञान कहते हैं। कोई ब्रह्म ज्ञान का मतलब आसमान में तारे कितने हैं, धरती कब बनी थी, कब फना होगी, कितने तारे कितने चांद हैं, कितने हजार साल पहले भगवान क्या था, ये था वो था, राहु केतु किधर से किधर चले गए हैं, इनू ब्रह्म ज्ञान नहीं कहते ने। गुरमत दा ब्रह्म ज्ञान की है? मन साचा, मुख साचा सोए, अवर ना बेखे कसबिन कोए। ਉਹ ਸਾਰਿਆਂ ਵਿੱਚ ਗੋਡ ਵਿਖਦਾ ਹੈ। ਉਹ ਦੇਖਦਾ ਸਾਰਿਆਂ ਉੱਤੇ ਇਕੁਅਲੀ ਹੈ। ਇਹ ਲਾਅ ਐਪਲੀਕੇਬਲ ਹੈ, ਸਾਰਿਆਂ ਤੇ ਸੱਚ ਦਾ ਲਾਅ ਗਵਰਨ ਕਰਦਾ ਹੈ। ਉਹ ਇਸ ਗੱਲ ਨੂੰ ਜਦੋਂ ਮਨ ਸਾਚਾ ਮੁਖ ਸਾਚਾ ਸੋਏ ਵਾਲਾ ਜੀਵਨ ਜੀਂਦਾ ਹੈ ਨਾ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਮਤਲਬ ਕੋਈ ਮਨੁੱਖ ਨਹੀਂ। ब्रह्म ज्ञानी मतलब ब्रह्म के ज्ञान से ये वाले लक्षण तुम्हारे जीवन जांच बन जाती है। यहां से सच्चे हो जाते हो, मीन्स मन साचा हो जाता है। असी
कुड़ियार तो सचियार बनना है। कुड़ियार की है ਮੰਦੇ ਮੰਦੇ ਫੁਰਨੇ, ਸਚਿਆਰ ਕੀ ਹੈ ਮੰਦੇ ਫੁਰਨਿਆਂ ਨੂੰ ਫਿਕਸ ਅਪ ਕੀਤਾ, ਉਹਨੂੰ ਕਹਿੰਦੇ ਨੇ ਫੇਰ ਕੇ ਅੱਗੇ ਰੱਖੀ ਹੈ। 180 ਡਿਗਰੀ ਪੈਰਾਡਿਮ ਸ਼ਿਫਟ, ਫੇਰ ਕੇ ਅੱਗੇ ਰੱਖੀ ਹੈ ਜਿੱਦ ਦਿਸੇ ਦਰਬਾਰ। ਮੂੰਹ ਕੇ ਬੋਲਣ ਬੋਲੀਏ ਜਿੱਦ ਸੁਣ ਤਰੇ ਪਿਆਰ, ਮੂੰਹ ਦੇ ਮਿੱਠੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ, क्योंकि मन साचा होया मुख साचा हो गया। मुंह के बोलन बोलिए जित सुन तरे प्यार। ਜਦੋਂ ਅਸੀਂ ਲੋਕਾਂ ਦੇ ਨਾਲ ਵਿਦਆਊਟ ਸੈਲਫਿਸ਼ ਰੀਜ਼ਨ, ਵਿਦਆਊਟ ਐਨੀ ਵੈਸਟਿਡ ਇੰਟਰਸਟ, ਪਿਆਰ ਦੇ ਨਾਲ, ਹਲੀਮੀ ਦੇ ਨਾਲ ਮਿੱਠਾ ਬੋਲਣਾ ਸ਼ੁਰੂ ਕਰਦੇ ਆ ਨਾ, ਦਿਸ ਇਜ਼ ਕਾਲਡ ਰੱਬ ਨਾਲ ਪ੍ਰੀਤ। ਜਿਤ ਸੁਣ ਤਰੇ ਪਿਆਰ, सिमरन हो गया, बरकत मिल गई, प्रॉस्पेरिटी हो गई। डोंट ब्लेम अदर्स। दूजे नु रियलाइज ना करा तुम यहां पर गलत हो, तुमको माफी मांगनी पड़ेगी। तो जो माफी मांगना है, देखा ना, कहा था ना तुम गलत हो, बताया था ना, पहले नहीं तुम मानते थे ना, आप समझ में आई ना। नक रगड़वा रगड़वा के दूजे नु रियलाइज कराना यू वर रॉन्ग, दूजे नु रियलाइज कराना आई वाज राइट। ए बरकत नहीं है सिमरन दी, ए दूजे दे अवगुण फरोलना है, दूजे दे पर्दे फाश करना है, दूजे दी निंदा करना है। सो असी ना डरना ना डरावना अल्टीमेटली यह सीखे सी कि मैं अपने अंदर जाने को तैयार, उससे नहीं मैं डरता, और अगर मेरे को वर्च्यूज लेनी है तो मैं उससे नहीं डरता। असी वर्च्यूज लैन तो डरदे हां। ਇਹਦੇ ਨਾਲ ਨਾ ਇੱਕ ਸਵਾਲ ਖੜਾ ਹੁੰਦਾ, ਇੱਕ ਸਵਾਲ ਆਇਆ ਹੈਗਾ ਕਿ ਜੇ ਤੁਸੀਂ ਕਹਿੰਦੇ ਦੂਜੇ ਦਾ ਆਪਗੁਣ ਦੇਖਣਾ ਹੀ ਨਹੀਂ ਹੈ, ਸੋ ਵਾਟ ਇਜ਼ ਕ੍ਰਿਟਿਕਸ ਫॉर ਬੈਟਰਮੈਂਟ, ਵੀ ਦੂਜੇ ਨੂੰ ਕਿਵੇਂ ਦੱਸੀਏ ਕਿ ਤੂੰ ਗਲਤ ਹੈ ਜਾਂ ਠੀਕ ਹੈਗਾ, ਤੇ ਬੱਚਿਆਂ ਨੂੰ ਵੀ ਗਲਤ ਸਹੀ ਦੱਸਣਾ ਠੀਕ ਹੈ ਕਿ ਨਹੀਂ, ਬੱਚਿਆਂ ਨੂੰ ਸਹੀ ਜਾਂ ਗਲਤ ਕਰਨ ਤੋਂ ਰੋਕੀਏ ਕਿ ਨਾ ਰੋਕੀਏ, ਲੈਟ them do whatever they want to do। ਹੁਣੇ ਨਾ ਜੁਝਾਰ ਜੀ ਮੈਂ ਇਹ ਸਿੱਖ ਰਿਹਾ, मैं अपने मन ते हर वक्त पैरा किवें देना। उन्हें if we want to learn this game we have to be selfish, okay, in positive sense। मैं सीख रहा पहला अपनी टॉलरेंस और पेशेंस बता। हाँ, सारियां वोटियां ये पूछ रही है पति को कैसे बताएं वो गलत है, हमेशा गलतियां करता है, सास को कैसे बताएं, माँ प्यो सोच रहे हैं बच्चे हमेशा गलत है, बाकी सारा टब्बर सोच रहा है नौकरानी गलत है हमेशा, ड्राइवर गलत है हमेशा, चौकीदार गलत है हमेशा, बॉस हमेशा सोचता थल्ले वाले गलत ने। ऐ ते साडी सारी दुनिया से हजारां सालों तो जी रहे हैं, सानू बहुत चंगी तरह समझ आ गया सी ओलंपिक चैंपियन है, गोल्ड मेडलिस्ट हाँ, कि दूसरे गलत है उनको कैसे समझाएं, ये सीखने नहीं आए हैं हम सीखने आए हैं सिमरन दी बरकत मैं किवें प्राप्त करा। बाणी चाहे सिमरन करना चाहिए, मैं ओदा बेनिफिट लेना चाहता, इस करके मैं सिमरन करना चाहता। सिमरन करन तो बाद बेनिफिट की होता है, की प्रॉस्पेरिटी की खुशहाली प्राप्त होती है, की बख्शिश की असीस की ब्लेसिंग प्राप्त होती है, मेरा जीवन मेरा करैक्टर मेरा एटीट्यूड चंगा हो जाता है। मैं दूजिया ते यल करना छोड़ देंदा, मैं दूजिया नु डोमिनेट करना छोड़ देंदा,
मैं दूजे को हर हालत विच अपनी गल मनवाना छोड़ दिंदा हां। मैं दूजे नूं हमेशा आई एम राइट प्रूव करना छोड़ दिंदा हां। मैं बार बार जस्टिफाई करके मैं ही राइट हाँ, तुसी रॉन्ग हो छोड़ दिंदा हां। मेरा पॉजिटिव एटीट्यूड दिंदा। ਇਹਦੇ ਨਾਲ पता ਕੀ ਹੁੰਦਾ ਹੈ, ਮੈਨੂੰ ਲੋਕਾਂ ਦੀ ਜੱਫੀ ਮਿਲਦੀ ਹੈ। ਮੈਨੂੰ ਲੋਕਾਂ ਨਾਲ ਪਿਆਰ ਕਰਨਾ ਮਿਲਦਾ ਹੈ। ਜੇ ਲੋਕੀ ਮੇਰੇ ਕੋਲ ਆਉਣ ਤੋਂ ਡਰਦੇ ਨੇ, ਲੋਕੀ ਮੇਰੇ ਨਾਲ ਗੱਲ ਕਰਨ ਤੋਂ ਡਰਦੇ ਨੇ, ਲੋਕੀ ਮੇਰੇ ਨਾਲ ਕੰਮ ਕਰਨ ਤੋਂ ਡਰਦੇ ਨੇ, ਲੋਕੀ ਸਮਝਦੇ ਨੇ ਮੈਂ ਬੌਸਗਿਰੀ ਕਰਦਾ ਹਾਂ, ਤਾਂ ਮੈਨੂੰ ਸਿਮਰਨ ਦੀ ਬਰਕਤ ਪ੍ਰਾਪਤ ਨਹੀਂ ਹੋਈ। ਮੈਂ ਸਿਮਰਨ ਕੀਤਾ ਹੀ ਨਹੀਂ। ਲੋਕੀ ਮੇਰੇ ਕੋਲ ਆਉਣ, ਲੋਕੀ ਮੇਰੇ ਨਾਲ ਗੱਲ ਕਰਨ ਦੇ ਲਈ ਡਰਨ ਨਾ। ਲੋਕੀ ਕਹਿੰਦੇ ਉਹਨਾਂ ਨਾਲ ਤੇ ਜਦੋਂ ਮਰਜ਼ੀ ਗੱਲ ਕਰ ਸਕੀਦਾ ਹੈ। His door is always open and he is flexible. है ना? घरा दे विच इंज ही होंदा है। ओ दादा से हाय उससे बहुत डर लगता है, कोई दादी से बहुत डर, कोई पापा से, ओ माय गॉड आई कैन नॉट। पापा मम्मी से तो आप ही बात कर सकते हो, मेरे को तो बहुत डर लगता है। इंज कोई ना कोई घर अंदर स्केयर क्रो बनया होंदा ना साडे, ਜਿਹਦੇ ਕੋਲੋਂ ਅਸੀਂ ਸਾਰੇ ਡਰਦੇ ਆ। ਅਸੀਂ ਕੀ ਖੱਟਿਆ? ਡਰ ਖੱਟਿਆ, ਡਰਾਉਣਾ ਖੱਟਿਆ। ਮੈਂ ਆਪਣੀ ਇੰਟਰੋਸਪੈਕਸ਼ਨ ਕੀਤੀ ਨਹੀਂ, ਮੈਂ ਆਪਣੇ ਅੰਦਰ ਦੇ ਮੰਦਰ ਹੀ ਜਾ ਹੀ ਨਹੀਂ ਸਕਿਆ। ਮੈਂ ਨੀਚ ਕਰਮ ਬਹਿਰੋਏ ਵਾਲਾ ਬਣ ਗਿਆ। ਹੁਣ ਮੈਂ ਕਲਪਦਾ ਹਾਂ, ਹੁਣ ਮੈਂ ਨਿੰਦਾ ਕਰਦਾ ਹਾਂ, ਹੁਣ ਮੈਂ ਦੁਖੀ ਰਹਿੰਦਾ। ਮੈਂ ਆਪਣੇ ਮੰਦੇ ਫੁਰਨਿਆਂ ਵੱਲ ਧਿਆਨ ਨਹੀਂ ਕਰਦਾ। ਜਦੋਂ ਮੈਂ ਮੰਦੇ ਫੁਰਨਿਆਂ ਵੱਲ ਧਿਆਨ ਨਹੀਂ ਨਾ ਕਰਦਾ ਤਾਂ ਮੈਂ ਡਰਦਾ ਹਾਂ। ਮੰਦੇ ਫੁਰਨਿਆਂ ਵੱਲ ਖਿਆਲ ਕਰਾਂ, ਮੈਂ ਆਪਣੀ ਇੰਟਰੋਸਪੈਕਸ਼ਨ ਕਰਾਂ। ਇਹਨੂੰ ਮਨ ਤੇ ਹਰ ਵਕਤ ਪਹਿਰਾ ਦੇਣਾ ਕਹਿੰਦੇ ਹਨ। अच्छा, किस चीज का पहरा दे? जुजार जी जस्ट रिप्लाई, किस चीज का पहरा दे? बोलो प्लीज। अपने एक्शंस ਦੇ ਉੱਤੇ ਪਹਿਰਾ ਦੇਣਾ ਕਿ ਮੈਂ ਕਿੱਥੇ ਕਿੱਥੇ ਗਲਤ ਹੋ ਗਿਆ। ਆਪਣੀ ਥਾਟ ਦੇ ਉੱਤੇ ਪਹਿਰਾ ਦੇਣਾ ਕਿ ਮੇਰੀ ਸੋਚ ਕਿਸ ਤਰ੍ਹਾਂ ਦੀ ਹੋਈ, ਰਾਈਟ ਡਾਇਰੈਕਸ਼ਨ ਵਿੱਚ ਹੋਏ। ਹੋਰ ਅਮਨ ਤੁਸੀਂ ਬੋਲੋ। ਐਕਸ਼ਨਸ ਤੇ ਵਾਚ ਕਰਨਾ। ਹਾਂਜੀ ਅਮਨ ਕੋਈ ਵੀ ਬੋਲੋ ਜੀ। ਜਿਵੇਂ ਚੌਂਕੀਦਾਰ ਪਹਿਰਾ ਦਿੰਦਾ ਹੈ ਕਿ ਘਰ ਦਾ, ਕਿ ਵੀ ਮੇਰੇ ਕੋਲ ਜਿਹੜੀ ਕੋਈ ਚੀਜ਼ ਆ ਉਹ ਖੁੱਸ ਨਾ ਜਾਏ। ਜੋ ਮੇਰੇ ਚੰਗੀਆਂ ਪੋਜ਼ਿਟਿਵ ਚੀਜ਼ਾਂ ਨੇ ਉਹਨਾਂ ਉੱਤੇ ਮੈਂ ਹੋਰ ਪਹਿਰਾ ਦਿਆਂ ਕਿ ਉਹ ਮੇਰੇ ਤੋਂ ਖੁੱਸ ਨਾ ਜਾਣ। खुश ना जान। हाँ जी। इसका मतलब लुट ना जाए, मेरा माल ना लुट जाए जी, मेरे हाथों ना निकल जान। जी, वाह, गुड एंगल। बाणी कह रही है इस देही में 5 चोर वसे। काम, क्रोध, लोभ, मोह, अहंकार। अच्छा, ये क्या करते हैं? अमृत लूटे। मेरा पीस खो लिया, मेरा चैन खो लिया, मेरा प्यार खो लिया, मेरी लोकां नाल डिसहारमनी हो गई। मैं जिन्हां नाल बहंदा सिर्फ निंदा करदा हां। मैं जिथे बैठदा अपनी तारीफ करदा हां। कोई मैनू मिले उन्हें सलाम क्यों नहीं बुलाया? कोई थैंकलेस क्यों हो गया मेरे बारे? ऐसा करदा ना, लुट गया माल। इस देही में 5 चोर वसे, काम, क्रोध, लोभ, अहंकार। अमृत लूटे, मन मुख नहीं बूझे। मन मुख कौन होया? जिसने ध्यान ही नहीं किया, जिसने पहरा नहीं दिया। पहरा अपने ऊपर देना था,
हमने दूसरों को ऊपर दिया, अपना माल लुट गया। रास बिनानी राखते खाया घर का खेत, अपना खेत खाया गया, दूसरों की रखवाली करता रह गया। सिमरन दियां बरकतां लैणियां ना ਤਾਂ ਆਪਣੇ ਅੰਮ੍ਰਿਤ ਉੱਤੇ ਪਹਿਰਾ ਦੇਣਾ ਪਏਗਾ। ਅੰਮ੍ਰਿਤ ਵਰਚੂਸ ਨੂੰ ਕਹਿੰਦੇ ਨੇ, ਅੰਮ੍ਰਿਤ ਚੰਗੇ ਗੁਣਾਂ ਨੂੰ ਕਹਿੰਦੇ ਨੇ, ਅੰਮ੍ਰਿਤ ਆਈਡੀਅਲਸ ਨੂੰ ਕਹਿੰਦੇ ਨੇ, ਅੰਮ੍ਰਿਤ ਐਥਿਕਸ ਨੂੰ ਕਹਿੰਦੇ ਨੇ। ਅੰਮ੍ਰਿਤ ਸਭ ਦਾ ਭਲਾ ਕਰਦਾ ਹੈ। ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਏ, ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾ ਹੈ, और कोई अमृत नहीं है। रत्ते मन माए, वो चंगे गुणा दे नाल जुड़े रहंदे ने। चंगे गुणा दे नाल मेरे चंगे गुण लुटे ना जान। अच्छा, कई लोग ना बड़ी नफरत करते ने काम क्रोध अहंकार दे नाल, अपने आप ही कुछ भी नहीं है। मेरे मन दे मंदे फुरनिया दे कारण ये नेगेटिव बन गए। इन्हां नैगेटिव नूं पॉजिटिव करना है। ये वैरी मित्र सब कीतियां, नै मंगै मंदा। मैं अपने ए फिक्सअप कर लिया, हुण मैनूं अंदरों ख्याल नहीं आंदा कि मैं ओदी निंदा करा। मैं अंदरों फिक्सअप कर लिया, मैं अपना अमृत नहीं लुटण दिता, मैं माफ कर दिता। Isn't it? ਸੋ ਜਦੋਂ ਅਸੀਂ ਮਨ ਤੇ ਹਰ ਵਕਤ ਪਹਿਰਾ ਦਿੰਦੇ ਹਾਂ ਤਾਂ ਆਪਣੇ ਚੰਗੇ ਗੁਣ ਲੁੱਟੇ ਜਾ ਰਹੇ ਨੇ, ਉਹਨਾਂ ਉੱਤੇ ਪਹਿਰਾ ਦੇਣਾ ਕਿ ਲੁੱਟੇ ਨਾ ਜਾਣ। ਚੋਰ ਕਿਹੜੇ ਹਨ? ਨੈਗੇਟਿਵ ਥਾਟਸ। ਨੈਗੇਟਿਵ ਥਾਟਸ ਚੋਰ ਹਨ, ਕਾਮ ਕ੍ਰੋਧ ਅਹੰਕਾਰ ਚੋਰ ਨਹੀਂ ਹਨ। ਉਹ ਕਹਿਣ ਦਾ ਢੰਗ ਹੈ, ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ। माया मोह प्रेत है। मैं नेगेटिव सोचता हूं, ये जो मेरी अटैचमेंट है ना मंदे ख्यालों के साथ, यही प्रेत है, यही काम क्रोध लोभ अहंकार की सरकार है। माया मोह प्रेत है काम क्रोध अहंकारा, ये जम की सरकार है। इन्हें ऊपर जम का दंड करा रहा, ये मेरे को वर्च्यूज छीन लेते हैं, वाइसेस मेरे को दे देते हैं। आज गले नूं की हो गया? ਸਾਡੇ ਨਾਲ ਦਿਲਪ੍ਰੀਤ ਕੌਰ ਜੀ ਵੀ ਹੈ, ਮੈਂ ਟੌਪਿਕ ਬਾਰੇ ਜ਼ਰੂਰ ਬੋਲੂੰ। ਹਾਂਜੀ ਦਿਲਪ੍ਰੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। 24 ਆਵਰਸ ਕਹਿੰਦੇ ਨੇ ਮਨ ਨੂੰ ਕਿੱਲੀ ਤੇ ਟੰਗ ਲਓ। ਹੁਣ ਕਿੰਜ ਟੰਗੇ? ਇਸ ਸਮਾਲ ਵਰਕਸ਼ਾਪ ਵਿਚ ਵੀ ਡੂ ਵਿਦ ਦ ਚਿਲਡਰਨ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਬਈ ਤੁਸੀਂ ਇੰਜ ਕਰੋ, ਪੇਪਰ ਵਿੱਚ ਨਾ ਤੁਸੀਂ ਇੱਕ ਡਰਾ ਕਾਲਮ, 2 ਕਾਲਮਸ, ਇੱਕ ਕਾਲਮ ਦੀ ਹੈਡਿੰਗ ਲਿਖੋ, ਇੱਕ ਨੂੰ ਵਿਸਾਰ ਦਿੱਤਾ, that mean negative thoughts and vices। ਦੂਸਰੇ ਕਾਲਮ ਵਿੱਚ ਲਿਖ ਦਿੱਤੋ ਨਾਮ ਸਿਮਰਨ, ਇੱਕ ਨੂੰ ਚੇਤੇ ਕੀਤਾ। ਹੋਮਵਰਕ ਮਿਲਦਾ ਕਿ ਤੁਸੀਂ ਹੁਣ ਪੂਰੇ 2 ਦਿਨਾਂ ਵਾਸਤੇ ਜਿੱਥੇ ਵੀ ਤੁਹਾਡਾ ਕੋਈ ਗਲਤ ਵਿਚਾਰ ਆਇਆ, ਗਲਤ ਐਕਸ਼ਨ ਆਏ, ਉੱਥੇ ਤੁਸੀਂ ਜਿਹੜਾ ਕਾਲਮ ਵਿਸਾਰ ਦਿੱਤਾ ਹੈ ਨਾ, ਉਸ ਵਿੱਚ ਤੁਸੀਂ ਕ੍ਰਾਸ ਮਾਰ ਦਿਓ। ਝੂਠ ਬੋਲਿਆ, ਕ੍ਰਾਸ। ਨਿੰਦਾ ਕੀਤੀ, ਕ੍ਰਾਸ। ਬੁਰਾ ਮੰਗਿਆ, ਕ੍ਰਾਸ। ਸੱਸ ਨੂੰ ਝੂਠ ਬੋਲਿਆ, ਕ੍ਰਾਸ। ਜਿੱਥੇ ਵੀ ਤੁਸੀਂ ਮਿੱਠਾ ਬੋਲਿਆ ਉੱਥੇ ਰਾਈਟ ਚੇਤੇ ਕਰ ਲਿੱਤਾ। ਮੇਕ ਦਿਸ ਫੁੱਲ 2 ਕਾਲਮਸ। ਇੱਕ ਦਿਨ ਬੱਚੇ ਕਹਿੰਦੇ ਨੇ ਕਿ ਬਈ ਅਸੀਂ ਤੇ ਪੂਰਾ ਦਿਨ ਅਸੀਂ ਕੋਈ ਇੱਕ ਕੁਝ ਹੀ ਕੰਮ ਕਰਦੇ, ਵੀ ਲਾਈਕ ਹੌਕਸ ਲੁਕਿੰਗ ਔਨ ਆਵਰ ਮਾਈਂਡ। ਅਸੀਂ ਮਨ ਦੇ ਉੱਪਰ ਪੂਰਾ ਪਹਿਰਾ ਕਰਦੇ ਜਸਟ ਲਾਈਕ ਅ ਹੌਕ। ਪਰ ਡਰ ਗਏ ਕਿ ਭਾਈ ਲਿਸਟ ਆਫ ਵਿਸਾਰਨ ਵਾਲਾ ਤਾਂ ਬਹੁਤ ਜ਼ਿਆਦਾ ਵੱਡਾ ਹੈ। ਰਿਪੀਟ ਦਿਸ ਹੋਮਵਰਕ ਅਗੇਨ। ਅਗਲੀ ਵਾਰ ਜਦੋਂ ਕਾਲਮ ਬਣਾਉਂਦੇ ਸੋ ਦੇ ਆਰ ਵੈਰੀ ਕੇਅਰਫੁਲ, ਦੇ ਆਰ ਵੈਰੀ ਕੇਅਰਫੁਲ ਕਿ ਭਾਈ ਜਿਹੜਾ ਕਾਲਮ ਵਿਸਾਰਨ ਵਾਲਾ ਹੈ ਨਾ ਉਹ ਥੋੜਾ ਘਟ ਜਾਏ, तो let the other column become big. We repeat this for 1 week. You will see slowly they have started watching their thoughts. They started watching ਜਿਹੜੇ ਵਿਚਾਰ ਅੰਦਰ ਆ ਰਹੇ ਜਾਂ ਵਿਕਾਰ ਆ ਰਹੇ, they have started watching them and they are getting scared ਕਿ ਹੁਣ ਇਹ ਨਾ ਹੋਵੇ ਕਿ ਮੈਨੂੰ ਮੇਰੇ ਅੰਦਰ ਕੋਈ ਵਿਕਾਰ ਆ ਜਾ।
After a week, we see that this is a practice, this is actually a technique, a tool of how to make the children understand how to watch their insight. At the end, they say, we were like hawk, walking and walking and watching these things. Doesn't matter, it become a part of your blood system. Let it become a part of you. आहिस्ता आहिस्ता ये तुम्हारी कमाई दृढ़ कर दे जाओ, क्योंकि we have never learned to watch ourselves. That is why ਅਸੀਂ ਕਦੀ ਆਪਣੀ responsibility ਲਿੱਤੀ ਨਹੀਂ. ਪੂਰੀ ਜ਼ਿੰਦਗੀ our focus has been out. ਅਸੀਂ ਲੋਕਾਂ ਦਾ ਹੀ ਠੇਕਾ ਚੁੱਕਦੇ ਰਹੇ ਹਾਂ, ਔਰ ਲੋਕਾਂ ਦਾ ਠੇਕਾ ਚੁੱਕਦਿਆਂ ਅਸੀਂ ਦੁਖੀ ਹੋ ਗਏ, ਕਿਉਂਕਿ ਵਿਕਾਰਾਂ ਦਾ ਹਮਲਾ ਅੰਦਰ ਹੁੰਦਾ ਗਿਆ, ਸਾਡੇ ਅੰਦਰ ਦੀ ਸ਼ਾਂਤੀ ਵੀ ਗਈ, ਸੁੱਖ ਵੀ ਗਿਆ, ਸਾਰਾ ਕੁਝ ਚਲਾ ਗਿਆ, ਕਿਉਂ? ਕਿਉਂਕਿ our focus was outside. ਹੁਣ ਇਸ ਪ੍ਰੈਕਟਿਸ ਦੇ ਨਾਲ ਕੀ ਹੋ ਗਿਆ ਕਿ the children started watching the insight, and in the 2 columns at the end of that full program of our workshops, ਬੱਚੇ started feeling कि yes, we have to take the responsibility. Naam Simran is just watching and introspecting and making vices into virtues, negative thoughts into positive thoughts. यही नाम सिमरन है. वाह, हाँ जी. ਥੈਂਕ ਯੂ ਭੂਆ ਜੀ, ਥੈਂਕਸ ਵਿੰਦਰੀ ਭੂਆ ਜੀ, ਸੋ ਨਾਈਸ. ਤੁਸੀਂ ਕਿੰਨਾ ਸਿੰਪਲ ਈਜ਼ੀ ਬਣਾ ਦਿੰਦੇ ਹੋ. ਥੈਂਕ ਯੂ. Thank you so much ji. Transformation is the key to Simran and meditation, ਜਿਹਦੇ ਵਿੱਚ ਅਸੀਂ ਹਰ ਵੇਲੇ ਆਪਣੇ thoughts ਨੂੰ, actions ਨੂੰ watch ਕਰਦੇ ਹਾਂ. We are very thankful to you. Harpreet ji wanted to say something. Please unmute yourself. ਤੁਸੀਂ ਹੱਥ ਰੇਜ਼ ਕਰ ਰਹੇ ਸੀ. ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਾਂਜੀ, ਜਦੋਂ ਵੀਰ ਜੀ ਉਹ ਪੁਆਇੰਟ ਡਿਸਕਸ ਕਰ ਰਹੇ ਸੀ ਕਿ ਵੀ ਅਸੀਂ ਬੈਡ ਐਕਸ਼ਨਸ ਲੈਣ ਨੂੰ ਜਲਦੀ ਕਰਦੇ ਹਾਂ, ਔਰ ਜਿਹੜਾ ਧਰਮ ਦਾ ਕੰਮ ਹੁੰਦਾ ਹੈ ਉਸਨੂੰ ਅਸੀਂ ਡਿਲੇ ਕਰਦੇ ਹਾਂ. ਤੇ ਬਾਣੀ ਵਿੱਚ ਬੜੀ ਅੱਛੀ ਪੰਕਤੀ ਆਉਂਦੀ ਹੈ, ਨਾ ਬਿਲੰਗ ਧਰਮੰ ਬਿਲੰਗ ਪਾਪ, ਕਿ ਜਦੋਂ ਤੂੰ ਕੋਈ ਚੰਗਾ ਕੰਮ ਕਰਨਾ ਨਾ ਉਹਦੇ ਵਿੱਚ ਦੇਰੀ ਨਾ ਲਗਾਇਆ ਕਰ, ਜਿਹੜਾ ਤੂੰ ਮਾੜਾ ਕੰਮ ਕਰਨਾ ਉਹਨੂੰ ਪੋਸਟਪੋਨ ਕਰੋ, ਉਸਨੂੰ ਡਿਲੇ ਕਰੋ. ਅਗਰ ਥਾਟ ਆ ਰਹੀ ਹੈ ਤਾਂ ਅਗਰ ਕੋਈ ਨੈਗੇਟਿਵ ਥਾਟ ਵੀ ਆ ਰਹੀ ਹੈ ਤਾਂ ਵੀ ਸ਼ੁੱਡ ਸਟਾਪ ਇਟ ਐਂਡ ਡਿਲੇ ਇਟ, ਔਰ ਉਹਦੇ ਆਪੋਜ਼ਿਟ ਸਾਨੂੰ ਕੋਈ ਚੰਗੀ ਥਾਟ ਅਗਰ ਆ ਰਹੀ ਹੈ ਤਾਂ ਵੀ ਹੈਵ ਟੂ ਇਮੀਡੀਏਟਲੀ ਵੀ ਹੈਵ ਟੂ ਪ੍ਰੈਕਟਿਸ, ਤਾਂ ਕਿ ਉਹ ਚੀਜ਼ ਜਿਹੜਾ ਹਰ ਬਿਸਰਾ ਤੇਰੇ ਗੁਣ ਗਲਿਆਂ ਵਾਲੀ ਜਿਹੜੀ ਗੱਲ ਹੈ ਉਹ ਚੀਜ਼ ਨਾ ਹੋਏ. ਸਾਨੂੰ ਕੋਈ ਚੰਗੀ ਥਾਟ ਆ ਰਹੀ ਤੇ ਵੀ ਹੈਵ ਟੂ ਪ੍ਰੈਕਟਿਸ ਦੈਟ. ਤੇ ਇੱਕ ਸ਼ਬਦ ਜਿਹੜਾ ਅੱਜ ਦੇ ਟੌਪਿਕ ਦੇ ਨਾਲ ਜਿਹੜਾ ਸਾਡਾ ਮਨ ਤੇ ਪੈਰਾ ਦੇਣ ਵਾਲਾ ਟੌਪਿਕ ਹੈ, ਉਹਦੇ ਬਾਰੇ ਇੱਕ ਸ਼ਬਦ ਆਪਣਾ ਬਾਣੀ ਚ ਆਉਂਦਾ ਹੈ, ਬਾਹਰ ਭਰਾਈਏ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਆਵੇ ਰਕਸੀ ਜਿਉ ਸ਼ਰੀਰੋ ਲੈ. ਤੇ ਮਤਲਬ ਕਿ ਇਹਦੇ ਵਿੱਚ ਇਤਨੀ ਇੱਕ ਅਵਸਥਾ ਮੈਨੂੰ ਜੋ ਸਮਝ ਆ ਰਹੀ ਹੈ ਕਿ ਉਹ ਦੱਸੀ ਗਈ ਹੈ ਕਿ ਹਾਊ ਇਟ ਪੇਨਫੁਲ ਕਿ ਅਸੀਂ ਆਪਣੇ ਮਨ ਤੇ ਪੈਰਾਂ ਨੂੰ ਦੇਖ ਕੇ ਦੂਜਿਆਂ ਦੇ ਐਕਸ਼ਨਸ, ਦੂਜਿਆਂ ਦੇ ਮਾਈਂਡ ਵਿੱਚ ਕੀ ਚੱਲ ਰਿਹਾ ਹੈ, ਦੂਸਰੇ ਸਾਡੇ ਬਾਰੇ ਕੀ ਸੋਚ ਰਹੇ ਨੇ, ਲੋਕੀ ਸਾਡੇ ਬਾਰੇ ਕੀ ਸੋਚਣਗੇ ਅਗਰ ਅਸੀਂ ਇਹ ਕੀਤਾ ਜਾਂ ਉਹ ਕੀਤਾ, ਹਾਊ ਪੀਪਲ ਥਿੰਕ ਅਬਾਊਟ ਅਸ ਅਗਰ ਅਸੀਂ ਕੁਝ ਕੀਤਾ. ਸੁਸਾਇਟੀ ਦਾ ਇੰਨਾ ਲੋਕਾਂ ਦਾ ਡਰ ਕਿ ਅਸੀਂ ਗੁਣਾਂ ਨੂੰ ਵੀ ਪ੍ਰੈਕਟਿਸ ਕਰਨ ਵਾਲੇ ਪਿੱਛੇ ਹੋ ਜਾਂਦੇ ਹਾਂ. ਅਗਰ ਕੋਈ ਦਹੇਜ, ਅਸੀਂ ਸਾਡੀ ਸੁਸਾਇਟੀ ਵਿੱਚ ਦਾਜ ਦੀ ਪ੍ਰੋਬਲਮ ਹੈ, ਅਸੀਂ ਅਗਰ ਕੋਈ ਮੁੰਡਾ ਆਪਣੇ ਘਰ ਵਿੱਚ ਸਟੈਂਡ ਲੈਂਦਾ ਹੈ ਕਿ ਮੈਂ ਦਹੇਜ ਤੋਂ ਬਿਨਾਂ ਵਿਆਹ ਕਰਨਾ ਹੈ, ਪਰ ਉਹਨੂੰ ਅਗਰ ਆਪੋਜੀਸ਼ਨ ਮਿਲਦਾ ਹੈ ਕਿ ਅਗਰ ਪੇਰੈਂਟਸ ਕਹਿੰਦੇ ਨਹੀਂ ਸਾਨੂੰ ਡੋਰੀ ਚਾਹੀਦੀ ਹੈ, ਤੇ ਉਸ ਕੇਸ ਵਿੱਚ ਅਸੀਂ ਕਈ ਵਾਰ ਉਹ ਸਪਰੈਸ ਹੋ ਕੇ ਅਸੀਂ ਪਿੱਛੇ ਹੋ ਜਾਂਦੇ ਹਾਂ ਔਰ ਅਸੀਂ ਉਸ ਚੀਜ਼ ਨੂੰ ਫੋਲੋ ਨਹੀਂ ਕਰ ਪਾਉਂਦੇ ਹਾਂ. ਤੇ ਬਾਹਰ ਭਰਾਈਏ ਬੈਸਨਾ ਦਾ ਮਤਲਬ ਇਹ ਮੀਨਿੰਗ ਹੈਗਾ ਕਿ ਅਸੀਂ ਦੂਸਰੇ ਦੇ ਹੀ ਐਕਸ਼ਨਸ, ਦੂਸਰੇ ਦੀ ਥਾਟਸ, ਦੂਸਰੇ ਦੀ ਹੀ ਲਾਈਫ ਵਿੱਚ ਅਸੀਂ ਹਮੇਸ਼ਾ ਝਾਕਦੇ ਰਹਿੰਦੇ ਹਾਂ, ਆਪਣੇ ਲਾਈਫ ਵਿੱਚ ਨਹੀਂ ਦੇਖਦੇ, ਆਪਣੇ ਮਨ ਵਿੱਚ ਨਹੀਂ ਦੇਖਦੇ ਸਾਡੀ ਸਟੇਟ ਆਫ ਮਾਈਂਡ, ਸਾਡਾ ਥਾਟ ਪ੍ਰੋਸੈਸ ਕਿਸ ਪਾਸੇ ਨੂੰ ਚੱਲ ਰਿਹਾ ਹੈ. ਸੋ ਇਹ ਇਤਨੀ ਮਤਲਬ ਕਿ ਅਗਰ ਅਸੀਂ ਆਪਣੇ ਅੰਦਰ ਵਾਚ ਕਰਾਂਗੇ ਤਾਂ ਸਾਨੂੰ ਇਹ ਸਮਝ ਆਏਗਾ ਕਿ ਗੁਰੂ ਸਾਹਿਬ ਜਿਹੜੀ ਇਹਦੇ ਵਿੱਚ ਇੱਕ ਬੜੀ ਪੇਨਫੁਲ ਅਵਸਥਾ ਦੱਸ ਰਹੇ ਨੇ ਕਿ ਵੀ ਇਤਨੀ ਪੇਨਫੁਲ ਅਵਸਥਾ ਹੈ ਅਗਰ ਇਹ ਹੈਗੀ ਹੈ ਕਿ ਵੀ ਤੂੰ ਜਿਉ ਸ਼ਰੀਰੋਂ ਲੈ, ਮਤਲਬ ਕਿ ਅਗਰ ਅਸੀਂ ਫਿਜ਼ੀਕਲ ਲੈਵਲ ਤੇ ਵੀ ਸ਼ਬਦ ਨੂੰ ਸਮਝੀਏ ਤਾਂ ਕਹਿੰਦੇ ਕਿ ਐਸੇ ਜੀਣ ਨਾਲੋਂ ਜੀਣਾ ਕੀ. ਪਰ ਗੁਰੂ ਸਾਹਿਬ ਇਸ ਐਂਗਲ ਨਾਲ ਨਹੀਂ ਕਹਿ ਰਹੇ ਨੇ ਫਿਜ਼ੀਕਲ ਲੈਵਲ ਤੇ, ਗੁਰੂ ਸਾਹਿਬ ਤਾਂ ਸਾਨੂੰ ਮਾਨਸਿਕ ਲੈਵਲ ਤੇ ਕਹਿ ਰਹੇ ਨੇ ਕਿ ਬਾਹਰ ਪਰਾਈਏ ਬੈਸਣਾ ਵੀ ਐਸੀ ਥਾਟ, ਬਾਹਰ ਪਰਾਈ ਜਿਹੜੀ ਪਰਾਈ ਥਾਟ ਹੈ ਜਿਹੜੀ ਕਿ ਰੱਬ ਜੀ ਤੋਂ
ਆਪੋਜ਼ਿਟ ਥਾਟ ਹੈ, ਜਿਹੜੀ ਈਵਲ ਵਾਲੀ ਥਾਟ ਹੈ, ਐਸੀ ਥਾਟ ਨਾਲ ਕੀ ਜੀਣਾ, ਐਸੀ ਥਾਟ ਨਾਲ ਜੀਣਾ ਹੈ ਤੇ ਵੀ ਐਸੀ ਵਿਜ਼ਡਮ ਤੂੰ ਮੇਰੇ ਕੋਲੋਂ ਲੈ ਲੈ, ਐਸੀ ਅਕਲ ਤੂੰ ਮੇਰੇ ਕੋਲੋਂ ਲੈ ਲੈ ਕਿ ਵੀ ਜਿਹਦੇ ਨਾਲ ਮੈਨੂੰ ਰੱਬ ਜੀ ਦੀ ਜਿਹੜਾ ਲਿੰਕ ਮੇਰਾ ਹੁੰਦਾ, ਜਿਹਦੇ ਕੋਲੋਂ ਟੁੱਟ ਜਾਂਦਾ ਮੇਰਾ ਲਿੰਕ, ਔਰ ਮਨ ਤੇ ਪੈਰਾ ਦੇਣਾ। ਮੈਨੂੰ ਆਪਣੇ ਲੈਵਲ ਤੇ ਇਹ ਸਮਝ ਆਇਆ ਕਿ ਸਾਨੂੰ ਇਹ ਵਾਚ ਕਰਨਾ ਹੈ ਕਿ ਮੇਰਾ ਉਹ ਕਿਹੜੀ ਥਾਟ ਹੈ ਜਿਹੜਾ ਰੱਬੀ ਗੁਣਾ ਨਾਲ ਮੇਰਾ ਲਿੰਕ ਨੂੰ ਤੋੜਦੀ ਹੈ, ਜਿਹੜਾ ਰੱਬੀ ਗੁਣਾ ਨਾਲ ਮੇਰਾ ਥਾਟ ਪ੍ਰੋਸੈਸ ਨੂੰ ਅਲੱਗ ਕਰਦੀ ਹੈ। ਜਦੋਂ ਤਾਂ ਮੈਨੂੰ ਇਹ ਵਾਚ ਕਰਨਾ ਹੈ ਕਿ ਉਹ ਲਿੰਕ ਕਿਹੜੀ ਥਾਟ ਆਉਂਦੀ ਹੈ ਮੇਰੇ ਮਾਈਂਡ 'ਚ, ਕਿ ਉਹ ਲਿੰਕ ਕਿਵੇਂ ਟੁੱਟ ਜਾਂਦਾ ਹੈ। ਮੈਂ ਚੰਗਾ ਭਲਾ ਇੱਕ ਥਾਟ ਪ੍ਰੋਸੈਸ ਵਿੱਚ ਚੱਲ ਰਿਹਾ ਹੁੰਦਾ, ਪਰ ਮੈਨੂੰ ਕਿਸੇ ਨੇ ਕੁਝ ਆ ਕੇ ਕਹਿ ਦਿੱਤਾ ਤੇ ਮੇਰਾ ਉਹ ਲਿੰਕ ਬ੍ਰੇਕ ਹੋ ਗਿਆ। ऐसी केड़ी थॉट मेरे, अगर कई बार मैंने कोई मेरे मुताबिक नहीं चल रहे फॉर एग्जांपल, और मेरे अंदर आ गया नहीं यार मेरे जो मैं कह रहा हूँ ठीक है, उन्हें मेरा जिवें लिंक टुटिया ना कि मैं ठीक हाँ, तां मैनू असी कह सकते हैं कि ए पराई होगी थॉट, और मैं पराई थॉट दे बूहे ते जाके बैठ गया। हुण मेरे सारे एक्शंस उस तरीके नाल ही होणगे, उन सारे मेरे एक्शन नेगेटिव ही होणगे। सो मैनू ये लगता है कि मन ते पैरा देना यही हैगा कि असी रब्बी गुणा वाली थॉट दे अकॉर्डिंग वो लिंक किवें ब्रेक हो जाता साडे कोलों, असी ये वॉच करिए। जो वीर जी ने भी पॉइंट सानू समझाया है कि भी अमृत लूटे मनमुख नहीं बूझे, कोई ना सुने पुकारा वाली जो स्टेट ऑफ माइंड है, वो असी पछाण सकीए कि भी वो किवें साडी वो लिंक रब्बी गुणा तो टूट जाता है। वाहिगुरू जी का खालसा, वाहिगुरू जी की फतेह। ਥੈਂਕ ਯੂ ਪ੍ਰੀਤ ਜੀ। ਹਾਂਜੀ ਥੈਂਕ ਯੂ। ਜਦੋਂ ਮੈਂ ਸਾਂਝ ਕਰ ਰਿਹਾ ਸੀ ਕਿ ਜਦੋਂ ਮੇਰਾ ਅੰਮ੍ਰਿਤ ਲੁੱਟਿਆ ਜਾਂਦਾ ਹੈ, ਮਾਨੋ ਮੇਰੇ ਚੰਗੇ ਗੁਣ ਲੁੱਟੇ ਜਾ ਰਹੇ ਨੇ। ਧਾਰਮਿਕ ਦੁਨੀਆ ਵਿੱਚ ਹਮੇਸ਼ਾ ਕਾਮ ਕ੍ਰੋਧ ਹੰਕਾਰ ਦੀ ਨਿੰਦਾ ਕੀਤੀ ਗਈ ਹੈ, ਪਰ ਗੁਰਮਤ ਇਹਨੂੰ ਐਸ ਬੁਰੀ ਨਜ਼ਰ ਨਾਲ ਨਹੀਂ ਵੇਖਦੀ। ਗੁਰਮਤ ਇਹ ਕਹਿੰਦੀ ਹੈ ਇਹਨਾਂ ਨੂੰ ਠੀਕ ਢੰਗ ਦੇ ਨਾਲ ਹੁਕਮ ਰਜ਼ਾਈ ਚੱਲਣਾ ਦੇ ਹਿਸਾਬ ਦੇ ਨਾਲ, ਠੀਕ ਤਰੀਕੇ ਨਾਲ ਜੋ ਤੁਧ ਭਾਵੇਂ ਸਾਈ ਭਲੀਕਾਰ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਮੈਨੇਜ ਕਰਨਾ ਸਿੱਖ, ਇਹ ਵੈਰੀ ਮਿੱਤਰ ਹੋ ਜਾਣਗੇ। ਪਰ ਜਿਉਂ ਹੀ ਇਹ ਗੁਣ ਲੁੱਟੇ ਗਏ ਅੰਮ੍ਰਿਤ ਵਾਲੇ, ਵਰਚੂਜ਼ ਵਾਲੇ, ਤਾਂ ਪਤਾ ਕੀ ਹੋਇਆ? ਮੱਤ ਮਰ ਗਈ। ਮੱਤ ਮਰਨ ਸਾਰ ਇਹ ਸਾਰੇ ਜੰਮ ਬਣ ਗਏ, ਕਾਮ ਕ੍ਰੋਧ ਹੰਕਾਰ ਜੰਮ ਬਣ ਗਏ। ਇਹਨਾਂ ਨੂੰ ਮਿੱਤਰ ਬਣਾਉਣਾ ਸੀ, ਮਿੱਤਰ ਬਣਾਉਣ ਵਾਸਤੇ ਮੱਤ ਚਾਹੀਦੀ ਹੈ। ਮੱਤ ਮਤਲਬ ਵਿਵੇਕ ਬੁੱਧੀ ਚਾਹੀਦੀ ਹੈ। ਵਿਵੇਕ ਬੁੱਧੀ ਮੱਤ ਦਾ ਮਤਲਬ ਸੁਰਤ ਹਮੇਸ਼ਾ ਚੰਗੇ ਪਾਸੇ ਚਾਹੀਦੀ ਹੈ। ਮੈਂ ਸੁਰਤ ਨੀਵੀਂ ਰੱਖੀ ਹੋਈ ਸੀ, ਮਨੂੰ ਮਨ ਨੀਵਾਂ ਕਰਨਾ ਸੀ। ਉੱਚਾ ਚਰਨ ਰੱਖਣ ਵਾਸਤੇ ਸੁਰਤ ਉੱਚੀ ਰੱਖਣੀ ਸੀ। ਮੈਂ ਇਲ ਬਣ ਗਿਆ, ਮੈਂ ਕੁੱਤਾ ਬਣ ਗਿਆ, ਮੈਂ ਕਾਂ ਬਣ ਗਿਆ, ਮੈਂ ਨਿੰਦਕ ਬਣ ਗਿਆ, ਮੈਂ ਬਗਲਾ ਬਣ ਗਿਆ। ਸਾਡੀ ਜ਼ਰਾ ਜੀ ਕੋਈ ਗਲਤੀ ਕੱਢੇ ਨਾ, ਮੇਰੇ ਕੀਤੇ ਕੰਮ ਦੀ ਕੋਈ ਗਲਤੀ ਕੱਢੇ, ਅਸੀਂ ਇੱਕਦਮ ਮੈਨੂੰ ਯੈਲ ਕਰਕੇ ਪੈਂਦੀ ਆ ਨਾ, ਇਹ ਕਿਵੇਂ ਕਹਿ ਦਿੱਤਾ। ਮੈਨੂੰ ਇੱਕ ਬੜੀ ਪੁਰਾਣੀ ਗੱਲ ਯਾਦ ਆ ਰਹੀ ਹੈ ਕਿ ਬਾਥਰੂਮ ਦੇ ਨਾ ਸਿੰਕ ਲੱਗਾ ਹੁੰਦਾ ਸੀ। ਉਹ ਸਿੰਕ ਦੇ ਅੰਦਰ ਨਾ ਇਸ ਤਰ੍ਹਾਂ ਪਾਈਪ ਫਿੱਟ ਕਰਦੇ ਸੀ। ਉਹ ਜਦੋਂ ਉੱਪਰੋਂ ਪਾਣੀ ਚਲਾਓ ਤਾਂ ਸਿੰਕ ਤੋਂ ਪਾਣੀ ਜਿਹੜਾ ਜੁਆਇੰਟ ਇਹਨਾਂ ਦੇ ਤੋਂ ਲੀਕ ਕਰਦਾ ਰਹਿੰਦਾ ਸੀ। ਹੁਣ ਕੋਈ ਬੰਦਾ ਕਵੇ ਕਿ ਤੁਸੀਂ ਅੱਜ ਨਵਾਂ ਬੰਦਾ ਬੁਲਾਇਆ, ਇਹ ਬੰਦੇ ਨੇ ਪਤਾ ਕੀ ਕੀਤਾ, ਅੰਦਰ ਟੇਪ ਲਗਾ ਕੇ ਫਿਰ ਇਹ ਜੁਆਇੰਟ ਫਿਕਸ ਕਰ ਦਿੱਤਾ। ਹੁਣ ਪਾਣੀ ਨਹੀਂ ਡਿੱਗ ਰਿਹਾ। ਪਰ ਮੈਂ ਪਤਾ ਕੀ ਕਹਿ ਰਿਹਾ, इतने सालों तो मैं सिंक लगांदा आया हुआ, इतने सालों तो मैं जॉइंट लगांदा आया हुआ, मेरी गलती कट दी। इंज सस कहती है, इंज नूह कहती है, इंज मां प्यो कहते ने, इंज बॉस कहता है। अपना पुराना कीता होया जतलाना, ओनू इंपोज करना, अपनी गलती ना समझना। जो नवा एक तरीका अपनाया गया है, पाइप लाया गया है, ਉਹਦੇ ਅੰਦਰ ਇਨਸੂਲੇਸ਼ਨ ਲਗਾਈ ਗਈ ਹੈ, ਭਾਵੇਂ
कपड़ा बनने है ते भावें प्लास्टिक दी टेप बननी है, हुण पानी नहीं टपकदा, लेट अस एक्सेप्ट इट। बस मत मर गई, एक्सेप्ट नहीं कीता, उच्चा आचरण नहीं रहा, डर भी गए, डराना भी शुरू कर दिता, यल करना भी शुरू कर दिता। मत मर गई, अमृत लूटिया हो गया, मत मर गई, हर बिसरत हो गया, मत मर गई, गुण गलिया हो गया, क्वालिटीज वर्च्यूज सब रह गईया, सब गईया, हर बिसरत तेरे गुण गलिया हो गया। हुण पता की होएगा, जदों मत मर गई ना, हुण मैं पशु वाली बिरती बरतांगा, करतूत पशु की जात हुण बनांगा। That's how, in spite of transforming, in spite of elevating, ਅਸੀਂ ਥੱਲੇ ਜਾਈ ਜਾਂਦੇ ਆ, ਡੇ ਬਾਈ ਡੇ ਥੱਲੇ ਜਾਈ ਜਾਂਦੇ ਆ। ਸਿੱਖਣਾ ਸੀ ਉੱਪਰ ਜਾਣਾ। ਅੱਜ ਦੇ ਟੌਪਿਕ ਵਿੱਚ ਉੱਪਰ ਜਾਣ ਵਾਸਤੇ ਮਨ ਤੇ ਹਰ ਵਕਤ ਪਹਿਰਾ ਦੇਣਾ। ਮੈਂ ਕਿੱਥੋਂ ਥੱਲੇ ਖਿਸਕਦਾ ਹਾਂ, ਮੈਂ ਕਿੱਥੋਂ ਅਵਤਰਣ ਹੁੰਦਾ ਹੈ, ਮੈਂ ਕਿੱਥੋਂ ਡੀ ਵੈਲਿਊ ਕਰਦਾ ਜਾ ਰਿਹਾ ਆਪਣੇ ਕਰੈਕਟਰ ਦੀ, ਮੈਂ ਕਿੱਥੋਂ ਚੰਗੇ ਗੁਣ ਛੋੜਦਾ ਜਾ ਰਿਹਾ ਹਾਂ। ਇੰਟਰੋਸਪੈਕਸ਼ਨ, ਅੰਦਰ ਦੇ ਮੰਦਰ ਦੇ ਧੱਕੇ ਪੈਣ ਦੀ ਬਜਾਏ ਅੰਦਰ ਦੇ ਮੰਦਰ ਜਾਣ ਦਾ ਰਸਤਾ ਖੁੱਲ ਗਿਆ। उत्तम से दर उत्तम कहिए वाल बनन लग पिया, सिमरन प्राप्त हो रहा, सिमरन दी बख्शिश प्राप्त हो रही है। आई एम लर्निंग हाउ टू लिव, आई एम लर्निंग हाउ टू बिहेव, आई एम लर्निंग नॉट टू बिहेव लाइक डॉग, आई एम लर्निंग नॉट टू इम्पोज ऑन अदर्स। ਕਰਦੇ ਆ ਨਾ ਗੱਲ ਗੱਲ ਤੇ ਇੰਪੋਜ਼, ਕਰਦੇ ਆ ਨਾ ਯੈਲ ਦੂਜਿਆਂ ਤੇ, ਉੱਚਾ ਬੋਲਦੇ ਆ ਨਾ, ਆਪਣੀ ਲਿਸਨਿੰਗ ਨਹੀਂ ਹੈ ਨਾ। ਜਿਹੜਾ ਫਰੀਦ ਜੀ ਸਾਨੂੰ ਆਪ ਸਵਾਰੇ ਮੈਂ ਮਿਲੇ ਕਹਿ ਰਹੇ ਨੇ, ਉਹ ਨਹੀਂ ਬਣਿਆ ਨਾ। ਸੋ ਅਸੀਂ ਆਪਣਾ ਬਿਹੇਵੀਅਰ ਚੈੱਕ ਕਰਾਂਗੇ। ਆਪਣਾ ਬਿਹੇਵੀਅਰ ਚੈੱਕ ਕਰਨ ਵੇਲੇ ਤੁਸੀਂ ਹਰਪ੍ਰੀਤ ਜੀ ਬੜਾ ਸੋਹਣਾ ਪੁਆਇੰਟ ਬੋਲਿਆ, ਨੈ ਬਿਲੰਗ ਧਰਮੰ ਬਿਲੰਗ ਪਾਪੰ। ਤਾਂ ਆਪਣਾ ਬਿਹੇਵੀਅਰ ਚੈੱਕ ਕਰਨ ਵੇਲੇ ਵਰਚੂਜ਼ ਦੀ ਪ੍ਰੈਕਟਿਸ ਕਰਨ ਵਾਸਤੇ ਤਾਂ ਦੇਰੀ ਨਹੀਂ ਕਰਾਂਗੇ, ਪਰ ਈਵਲਸ ਦੀ ਪ੍ਰੈਕਟਿਸ ਕਰਨ ਵੇਲੇ ਲੱਖਾਂ ਵਾਰੀ ਸੋਚਾਂਗੇ। ਜੇ ਲੱਖਾਂ ਵਾਰੀ ਸੋਚਾਂਗੇ, ਉਹ ਫ੍ਰੈਕਸ਼ਨ ਆਫ ਸੈਕਿੰਡ ਦੇ ਅੰਦਰ ਦੂਰੀ ਬਣ ਜਾਏਗੀ, ਉਹ ਗੈਪ, ਉਹ ਖਾਈ ਬਣ ਜਾਏਗੀ। ਉਹਦੇ ਤੇ ਬੈਡ ਐਕਸ਼ਨ ਕਰਨ ਦੀ ਬਜਾਏ ਸੋਚਾਂਗੇ। ਆਸਤਾ ਆਸਤਾ ਉਹ ਵਾਲਾ ਮੰਦਾ ਫੁਰਨਾ ਨਹੀਂ ਆਇਆ ਕਰੇਗਾ। ਮੰਦਾ ਫੁਰਨਾ ਮੈਨੂੰ ਨਾ ਆਇਆ ਕਰੇ, ਮਨ ਤੇ ਹਰ ਵਕਤ ਪਹਿਰਾ ਦੇਣਾ। मैनू हरप्रीत दा कोई नुक्स नजर आ गया और मैं 10 बंदे आगे बोल आया, हरप्रीत तो ऐसा 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 ऐसा, मैं कर देती निंदा। मैं सोचिया ही नहीं कि मैं हरप्रीत नाल प्यार नाल बैठ के फिक्स अप भी कर सकदा, मैं ग्रेसफुल लफ्जां दे नाल हरप्रीत नू कह सकदा कि यह काम इंज हो सकदा है, बजाय इसदे कि बाहर निंदा कर करके हरप्रीत नू भंडा। बस बिलंग पापं, डिले vices, delay working on vices, don't delay working on virtues। बस मन ते हर वक्त पहरा देना। सब तो पहला पॉइंट रहेगा, दूसरों के ऊपर पहरा नहीं देना, दूसरों के अवगुण नहीं फरोलने। दूसरों का अवगुण पता लग गया है तो अपने मन के ऊपर पहरा देना है, मन अपने से बुरा मिटाना। मैंने इसके पर्दे फाश नहीं करने, मैंने इसकी निंदा नहीं करनी, मैंने इसके गंदे कपड़े नहीं धोने,
मैं वॉशिंग मशीन नहीं हूं जो लोगों के कपड़े धोऊं। कबीर साहब कहते हैं निंदक हमरे कपड़े धोए, ਅਸੀਂ वॉशिंग मशीन, ਅਸੀਂ ਧੋਬੀ ਹਾਂ। बस सिमरन स्टार्ट्स कि मैं धोबी नहीं हाँ। I don't have to devalue anybody. I don't have to do any assassination of character. किसी दे करैक्टर ਦਾ assassination ਮੈਨੂੰ नहीं करना। मन ਨੂੰ निर्गुण राख लिया संतन का सदका, सतगुर टाक लिया मोए पापी पढ़दा। सतगुर पढ़दे टकदा, मैं सतगुर कोल सिੱਖਿਆ, मेरा मन सतगुर बन गया, उन्हें पढ़दे कजदा है, अपने ते पैरा देंदा है, दूजियां दे पढ़दे कजदा है। That's how we are fixed up. मन ते हर वक्त पहरा देना। हाँ जी जुजार जी, हुण तुसी क्वेश्चंस ले सकते हो, ਤੁਹਾਡਾ टाइम कितना हो गया देख लो। हाँ जी अर्पित जी कुछ कह रहे हो? शेयरिंग क्वेश्चंस। एक शेर याद आ रहा ਸੀਗਾ कि अपनी पड़चोल बारे वो गालिब कहता है कि उम्र भर गालिब यही गलती करता रहा, धूल चेहरे पे थी और आईना साफ करता रहा। वाह जी वाह, वाह जी वाह, ग्रेट। दोबारा बोलते। गालिब उम्र भर यही गलती करता रहा, धूल चेहरे पे थी, आईना साफ करता रहा। बहुत बढ़िया। ਜਿਹੜੀ ਗੱਲ अर्पित जी कह रहे सर, सबसे बड़ा रोग क्या कहेंगे लोग कि दुनिया ਦੇ ਡਰ ਕਰਕੇ ਅਸੀਂ ਸੱਚ ਤੋਂ ਟੁੱਟੇ ਰਹਿੰਦੇ ਆ। ਸੋ ਕਿਉਂਕਿ ਸਾਨੂੰ ਸੱਚ ਦੇ ਉੱਤੇ ਦ੍ਰਿੜਤਾ ਨਹੀਂ ਹੁੰਦੀ ਕਿ ਅਸੀਂ ਇਸ ਦੇ ਉੱਤੇ ਪਹਿਰਾ ਦੇਣਾ ਹੈਗਾ, that is more important। तो एक सवाल साडे को आया जी, पूछ रहे हैं कि sometimes self realization is for short time, I realized then improve but couldn't manage it to keep on right track for longer sometimes, and then again end up doing the same thing which I need to stop। सच ते पैरा is not prolonged, लंबा नहीं चलता, थोड़े टाइम बाद ਅਸੀਂ ਉਸ ਤੋਂ ਡਿੱਗ ਜਾਂਦੇ ਹਾਂ, ਆਪਣੇ ਸਾਡਾ ਅਵਤਰਨ ਹੋ ਜਾਂਦਾ ਹੈ। ਉਹ ਕਿਉਂ ਹੁੰਦਾ ਹੈ, ਉਹਦੇ ਬਾਰੇ ਸਵਾਲ ਆਇਆ। ਤੁਸੀਂ ਉਹਨੇ ਇੱਕ ਸੈਂਟੈਂਸ ਵਿੱਚ ਸਿੰਪਲ ਉਹਨੂੰ ਹਿੰਦੀ ਹੈ ਪੰਜਾਬੀ ਚ ਸੁਣਾਓ। ਕਿ ਅਸੀਂ ਸੱਚ ਦੀ ਵਿਚਾਰ ਸੁਣਦੇ ਪਏ ਹਾਂ, ਅਸੀਂ ਇੰਨੇ ਟਾਈਮ ਤੋਂ ਸੁਣਦੇ ਪਏ ਹਾਂ, ਸਾਨੂੰ ਸਮਝ ਵੀ ਆਉਂਦੀ ਹੈ, ਬਟ ਜਦੋਂ ਅਸੀਂ ਉਸਦੇ ਉੱਤੇ ਤੁਰਨਾ ਹੁੰਦਾ ਇਟ ਇਜ਼ ਫॉर ਅ ਮੋਮੈਂਟ, ਛੋਟਾ ਮੋਮੈਂਟਰੀ ਟਾਈਮ ਵਾਸਤੇ ਅਸੀਂ ਉਸਨੂੰ ਕਰ ਪਾਉਂਦੇ, ਬਟ ਫਿਰ ਅਸੀਂ ਉਸ ਤੋਂ ਡਿੱਗ ਕੇ ਜਾਂਦੇ ਹਾਂ। ਅਸੀਂ ਉਸ ਦੇ ਉੱਤੇ ਕੰਸਿਸਟੈਂਟ ਕਿਉਂ ਨਹੀਂ ਰਹਿ ਪਾਉਂਦੇ? ਕਿਉਂਕਿ ਅਸੀਂ ਉਹਦੀ ਵੈਲਿਊ ਹੀ ਨਹੀਂ ਜਾਣਦੇ। ਓਕੇ, ਅਸੀਂ ਤੈਨੂੰ ਮੈਨੂੰ ਇੱਕ ਦੂਜੇ ਨੂੰ ਦਿਖਾਉਣ ਵਾਸਤੇ ਟੈਂਪਰੇਰੀ ਸ਼ਰੀਫ ਬਣ ਕੇ ਟੈਂਪਰੇਰੀ ਚੰਗਾ ਕੰਮ ਕਰ ਦਿੰਦੇ। ਜੇ ਵੈਲਿਊ ਜਾਣਦੇ ਆ ਨਾ ਤਾਂ ਉਹ ਅਮੁੱਲ ਗੁਣਾ ਦੀ ਵੈਲਿਊ ਹੁੰਦੀ ਹੈ। ਅਮੁੱਲ ਗੁਣਾ ਦਾ ਵਪਾਰ, ਅਮੁੱਲ ਗੁਣਾ ਦੇ ਵਪਾਰ ਦੀ ਵੈਲਿਊ ਕਿਤਨੀ ਲਗਾਓਗੇ? ਜੋ ਅਮੁੱਲ ਗੁਣਾ ਦੀ ਵਪਾਰ ਦੀ ਵੈਲਿਊ ਜਾਣਦਾ ਹੈ ਨਾ, ਉਹ ਇਹ ਹੀਰੇ ਰਤਨ ਜਵਾਹਰ ਉਹ ਇਹਨਾਂ ਨੂੰ ਕੀਮਤੀ ਸਮਝਦਾ ਹੈ। ਥੋੜੇ ਹੁੰਦੇ ਨੇ, ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਭਰੀ, ਉਹ ਸੰਭਾਲ ਕੇ ਰੱਖਦਾ ਹੈ। ਇਹ ਤਿੱਲਾਂ ਨੂੰ ਹੱਥੋਂ ਡਿੱਗਣ ਨਹੀਂ ਦਿੰਦਾ। ਉਹ ਹਰ ਬਿਸਰਤ ਤੇਰੇ ਗੁਣ ਗੱਲਿਆ ਕਰਨ ਉੱਤੇ ਵਾਚ ਕਰਦਾ ਹੈ ਕਿ ਨਹੀਂ ਕਰਨ ਦੇਣੇ। ਵਾਚਿੰਗ ਨਾ, we are being watched by whom? God। God ਕਿੱਥੇ ਹੈ? ਮੇਰੇ ਅੰਦਰ, ਮੇਰੇ ਅੰਦਰੋਂ I am being watched। ਜੇ ਮੈਂ ਚੰਗੇ ਗੁਣ ਛੱਡਦਾ ਇਹਦਾ ਮਤਲਬ ਮਤ ਮਰ ਗਈ ਹੈ, ਵਾਚਿੰਗ ਬਲਾਈਂਡ ਹੋ ਗਈ ਹੈ, ਨਜ਼ਰ ਹੀ ਨਹੀਂ ਆ ਰਿਹਾ। ਵਿਵੇਕ ਬੁੱਧੀ ਬਲਾਈਂਡ ਹੋ ਗਈ ਹੈ, ਨਜ਼ਰ ਹੀ ਨਹੀਂ ਆ ਰਿਹਾ। ਕਈ ਵਾਰੀ ਤੁਸੀਂ ਦੇਖਿਆ ਹੋਣਾ ਉਹ ਫਿਲਮਾਂ ਦਿਖਾਉਂਦੇ ਨਾ, ਇਨਸਾਫ ਅੰਧਾ ਹੈ। ਉਹ ਮੂਰਤੀ ਬਣੀ ਹੁੰਦੀ ਹੈ ਕਚਹਿਰੀ ਦੀ, ਤਾਂ ਮੂਰਤੀ ਉੱਤੇ ਪੱਟੀ ਬੰਨੀ ਹੁੰਦੀ ਹੈ। ਸਾਡੀ ਪੱਟੀ ਵੱਜ ਗਈ, ਮਨੂ ਵਿਵੇਕ ਬੁੱਧੀ ਐਨਾਲਿਸਿਸ ਕਰਨਾ ਆ ਹੀ ਨਹੀਂ ਰਿਹਾ, ਮਤ ਵਰਤਣੀ ਨਹੀਂ ਆ ਰਹੀ। ਉਹ ਮਤ ਵਰਤ ਲਈ ਹੈ, ਅਵਗੁਣ ਕਰਨਾ ਚਾਹ ਰਿਹਾ ਵਾਂ, ਗੁਣਾ ਦਾ ਪੱਲਾ ਛੋੜ ਦਿੱਤਾ। ਹਰ ਵੇਲੇ ਵਾਚ ਕਰਨ ਦਾ ਮਤਲਬ ਇਹੀ ਹੋਇਆ, this is the moment, I should not leave it।
ਮੈਂ ਚੰਗਾ ਗੁਣ ਨਾ ਛੋੜਾਂ। ਚੰਗੇ ਗੁਣਾਂ ਦਾ ਪੱਲਾ ਫੜ ਕੇ ਰੱਖਣਾ ਕੀ ਕਹਿਲਾਂਦਾ ਹੈ? ਚੰਗੇ ਗੁਣਾਂ ਦਾ ਪੱਲਾ ਫੜਨਾ ਕਹਿਲਾਂਦਾ ਹੈ ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਮੈਂ ਅਵਗੁਣਾਂ ਨੂੰ ਆਪਣੇ ਬੈਡ ਰਿਲੇਟਿਵਸ ਸਮਝਦਾ ਸੀ, ਉਹਨਾਂ ਨੂੰ ਮੈਂ ਛੋੜਿਆ ਹੋਇਆ ਹੈ। ਉਹਨਾਂ ਨੂੰ ਮੈਂ ਆਪਣੇ ਰਿਸ਼ਤੇਦਾਰ ਸਮਝਦਾ ਸੀ, ਫਰੈਂਡ ਸਮਝਦਾ ਸੀ, ਮੈਂ ਉਹ ਛੋੜ ਦਿੱਤੇ ਤਾਂ ਉਹ ਪੱਲੇ ਤੈਂਡੇ ਲਾਗੀ। ਜਦੋਂ ਪੱਲੇ ਲੱਗ ਜਾਂਦੇ ਆ ਨਾ ਤਾਂ ਅਵਗੁਣਾ ਵਾਲੇ ਰਿਸ਼ਤੇਦਾਰ, ਅਵਗੁਣੀ ਰੂਪੀ ਰਿਸ਼ਤੇਦਾਰ ਕੁੜਾਵੇ ਹੋ ਗਏ। ਜਿਹਨੂੰ ਕੁੜਾਵੇ ਨਹੀਂ ਲੱਗੇ ਉਹ ਇਥੋਂ ਚਤਰਾਈ ਦੇ ਨਾਲ ਇੰਜ ਪੇਸ਼ ਕਰੇਗਾ ਜੋ ਛਿਦਰ ਦੇਖ ਨਿੰਦਕ ਉਮਾ ਹੈ। ਦੂਜੇ ਦਾ ਅਵਗੁਣ ਪਤਾ ਲੱਗਿਆ, ਇਤਨੀ ਟ੍ਰਿਕ ਦੇ ਨਾਲ, ਟੈਕਨੀਕ ਦੇ ਨਾਲ, ਇਤਨੀ ਚਤਰਾਈ ਦੇ ਨਾਲ ਨਿੰਦਕ ਚੁਗਲਖੋਰ ਟੁਰਦੇ ਟੁਰਦੇ ਚੁਗਲੀ ਕਰ ਜਾਂਦੇ ਆ ਨਾ। ਜੀ ਹਾਂਜੀ ਅਵਗੁਣ ਨੂੰ ਹਾਈਲਾਈਟ ਕਰਦੇ ਹਾਂ, ਗੁਣਾਂ ਨੂੰ ਕਦੀ ਪ੍ਰਾਇੋਰਟੀ ਦਿੱਤੀ ਹੈ। ਜਿਸ ਦਿਨ ਪ੍ਰਾਇੋਰਟੀ ਦੇ ਦਿਆਂਗੇ ਸ਼ਾਇਦ ਉਹ ਸਾਡੇ ਜੀਵਨ ਦਾ ਆਧਾਰ ਬਣ ਜਾਏਗਾ। ਸਾਡੇ ਨਾਲ ਨਾ ਡਾਕਟਰ ਸੁਪ੍ਰੀਤ ਸਿੰਘ ਜੀ ਵੀ ਹੈਗੇ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ। ਹਾਂਜੀ ਸੁਪ੍ਰੀਤ ਜੀ ਪਲੀਜ਼, ਤੁਹਾਡਾ ਕੈਮਰਾ ਆਫ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੁਝਾਰ ਜੀ, ਇਨਵਾਈਟ ਕੀਤਾ ਮੈਨੂੰ। ਥੈਂਕ ਯੂ ਫॉर द ਸ਼ੇਅਰਿੰਗ ਵੀਰ ਜੀ, ਬਹੁਤ ਸੋਹਣਾ ਤੁਸੀਂ ਸਮਝਾ ਰਹੇ ਹੋ ਔਰ ਬਹੁਤ ਐਕਚੁਅਲੀ ਪੁਆਇੰਟਸ ਕਲਿੱਕ ਕਰ ਰਹੇ ਨੇ। ਔਰ ਕੱਲ ਨਾ ਮੈਂ ਟਰੈਵਲ ਕਰ ਰਿਹਾ ਸੀ ਤੇ ਮੈਂ ਸੈਮੀਨਾਰ ਸੁਣ ਰਿਹਾ ਸੀ ਜਿਹੜਾ ਲੇਟੈਸਟਲੀ ਉਹਨੇ ਵੀਰ ਜੀ ਨੇ ਕੀਤਾ ਸੀ, ਹੱਕ ਦੀ ਕਮਾਈ। ਤੇ ਉਹਦੇ ਵਿੱਚ ਤਾਂ ਬਹੁਤ ਸਾਰੇ ਪੁਆਇੰਟਸ ਆਏ ਤੇ ਹੁਣੇ ਜਿਵੇਂ ਵਿੰਦਰੀ ਭੂਆ ਜੀ ਕਹਿ ਰਹੇ ਸਨ ਨਾ, ਅਸੀਂ ਵਰਕਸ਼ਾਪ ਕਰਾਉਂਦੇ ਹਾਂ ਤੇ ਇੱਕ ਕਾਲਮ ਬਣਾਉਂਦੇ ਨੇ ਬੱਚੇ ਜਿਹਦੇ ਵਿੱਚ ਉਹ ਨੈਗੇਟਿਵ ਕੀਤੇ ਨੇ ਉਹ ਉਹਨੂੰ ਮੈਂਸ਼ਨ ਕਰਦੇ ਨੇ, ਅੱਛਾ ਕੀਤਾ ਫਿਰ ਉਸ ਨੂੰ ਮੈਂਸ਼ਨ ਕਰਦੇ ਨੇ। ਤੇ ਕੱਲ ਜਦੋਂ ਮੈਂ ਸੈਮੀਨਾਰ ਸੁਣ ਰਿਹਾ ਸੀ ਨਾ, ਮੇਰੇ ਦਿਮਾਗ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਆ ਰਹੀਆਂ ਸਨ, ਕਿਉਂਕਿ ਜਦੋਂ ਅਸੀਂ ਲੋਕ ਟਰੀਟ ਕਰਦੇ ਹਾਂ ਨਾ ਪੇਸ਼ੈਂਟਸ ਨੂੰ ਤੇ ਉਹਨਾਂ ਨੂੰ ਕੁਝ ਚੀਜ਼ਾਂ ਅਸੀਂ ਦੱਸਦੇ ਹਾਂ ਜਿਨ੍ਹਾਂ ਨੂੰ ਐਫਰਮੇਸ਼ਨਸ ਵੀ ਕਹਿ ਸਕਦੇ ਹੋ। ਜਿਵੇਂ ਕਈਆਂ ਨੇ ਆਪਣਾ ਬਿਲੀਵ ਬਣਾ ਲਿਆ ਹੁੰਦਾ ਕਿ ਮੈਂ ਬਿਮਾਰ ਹਾਂ, ਮੈਂ ਠੀਕ ਹੀ ਨਹੀਂ ਹੋ ਸਕਦਾ ਜਾਂ ਮੈਂ ਠੀਕ ਹੀ ਨਹੀਂ ਹੋ ਸਕਦੀ। ਤੇ ਉਸ ਤਰ੍ਹਾਂ ਦਾ ਮੈਂ ਕੁਝ ਐਫਰਮੇਸ਼ਨਸ ਬਣਾਏ ਉਸੇ ਸੈਮੀਨਾਰ ਦੇ ਵਿੱਚੋਂ ਸੁਣ ਕੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਤੇ ਜਿਸ ਤਰ੍ਹਾਂ ਕਹਿ ਸਕਦੇ ਹਾਂ, ਹਰ ਮਨੁੱਖ ਪਿਆਰ ਦਾ ਹੱਕਦਾਰ ਹੈ ਤੇ ਮੈਨੂੰ ਸਭ ਨੂੰ ਇਹ ਹੱਕ ਦੇਣਾ ਹੈ। ਆਹਾ, ਇਹ ਮੈਂ ਸਵੇਰੇ ਉੱਠ ਕੇ ਇੱਕ ਵਾਰੀ ਰਿਪੀਟ ਕਰਾਂ ਇਹਨੂੰ ਜਾਂ ਆਪਣੇ ਦਿਨ ਵਿੱਚ ਯਾਦ ਰੱਖਾਂ ਇਹਨੂੰ, ਇਹ ਮੇਰੇ ਵਾਸਤੇ ਐਫਰਮੇਸ਼ਨ। ਹਰ ਮਨੁੱਖ ਪਿਆਰ ਦਾ ਹੱਕਦਾਰ ਹੈ ਤੇ ਮੈਨੂੰ ਇਹ ਹੱਕ ਸਭ ਨੂੰ ਦੇਣਾ ਹੈ। ਹੁਣ ਮੈਂ ਘਰੋਂ ਨਿਕਲਿਆ ਵਾਂ ਤੇ ਮੈਂ ਸਭ ਨੂੰ ਪਿਆਰ ਕਰ ਰਿਹਾ ਕਿਉਂਕਿ ਮੇਰੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਸਭ ਪਿਆਰ ਦੇ ਹੱਕਦਾਰ ਨੇ ਤੇ ਮੈਂ ਸਭ ਨੂੰ ਪਿਆਰ ਦੇਣਾ ਹੈ। ਦੂਜਾ ਐਫਰਮੇਸ਼ਨ ਇਹਦੇ ਵਿੱਚ ਆਉਂਦਾ ਹੈ, ਹਰ ਮਨੁੱਖ ਰਿਸਪੈਕਟ ਦਾ ਹੱਕਦਾਰ ਹੈ ਤੇ ਮੈਂ ਸਭ ਨੂੰ ਰਿਸਪੈਕਟ ਦੇਣੀ ਹੈ। ਹੁਣ ਭਾਵੇਂ ਉਹ ਰਿਸ਼ਤੇ ਵਾਲਾ ਹੈ ਤੇ ਭਾਵੇਂ ਉਹ ਅੰਦਰ ਵਾਲਾ ਹੈ, ਭਾਵੇਂ ਉਹ ਰੇੜੀ ਵਾਲਾ ਹੈ, ਭਾਵੇਂ ਮੇਰੇ ਤੋਂ ਉੱਚੇ ਦਰਜੇ ਦਾ ਹੈ, ਪਰ ਮੈਂ ਸਭ ਨੂੰ ਰਿਸਪੈਕਟ ਦੇਣੀ ਹੈ, ਭਾਵੇਂ ਨੀਵੇਂ ਦਰਜੇ ਦਾ ਹੈ, ਭਾਵੇਂ ਉੱਚੇ ਦਰਜੇ ਦਾ ਹੈ। ਵਾਹ, ਇਹ ਮੈਂ ਆਪਣੇ ਆਪ ਨੂੰ ਐਫਰਮੇਸ਼ਨ ਦੇਣਾ ਹੈ। ਤੇ ਤੀਜਾ ਐਫਰਮੇਸ਼ਨ ਮੈਂ ਲਿਖਿਆ, ਹਰ ਮਨੁੱਖ ਦਾ ਹੱਕ ਹੈ ਉਸ ਨੂੰ ਉਸ ਦਾ ਹੱਕ ਮਿਲੇ ਤੇ ਇਹ ਹੱਕ ਮੈਂ ਸਭ ਨੂੰ ਦੇਣਾ ਹੈ। ਤੇ ਜਦ ਗੱਲ ਆ ਗਈ ਕਿ ਹਰ ਮਨੁੱਖ ਦਾ ਹੱਕ ਹੈ ਕਿ ਉਸ ਨੂੰ ਉਸ ਦਾ ਹੱਕ ਮਿਲੇ ਤੇ ਇਹ ਹੱਕ ਮੈਂ ਸਭ ਨੂੰ ਦੇਣਾ ਹੈ, ਤੇ ਮੇਰਾ ਵੀ ਹੱਕ ਹੈ ਕਿ ਮੈਂ ਸਾਰਿਆਂ ਨੂੰ ਉਹਦਾ ਹੱਕ ਦੇਵਾਂ। ਮੇਰਾ ਹੱਕ ਹੈ ਕਿ ਮੈਂ ਸਾਰਿਆਂ ਨੂੰ ਸਾਰਿਆਂ ਦੇ ਹੱਕ ਦੇਵਾਂ। ਫਰਜ਼ ਕਰੋ ਅਗਰ ਮੈਂ ਕਹਾਂ ਕੋਈ ਮੈਨੂੰ ਮੇਰਾ ਹੱਕ ਦੇਵੇ ਤੇ ਉਹ ਥਰਡ ਪਰਸਨ ਨਹੀਂ ਹੋਏਗਾ ਜਾਂ ਸੈਕੰਡ ਪਰਸਨ ਹੋਏਗਾ, ਮੈਂ ਆਪਣੇ ਆਪ ਨੂੰ ਆਪਣਾ ਹੱਕ ਦੇ ਨਹੀਂ ਸਕਦਾ। ਐਗਜ਼ਾਮਪਲ ਲੈ ਰਹੇ ਇੱਕ, ਫॉर एन एग्जाम्पल किसी ਦਾ ਹੱਕ ਹੈ ਕਿ ਉਹ ਰਿਸਪੈਕਟ ਦੇਵੇ ਮੈਨੂੰ, ਮੇਰਾ ਹੱਕ ਹੈ ਮੈਂ ਰਿਸਪੈਕਟ ਲਵਾਂ, ਠੀਕ ਹੈ। ਪਰ ਇੱਧਰ ਇੱਕ ਚੀਜ਼ ਸਮਝਣ ਵਾਲੀ ਹੈ, ਜੇ ਮੈਨੂੰ ਰਿਸਪੈਕਟ ਕੋਈ ਦੇ ਰਿਹਾ ਹੈ ਤੇ ਉਹ ਇੱਕ ਹੱਕ ਕਮਾ ਰਿਹਾ ਹੈ ਕਿ ਉਹਨੇ ਮੈਨੂੰ ਰਿਸਪੈਕਟ ਦੇਣੀ ਹੈ।
ਤੇ ਉਸ ਤਰ੍ਹਾਂ ਦਾ ਹੱਕ ਮੈਂ ਵੀ ਕਮਾਣਾ ਕਿ ਮੈਂ ਸਾਰਿਆਂ ਨੂੰ ਸਾਰਿਆਂ ਦੇ ਹੱਕ ਦੇਣੇ ਨੇ ਤੇ ਅਲਟੀਮੇਟਲੀ ਮੈਨੂੰ ਮੇਰੇ ਹੱਕ ਮਿਲਣੇ ਸ਼ੁਰੂ ਹੋ ਜਾਣਗੇ। ਫਰਜ਼ ਕਰੋ ਕਿ ਅਗਰ ਸਾਨੂੰ ਅੱਜ ਕੋਈ ਸਾਡੇ ਹੱਕ ਨਹੀਂ ਦਿੰਦਾ ਤੇ ਅਸੀਂ ਉਸ ਨੂੰ ਨਿੰਦਾ ਨਹੀਂ ਕਰਨੀ, ਉਸ ਨੂੰ ਗਲਤ ਨਹੀਂ ਬੋਲਣਾ। ਅਸੀਂ ਸਿਰਫ ਇਹ ਸਮਝ ਸਕਦੇ ਹਾਂ ਉਹਨੂੰ ਸ਼ਾਇਦ ਪਤਾ ਹੀ ਨਹੀਂ ਕਿ ਸਾਡਾ ਇਹ ਹੱਕ ਹੈ। ਕੋਈ ਅਗਰ ਮੇਰੀ ਰਿਸਪੈਕਟ ਨਹੀਂ ਕਰ ਰਿਹਾ, ਕੀ ਪਤਾ ਉਹਨੂੰ ਪਤਾ ਹੀ ਨਾ ਹੋਵੇ ਕਿ ਰਿਸਪੈਕਟ ਦੇਣੀ ਚਾਹੀਦੀ ਹੈ। ਹੁਣ ਜਦੋਂ ਮੈਂ ਸੋਚ ਲਵਾਂਗਾ ਤੇ ਮੈਂ ਇਨਸਪਾਇਰ ਕਰਾਂਗਾ ਉਹਨੂੰ ਬਾਰ-ਬਾਰ ਰਿਸਪੈਕਟ ਦੇ ਕੇ। ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਅੱਜ ਤੋਂ 5 ਦਿਨ ਪਹਿਲੇ ਮੇਰੇ ਫਰੈਂਡ ਦਾ ਬਰਥਡੇ ਸੀ ਤੇ ਅਸੀਂ ਕਲਾਸਮੇਟਸ ਹੈਗੇ ਸੀਗੇ। ਲਾਸਟਲੀ ਜੋ ਮੈਨੂੰ ਗੱਲ ਯਾਦ ਹੈ, ਸਾਡੀ 9th ਸਟੈਂਡਰਡ ਤੋਂ ਬਾਅਦ ਆਪਸ ਵਿੱਚ ਗੱਲ ਨਹੀਂ ਹੋਈ ਤੇ ਪੌਪਅਪ ਆਇਆ ਫੇਸਬੁੱਕ ਤੇ ਕਿ ਅੱਜ ਜਸਪ੍ਰੀਤ ਸਿੰਘ ਦਾ ਬਰਥਡੇ ਹੈ ਤੇ ਮੈਂ ਉਹਨਾਂ ਨੂੰ ਮੈਸੇਂਜਰ ਤੋਂ ਕਾਲ ਕਰਤੀ। ਉਹਨਾਂ ਨੇ ਫੋਨ ਚੁੱਕਿਆ, ਕਹਿੰਦੇ ਹਾਂਜੀ ਕੀ ਹਾਲ ਹੈ ਤੇਰਾ, ਕਿੱਧਰ ਹੈ, ਬੜੇ ਸਾਲ ਹੋ ਗਏ, ਅੱਜ ਗੱਲ ਹੋ ਰਹੀ ਹੈ। ਤੇ ਮੈਂ ਕਿਹਾ ਤੁਸੀਂ ਵੀਰ ਜੀ ਕਿੱਧਰ ਹੋ? ਫਿਰ ਉਹਨਾਂ ਨੇ ਦੱਸਿਆ। ਫਿਰ ਉਹਨਾਂ ਨੇ ਕਿਹਾ ਤੂੰ ਤੇ ਯਾਰ ਨਜ਼ਰ ਹੀ ਨਹੀਂ ਆਉਂਦਾ, ਫੇਸਬੁੱਕ ਤੇ ਵੀ ਨਹੀਂ ਐਕਟਿਵ ਹੁੰਦਾ ਤੂੰ। ਮੈਂ ਕਿਹਾ ਵੀਰ ਜੀ ਤੁਸੀਂ ਅੱਜ ਮੈਨੂੰ ਮਿਲ ਗਏ, ਬਾਈ ਚਾਂਸ ਮੈਂ ਫੇਸਬੁੱਕ ਤੇ ਆਉਂਦਾ ਹੀ ਨਹੀਂ, ਮੈਨੂੰ ਕੰਮ ਬੜੇ ਹੁੰਦੇ ਨੇ। ਹੁਣ ਤੀਜੀ ਗੱਲ ਤੋਂ ਨਾ ਉਹਨਾਂ ਨੇ ਤੂੰ ਨਹੀਂ ਬੋਲਿਆ, ਮੈਨੂੰ ਤੁਸੀਂ ਤੇ ਆ ਗਏ ਹੋ, ਭਾਵੇਂ ਉਹ ਮੇਰੇ ਕਲਾਸਮੇਟ ਨੇ। ਤੇ ਉਹਨਾਂ ਨੇ ਗੱਲ ਕੀਤੀ ਕਿ ਯਾਰ ਅਸੀਂ ਤੇ ਬਚਪਨ ਦੇ ਯਾਰ ਆ, ਤੂੰ ਕਰਕੇ ਕਿਉਂ ਨਹੀਂ ਗੱਲ ਕਰ ਰਿਹਾ? ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਤੁਸੀਂ ਕਹਿ ਕੇ ਗੱਲ ਕਰ ਰਿਹਾ, ਬੜਾ ਟਾਈਮ ਹੋ ਗਿਆ, ਪਰ ਮੈਂ ਨਾ ਆਪਣੇ ਪ੍ਰੋਫੈਸ਼ਨ ਤੋਂ ਇੱਕ ਗੱਲ ਸਿੱਖੀ ਹੈ ਕਿ ਜੇ ਮੈਂ ਕਿਸੇ ਨੂੰ ਰਿਸਪੈਕਟ ਦਵਾਂਗਾ ਨਾ ਤਾਂ ਹੀ ਮੈਨੂੰ ਰਿਸਪੈਕਟ ਮਿਲੇਗੀ। ਹੁਣ ਜਿਹੜਾ ਛੋਟਾ ਬੱਚਾ ਹੈ ਨਾ, ਉਹਨੂੰ ਵੀ ਅਸੀਂ ਤੁਸੀਂ ਕਰਕੇ ਕਵਾਂਗੇ ਤੇ ਅਸੀਂ ਸਮਾਜ ਦੇ ਵਿੱਚ ਤੁਸੀਂ ਸ਼ਬਦ ਹੀ ਇਸਤੇਮਾਲ ਕਰਦੇ ਰਹੀ, ਤੂੰ ਸ਼ਬਦ ਕਿਸੇ ਨੂੰ ਸਿੱਖਣ ਨੂੰ ਹੀ ਨਾ ਮਿਲੇ। ਹਰ ਇੱਕ ਰਿਸਪੈਕਟ ਦੇ ਨਾਲ ਹੀ ਰਹੇਗਾ। ਇਹ ਸਭ ਦਾ ਹੱਕ ਹੈ, ਸਭ ਨੂੰ ਰਿਸਪੈਕਟ ਮਿਲੇ। ਅਸੀਂ ਜਿਹੜੇ ਨਿੰਦਾ ਭਰੇ ਸ਼ਬਦ ਸਾਨੂੰ ਹੁਣੇ ਪਤਾ ਲੱਗ ਗਏ ਨੇ, ਅਸੀਂ ਉਹਨਾਂ ਸ਼ਬਦਾਂ ਨੂੰ ਰੋਕ ਦਈਏ, ਅੱਗੇ ਵਰਤਾਈਏ ਹੀ ਨਾ। ਕਿਉਂਕਿ ਜਨਰੇਸ਼ਨਸ ਕਿਵੇਂ ਹੁੰਦੀ ਹੈ, ਮੇਰੇ ਮਦਰ ਫਾਦਰ ਨੇ ਆਪਣੇ ਮਦਰ ਫਾਦਰ ਤੋਂ ਕੁਝ ਸਿੱਖਿਆ, ਫਿਰ ਉਹ ਮੈਨੂੰ ਸਿਖਾ ਰਹੇ ਨੇ ਜਾਂ ਮੈਂ ਉਹਨਾਂ ਤੋਂ ਸਿੱਖ ਰਿਹਾ। ਪਰ ਜੇ ਅੱਜ ਮੈਂ ਫਾਈਂਡ ਆਊਟ ਕਰ ਲਿਆ ਨਾ ਕਿ ਉਹ ਚੀਜ਼ਾਂ ਠੀਕ ਨਹੀਂ ਨੇ ਤੇ ਮੈਂ ਆਪਣੇ ਤੱਕ ਹੀ ਰੱਖਾਂ, ਮੈਂ ਅੱਗੇ ਨਾ ਵਰਤਾਵਾਂ। ਇਹ ਵੀ ਮੇਰਾ ਹੱਕ ਹੈ, ਮੈਂ ਸਮਾਜ ਨੂੰ ਠੀਕ ਕਰਾਂ, ਕਿਉਂਕਿ ਸਮਾਜ ਵਿੱਚ ਅਸੀਂ ਹੀ ਰਹਿਣਾ ਹੈ, ਅਸੀਂ ਤੁਸੀਂ ਸਮਾਜ ਵਿੱਚ ਰਹਿਣਾ ਹੈ। ਤੇ ਹਰਪ੍ਰੀਤ ਵੀਰ ਜੀ ਹੁਣੇ ਤੁਸੀਂ ਗੱਲ ਕਰ ਰਹੇ ਸੀ ਨਾ ਦਹੇਜ ਬਾਰੇ, ਤੇ ਮੈਨੂੰ ਯਾਦ ਹੈ ਡੈਸਟੀਨੀ ਦਾ ਸੈਮੀਨਾਰ ਚੱਲ ਰਿਹਾ ਸੀ ਤੇ ਉੱਥੇ ਜਦੋਂ ਕੁਐਸਚਨ ਆਨਸਰ ਸੈਸ਼ਨ ਸ਼ੁਰੂ ਹੋਇਆ ਸੀ ਤੇ ਉਹਦੇ ਵਿੱਚ ਗੱਲ ਹੋ ਰਹੀ ਸੀ ਕਿ ਦਹੇਜ ਦੇ ਬਾਰੇ ਕੀ ਕਹਿ ਸਕਦੇ ਹਾਂ। ਤੇ ਮੈਂ ਗਿਆ ਵੀਰ ਜੀ ਨਾਲ, ਮੈਂ ਬੈਠਿਆ ਤੇ ਉਧਰ ਮੈਂ ਸ਼ੇਅਰ ਕੀਤਾ ਕਿ ਅਗਰ ਅੱਜ ਸਾਰੇ ਮੁੰਡੇ ਕਹਿ ਦੇਣ ਕਿ ਅਸੀਂ ਦਹੇਜ ਨਹੀਂ ਲੈਣਾ ਤੇ ਕੁੜੀ ਵਾਲਿਆਂ ਦੀ ਕਿਸਮਤ ਬਦਲ ਗਈ। ਕੁੜੀ ਵਾਲਿਆਂ ਨੂੰ ਤੇ ਦੇਣਾ ਹੀ ਨਹੀਂ ਪੈਣਗੇ ਦਹੇਜ, ਹੁਣ ਉਹਨਾਂ ਨੂੰ ਸੋਚਣਾ ਹੀ ਨਹੀਂ ਪੈਣਾ। ਉਹਨਾਂ ਦੇ ਬ੍ਰਦਰਸ ਨੂੰ ਨਹੀਂ ਸੋਚਣਾ ਪਏਗਾ ਕਿ ਅਸੀਂ ਆਪਣੀ ਭੈਣ ਵਿਆਹਣੀ ਤੇ ਹੁਣ ਸਾਨੂੰ ਦਹੇਜ ਦੇਣਾ ਪਏਗਾ। ਹੁਣ ਇੱਕ ਸਮਾਜ ਦੀ ਅਸੀਂ ਬਹੁਤ ਵੱਡੀ ਪ੍ਰੋਬਲਮ ਹਟਾਤੀ। ਸਾਨੂੰ ਸਮਝ ਆ ਗਿਆ ਕਿ ਦਹੇਜ ਲੈਣਾ ਗਲਤ ਹੈ ਤੇ ਅਸੀਂ ਉਹ ਹੱਕ ਕਮਾਣਾ ਹੈ ਤੇ ਅਸੀਂ ਉਸ ਚੀਜ਼ ਨੂੰ ਉੱਧਰ ਹੀ ਸਟਾਪ ਕਰ ਦੇਣਾ ਹੈ। ਤੇ ਮੈਂ ਗੱਲ ਇੱਧਰੋਂ ਸ਼ੁਰੂ ਕੀਤੀ ਸੀ ਕਿ ਆਪਣੇ ਆਪ ਨੂੰ ਐਫਰਮੇਸ਼ਨਸ ਦੇਣੇ ਨੇ। ਐਫਰਮੇਸ਼ਨਸ ਜੇ ਕੋਈ ਲਿਖਣਾ ਚਾਹੇ ਤੇ ਲਿਖ ਸਕਦਾ, ਮੈਂ ਰਿਪੀਟ ਕਰ ਦਿੰਦਾ। ਹਰ ਮਨੁੱਖ ਪਿਆਰ ਦਾ ਹੱਕਦਾਰ ਹੈ ਤੇ ਮੈਨੂੰ ਸਭ ਨੂੰ ਇਹ ਹੱਕ ਦੇਣਾ ਹੈ। ਦੂਜਾ ਐਫਰਮੇਸ਼ਨ ਹੈ, ਹਰ ਮਨੁੱਖ ਰਿਸਪੈਕਟ ਦਾ ਹੱਕਦਾਰ ਹੈ ਤੇ ਮੈਨੂੰ ਸਭ ਨੂੰ ਰਿਸਪੈਕਟ ਦੇਣੀ ਹੈ। ਤੀਜਾ ਹੈਗਾ, ਹਰ ਮਨੁੱਖ ਦਾ ਹੱਕ ਹੈ ਕਿ ਉਸ ਨੂੰ ਉਸ ਦਾ ਹੱਕ ਮਿਲੇ ਤੇ ਮੈਂ ਇਹ ਹੱਕ ਸਭ ਨੂੰ ਦੇ ਕੇ ਆਪਣਾ ਹੱਕ ਕਮਾਣਾ ਹੈ। ਥੈਂਕ ਯੂ ਜੁਝਾਰ ਜੀ। ਥੈਂਕ ਯੂ ਭਾਜੀ। ਤੁਸੀਂ ਬਹੁਤ ਹੀ ਅੱਛੇ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੇ ਨੇ। ਮੈਨੂੰ ਵੀ ਗੱਲ ਯਾਦ ਆ ਰਹੀ ਹੈ ਕਿ ਕਹਿੰਦੇ ਨਾ ਕਿ ਬੈਡ ਹੈਬਿਟਸ ਐਂਡ ਗੌਸਿਪਸ ਐਂਡ ਵੈਨ ਇਟ ਰੀਚਸ ਅ ਵਾਈਜ਼ ਪਰਸਨ। ਸੋ ਜਦੋਂ ਇੱਕ ਅੱਛੇ ਸਿਆਣੇ ਮਨੁੱਖ ਕੋਲ ਕੋਈ ਗਲਤ ਗੱਲ ਪਹੁੰਚਦੀ ਹੈ, ਉੱਥੇ ਜਾ ਕੇ ਖਤਮ ਕਰ ਦਿੰਦੀ ਹੈ, ਉਸ ਨੂੰ ਉੱਥੇ ਹੀ ਖਤਮ ਕਰ ਦਿੰਦਾ। ਅਸੀਂ ਤੇ ਅਗਰ ਛੋਟੀ ਛੋਟੀ ਗੱਲਾਂ ਤੇ ਵਾਚ ਕਰੀਏ ਨਾ, ਅਸੀਂ WhatsApp ਤੇ ਜਾਂ ਸੋਸ਼ਲ ਮੀਡੀਆ ਤੇ ਕਈ ਨੈਗੇਟਿਵ ਚੀਜ਼ਾਂ ਫੈਲਾ ਦਿੰਦੇ ਹਾਂ ਅਚਨਚੇਤ, ਜਸਟ ਟੂ ਫਾਰਵਰਡ ਸਮਥਿੰਗ, ਵੀ ਕੀਪ ਔਨ ਫਾਰਵਰਡਿੰਗ ਇਟ। ਬਟ ਉਹਦਾ ਜਿਹੜਾ ਰਿਪਰਕਸ਼ਨ ਹੁੰਦਾ ਹੈ, ਉਹਦਾ ਸੋਚ ਵੀ ਨਹੀਂ ਅਸੀਂ ਸਕਦੇ ਕਿ ਉਸਦੇ ਵਿੱਚ ਕਿੰਨੇ ਜ਼ਿਆਦਾ ਗਲਤ ਚੀਜ਼ਾਂ ਆਉਂਦੀਆਂ, ਅਸੀਂ ਪਾਸ ਔਨ ਕਰ ਦਿੰਦੇ ਹਾਂ ਅਚਨਚੇਤ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ
ਅਸੀਂ ਆਪਣੇ ਵਿਚਾਰਾਂ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਈਏ ਕਿ ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਆਪਣੇ ਫਰੈਂਡਸ ਦੇ ਨਾਲ ਕਿ ਮੈਂ ਤੂੰ ਦੀ ਜਗ੍ਹਾ ਤੁਸੀਂ ਬੋਲਿਆ, ਤੇ ਇੱਕ ਰਿਸਪੈਕਟ ਵਾਲੀ ਜਿਹੜੀ ਬੋਲੀ ਹੈਗੀ ਹੈ ਉਹ ਸਾਡੇ ਸਾਡੇ ਵੱਡੇ ਸੰਸਕਾਰ ਸਾਨੂੰ ਦਿੰਦੇ ਨੇ, ਉਹੀ ਅਸੀਂ ਫੋਲੋ ਕਰਦੇ ਹਾਂ। ਸੋ ਜੇ ਮੇਰੇ ਕੋਲ ਲੈਵਲ ਆ ਗਿਆਨ, ਅਗਰ ਇਹ ਵਾਲੀ ਵਿਜ਼ਡਮ ਆਈ ਹੈ ਔਰ ਮੈਂ ਉਹਨੂੰ ਇੱਥੇ ਹੀ ਕਾਟਾ ਮਾਰਦਾ ਕਿ ਇਹ ਵਾਲਾ ਵਰਡ ਹੀ ਮੇਰੇ ਘਰ ਦੇ ਅੰਦਰ ਨਹੀਂ ਹੋਣਾ ਚਾਹੀਦਾ, ਇਹਦੇ ਵਿੱਚ ਤੇ ਮੈਂ ਵੀਰ ਜੀ ਦੀ ਦਾਤ ਦਿੰਦਾ ਕਿ ਅਸੀਂ ਕੁਝ ਵੀ ਨਹੀਂ ਹੁੰਦੇ। ਕੋਈ ਵੀ ਆ ਕੇ ਲਿਵਿੰਗ ਟ੍ਰਿਲ ਦਾ ਕੋਈ ਵੀ ਬੰਦਾ ਕਹਿੰਦਾ ਵੀਰ ਜੀ ਤੁਸੀਂ ਸੈਮੀਨਾਰ ਤੇ ਗੱਲ ਨਾ ਠੀਕ ਨਹੀਂ ਕੀਤੀ, ਜਾਂ ਵਰਡ ਨਾ ਯੂਜ਼ ਕਰਿਆ ਕਰੋ, ਹੀ ਸੋ ਓਪਨ ਕਿ ਹੀ ਇਜ਼ ਆਲਵੇਜ਼ ਰੈਡੀ ਟੂ ਐਕਸੈਪਟ ਕਿ ਠੀਕ ਹੈ ਅਗਰ ਤੈਨੂੰ ਮਾੜੀ ਲੱਗੀ ਹੈ ਤੇ ਕਿਸੇ ਨੂੰ ਵੀ ਮਾੜੀ ਲੱਗ ਸਕਦੀ ਹੈ, ਸੋ ਆਈ ਵਿਲ ਨਾਟ ਡੂ ਇਟ। ਐਂਡ ਹੀ ਮੇਕ ਸ਼ੋਰ ਕਿ ਉਹ ਵਾਲਾ ਲਫ਼ਜ਼ ਯੂਜ਼ ਨਹੀਂ ਕਰਦੇ। ਇਹ ਤਾਂ ਕਈ ਵਾਰੀ ਮੈਂ ਚੀਜ਼ ਨੋਟਿਸ ਕੀਤੀ ਹੈ। ਸੋ ਥੈਂਕਸ ਫॉर ਸ਼ੇਅਰਿੰਗ ਕਿ ਤੁਸੀਂ ਇੰਨਾ ਅੱਛੇ ਅਫਰਮੇਸ਼ਨ ਸਾਨੂੰ ਦੱਸ ਰਹੇ। ਹਾਂਜੀ ਯਾਰਵੀਰ ਜੀ ਤੁਸੀਂ ਬੜੀ ਵੈਲਿਡ ਗੱਲ ਰੱਖੀ, ਔਰ ਵੀਰ ਜੀ ਤੋਂ ਅਸੀਂ ਇਹ ਚੀਜ਼ ਬਹੁਤ ਟਾਈਮ ਤੋਂ ਸਿੱਖ ਰਹੇ ਹਾਂ। ਕੁਝ ਸ਼ਬਦ ਨੇ ਤੇ ਉਹ ਸ਼ਬਦ ਵੀਰ ਜੀ ਤੋਂ ਅਸੀਂ ਸਿੱਖ ਰਹੇ ਹਾਂ, ਔਰ ਮੈਂ ਉਹਦਾ ਇੱਕ ਐਗਜ਼ਾਮਪਲ ਵੀ ਦਿਆਂਗਾ ਕਿ ਸਾਰਿਆਂ ਕੋਲੋਂ ਐਗਜ਼ਾਮਪਲ ਪੁੱਛੇ। ਮੈਂ ਵੀਰ ਜੀ ਨਾਲ ਗੱਲ ਸ਼ੇਅਰ ਕੀਤੀ, ਮੈਂ ਕਿਹਾ ਵੀਰ ਜੀ ਬਹੁਤ ਮੁਬਾਰਕ ਨੇ, ਸਿਸਟਰ ਦੀ ਮੈਰਿਜ ਹੋ ਗਈ ਹੈ ਤੇ ਨਾ ਇੱਕ ਬੜੀ ਵੱਡੀ ਟੈਨਸ਼ਨ ਸੀ ਤੇ ਜੋ ਮੇਰੇ ਦਿਮਾਗ ਤੋਂ ਉਤਰੀ ਹੈ। ਕਹਿੰਦੇ ਐਵੇਂ ਨਹੀਂ ਬੋਲਣਾ, ਕਹਿੰਦੇ ਪਤਾ ਕੀ ਬੋਲਣਾ ਹੈ, ਕਹਿਣਾ ਹੈ ਕਿ ਇੱਕ ਮੇਰੇ ਮੋਢਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਸੀ ਜੋ ਕਿ ਬੜੀ ਹੀ ਰਿਸਪੈਕਟਫੁਲੀ ਔਰ ਬੜੇ ਹੀ ਚੰਗੇ ਤਰੀਕੇ ਨਾਲ ਨਿਭ ਗਈ ਹੈ। ਇਹ ਮੈਂ ਵੀਰ ਜੀ ਤੋਂ ਸਿੱਖਿਆ ਹੈ, ਔਰ ਮੈਂ ਚਾਹੁੰਦਾ ਜੋ ਜੋ ਅਸੀਂ ਸਿੱਖ ਰਹੇ ਹਾਂ ਅਸੀਂ ਆਪਸ ਵਿੱਚ ਸ਼ੇਅਰ ਕਰਦੇ ਰਹੀਏ। ਔਰ ਇੱਕ ਪੁਆਇੰਟ ਨਾ ਹੋਰ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਨਾ ਇੱਕ ਪੇਸ਼ੈਂਟ ਆਈ, ਉਹਦੀ ਏਜ ਹੋਈ 22 ਜਾਂ 33 ਇਅਰਸ, ਤੇ ਉਹਨੂੰ ਨਾ ਇਧਰੋਂ ਸੀ ਲੈ ਕੇ ਇੱਧਰ ਤੱਕ ਨਾ ਇੱਕ ਨਿਸ਼ਾਨ ਸੀ। ਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਤੁਹਾਨੂੰ ਇਹ ਕਿਵੇਂ ਲੱਗਿਆ, ਇਹ ਨੈਚੁਰਲ ਨਹੀਂ ਹੈ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਕਿ ਆਊਟ ਆਫ ਦਾ ਬਾਕਸ ਰਾਤੋਂ ਰਾਤ ਆ ਗਈ ਹੋਵੇ। ਤੇ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਕਿ ਮੇਰੇ ਨਾ ਦੇਵਰ ਨੇ ਮੈਨੂੰ ਪਿੱਛੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ। ਤੇ ਉਹਨਾਂ ਨਾਲ ਮੈਂ ਗੱਲ ਕੀਤੀ, ਸਾਰੀ ਗੱਲ ਕੀਤੀ ਤੇ ਉਹਨਾਂ ਨੂੰ ਟ੍ਰੀਟ ਕੀਤਾ, ਪੇਨ ਰਿਲੀਵ ਹੋਇਆ ਤੇ ਮੈਂ ਕਿਹਾ ਤੁਸੀਂ ਜਾਓ, ਅਸੀਂ 2-3 ਦਿਨਾਂ ਬਾਅਦ ਮਿਲਦੇ ਹਾਂ। ਤੇ ਬਾਈ ਚਾਂਸ ਮੇਰੇ ਕੋਲ ਨਾ ਉਹਨਾਂ ਦੀ ਸਾਸੂ ਮਾਂ ਦਾ ਨੰਬਰ ਸੀ, ਮਦਰ ਇਨ ਲਾ ਦਾ। ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਤੁਹਾਡਾ ਜਿਹੜਾ ਛੋਟਾ ਮੁੰਡਾ ਹੈ ਉਹ ਭਰਜਾਈ ਤੋਂ 100 ਕਿਲੋਮੀਟਰ ਦੂਰ ਰਹਿੰਦਾ ਹੈ ਤੇ ਮੇਰੀ ਉਹਦੇ ਨਾਲ ਯਾਰੀ ਦੋਸਤੀ ਹੈ ਤੇ ਅਸੀਂ ਇੱਕ ਦੋ ਵਾਰੀ ਦੇਖਿਆ ਉਹਨਾਂ ਨੂੰ, ਬਸ ਕਦੀ ਤੁਹਾਡੇ ਘਰ ਆਉਣ ਜਾਣੀ, ਐਸੀ ਕਿਹੜੀ ਗੱਲ ਹੋ ਗਈ। ਤੇ ਉਹਨਾਂ ਨੇ ਕਿਹਾ ਨਹੀਂ ਉਹ ਨਾ ਕਿਸੇ ਸੇ ਬੋਲਤੀ ਨਹੀਂ ਹੈ, ਐਸੇ ਹੈ ਵੈਸੇ ਹੈ। ਤੇ ਮੈਨੂੰ ਉਹਦੇ ਵਿੱਚੋਂ ਵੀਰ ਜੀ ਗੱਲ ਇਹ ਸਮਝ ਆਈ ਕਿ ਜੇ ਅਸੀਂ ਕਿਸੇ ਦੇ ਬਾਰੇ ਕਿਸੇ ਨਾਲ ਗੱਲ ਕਰ ਰਹੇ ਹਾਂ ਨਾ, ਭਾਵੇਂ ਉਸ ਬੰਦੇ ਦਾ ਉਸ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦੇ ਮਨ ਵਿੱਚ ਉਹਦੇ ਲਈ ਦੁਵੇਸ਼ ਭਾਵਨਾ ਬਣ ਜਾਂਦੀ ਹੈ। ਇੱਧਰ ਇਸ ਤਰ੍ਹਾਂ ਹੋਇਆ ਕਿ ਮਦਰ ਇਨ ਲਾ ਹਮੇਸ਼ਾ ਆਪਣੀ ਡਾਟਰ ਇਨ ਲਾ ਦੀ ਗੱਲ ਆਪਣੇ ਛੋਟੇ ਬੇਟੇ ਨਾਲ ਕਰਦੀ ਰਹਿੰਦੀ ਸੀ। वो तो मेरे साथ ऐसे करती है, वो तो मेरे साथ ऐसे करती है, वो तो मेरे साथ ऐसे करती है। ਤੇ ਅਲਟੀਮੇਟਲੀ ਉਹ ਮੁੰਡੇ ਨੇ ਆਪਣੀ ਮੰਮੀ ਦਾ ਗੁੱਸਾ ਉਸ ਕੁੜੀ ਤੇ ਨਿਕਾਲਿਆ। ਹੁਣ ਇਹ ਉਹਦੇ ਮਨ ਵਿੱਚ ਨਹੀਂ ਸੀ, ਇਹ ਪੈ ਗਿਆ, ਔਰ ਮਾਂ ਵੀ ਨਹੀਂ ਚਾਹੁੰਦੀ ਸੀ ਕਿ ਮੇਰਾ ਪੁੱਤਰ ਐਵੇਂ ਕਰੇ। ਤੇ ਇਹਦੇ ਤੋਂ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਕਿ ਇਨਡਾਇਰੈਕਟਲੀ ਵੀ ਅਸੀਂ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਮਾਜ ਨੂੰ ਹਾਨੀ ਪਹੁੰਚਾ ਰਹੇ ਹਾਂ। ਤੇ ਅੱਜ ਤੇ ਉਹਦਾ ਦਿਓਰ ਸੀ ਤੇ ਉਹਨੇ ਬਾਹਰ ਗੱਲ ਨਹੀਂ ਕੀਤੀ, ਕੋਈ ਹੋਰ ਹੁੰਦਾ ਗੱਲ ਬਾਹਰ ਜਾਂਦੀ, ਪੁਲਿਸ ਤੱਕ ਪਹੁੰਚਦੀ, ਬਟ ਸਮਾਜ ਵਿੱਚ ਖਰਾਬੀ ਹੋ ਗਈ। ਤੇ ਅਸੀਂ ਇਨਡਾਇਰੈਕਟਲੀ ਕੀ ਅਸੀਂ ਕਿਸੇ ਨਾਲ ਕੀ ਆਪਣੇ ਨਾਲ ਹੀ ਐਵੇਂ ਜੀ ਗੱਲਾਂ ਨਹੀਂ ਕਰਨੀਆਂ, ਕਿਸੇ ਦੀ ਬੁਰਾਈ ਆਪਣੇ ਨਾਲ ਵੀ ਨਹੀਂ ਕਰਨੀ, ਆਪਣੇ ਆਪ ਨੂੰ ਵੀ ਨਹੀਂ ਕਹਿਣਾ ਕਿ ਇਹ ਬੁਰਾ ਹੈ, ਕਿਸੇ ਹੋਰ ਨੂੰ ਜਾ ਕੇ ਤੇ ਨਹੀਂ ਕਹਿਣਾ, ਪਰ ਆਪਣੇ ਆਪ ਨੂੰ ਵੀ ਨਹੀਂ ਕਹਿਣਾ। ਤੇ ਸਭ ਨੂੰ ਸਭ ਦੇ ਗੁਣਾਂ ਅਨੁਸਾਰ ਦੇਖਣਾ ਔਰ ਉਹਨਾਂ ਦੇ ਗੁਣਾਂ ਦੀ ਹੀ ਕਦਰ ਕਰਨੀ ਔਰ ਸਭ ਦੀ ਰਿਸਪੈਕਟ ਕਰਨੀ, ਇਰਰਿਸਪੈਕਟਿਵ ਉਹ ਕੀ ਕਰਦੇ ਨੇ। ਜੇ ਤੁਸੀਂ ਕਿਸੇ ਦੀ ਗਲਤੀ ਕੱਢ ਰਹੇ ਹੋ ਤੇ ਤੁਹਾਡੇ ਸੁਭਾਅ ਵਿੱਚ ਗਲਤੀ ਆ ਗਈ ਹੈ। ਹੁਣ ਕਹਿ ਰਹੇ ਸੀ ਨਾ ਇੱਲ ਬੈਠੀ ਆਏ, ਤੇ ਅਸੀਂ ਉਹਦੇ ਸੁਭਾਅ ਵਿੱਚ ਗਲਤ ਜੇ ਦੇਖ ਰਹੇ ਹਾਂ ਤੇ ਅੰਦਰੋਂ ਅਸੀਂ ਗਲਤ ਹੈਗੇ ਹਾਂ। ਥੈਂਕ ਯੂ ਜੁਝਾਰ ਜੀ। ਥੈਂਕ ਯੂ ਜੀ। ਸਾਡੇ ਨਾਲ ਜੋਗੀ ਵੀ ਜੀ ਹੈਗੇ ਨੇ ਅਮਰੀਕਾ ਤੋਂ, ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਉਹ ਵੀ ਪਲੀਜ਼ ਸਾਡੇ ਨਾਲ ਸੌਂਗ ਕਰਨ। ਜੋਗੀ ਜੀ ਪਲੀਜ਼ ਅਨਮਿਊਟ ਯੂ ਸਰ।
ਦੇਖ ਲਓ ਜਰਾ। ਹਾਂਜੀ ਹਾਂਜੀ जी वाहिगुरू जी खालसा वाहिगुरू जी की फतेह जी। आवाज आ रही थी? ਹਾਂਜੀ 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 मैं क्या टॉपिक बड़ा अच्छा चल रहा है, काफी देर तो काफी लोगों ने सांझ पाई है, काफी क्लियर होया, नवी चीज़ां सीखने को मिलियां। पर बार बार जी चीज समझ आ रही है कि मेरा देखने का नजरिया की है, मेरी इंटेंट की है कि मैं सिमरन करदा रब नूं खुश करने वास्ते, या सिमरन करदा अपने आप नूं खुश करने वास्ते, या सिमरन करदा कंट्रोल लोगों के करने वास्ते कि बोटी मेरी कंट्रोल च आ जाए या मेरी फैमिली कंट्रोल च आ जाए, या मैं सिमरन करदा कि मेरे जेडे कम अड़े हुए आ वो पूरे हो जाए, या मेरा बिजनेस टुर जाए, या मेरी सेहत ठीक हो जाए। मेरी इंटेंट की है। अगर इंटेंट मेरी अगर क्लियर नहीं होती तो मैं हिपोक्रेट बनिया रहना। सानू कुदरत ने ना एक टूल दिता हुआ है कि मैं सोच कुछ सकदा, बोल कुछ सकदा। ਅਸੀਂ बड़ी जल्दी ही ना ਇਹਦੇ बड़े माहिर हो जाते हैं कि मैं जो मर्जी सोचा, पर मैं बड़े अच्छे जे वर्ड्स चुन चुना के मिठे जे बोल सकदा, पर मैं भुल जाता कि जिन्हों मैं कह रहा ਉਹਦੇ अंदर भी वही बैठा है। ਇਹ टूल ਮੈਨੂੰ ਜਿਹੜਾ यूज करना मैं समझदा बड़ा मैं क्लेवर हो गया, मैं जो मर्जी सोचा पर कह देवां कुछ होर, पर मैं भुल जाता कि ਜਿਹੜੇ ਜਿਹਨੂੰ कह रही ਉਹਦੇ अंदर ही वही बैठा है, ਉਹਦੇ ਕੋਲ भी वही टूल है। तो मैं किन्नू पागल बना रहा? ਜਦੋਂ मैं अपनी इंटेंट क्लीयर कर लांगा कि मैनू अपने बारे सोचना, मैनू अपना ख्याल रखना है, मैनू जिस तरह डॉक्टर सुप्रीत होरां ने कहा कि इल नहीं बनना, जे मैं इल बन गया, निगाह तो मेरी तेज है पर मैं देखता मुर्दार नहीं हाँ, तो फिर मेरा कुछ नहीं बनना, जीवन बिरथा हो जाना है। तो वापस अगर मेरी इंटेंट ठीक है कि मैं अपने आप नू इंप्रूव करना है, सिंपल, वेरी सिंपल, मैनू रब नू नहीं खुश करना, मैनू कंट्रोल नहीं करना, मैनू बिजनेस चलाने वास्ते सिमरन नहीं करना, वो चीज़ां अलग है। मैनू सिमरन की इंटरप्रिटेशन नू टर्मिनोलॉजी नू मिक्सअप नहीं करना। अगर मेरी इंटेंट ठीक रहेगी, बरकत जरूर होएगी, बरकत मेरे महसूस होणगियां, कम्मां च भी, फैमिली रिलेशन च भी, सेहत च भी, हर चीज़ च मैनू नजर आ जाएगा। ये जिंदगी इतनी सुखावी हो जाएगी कि मैनू हैवन जाने की लोड़ ही नहीं, भावें हैवन है या नहीं है, मेरा हैवन इत्थे ही होना, तो या मेरी हैल इत्थे ही आएगी, हैल जाके की करना। तो जिन्हां दी जिंदगी च प्यार मुहब्बत होता है उन्हां नूं हैवन जाने की लोड़ नहीं होंदी, भावें होण ते भावें मरन तो बाद, जे है या नहीं है उस पासे नहीं जाना। तो वापस मेरी इंटेंट की है, इस ते पैरा देना बड़ा जरूरी है कि मेरी इंटेंट हमेशा क्लीयर रहे कि मैनू अपने आप का ख्याल रखना है। यही मैनू समझ आई है। तो मैं शेयर विद एवरीबॉडी। वाहिगुरू जी खालसा फतेह जी। ਥੈਂਕ ਯੂ ਸੋ ਮਚ ਜੀ। ਇੰਟੈਂਟ ਬਾਰੇ ਤੁਸੀਂ ਗੱਲ ਪਹਿਲੇ ਵੀ ਸਾਂਝ ਕੀਤੀ ਸੀ, ਅੱਜ ਵੀ ਤੁਸੀਂ ਉਹੀ ਗੱਲ ਤੇ ਰੀਫੋਕਸ ਕੀਤਾ ਕਿ ਸਾਡਾ ਇੰਟੈਂਟ ਠੀਕ ਹੋਣਾ ਚਾਹੀਦਾ, ਸਾਡਾ ਫੋਕਸ ਠੀਕ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਮੀ। ਸਾਡੇ ਨਾਲ ਬੰਬੇ ਤੋਂ ਰਿੰਪਲ ਭੈਣ ਜੀ ਹੈਗੇ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਸਾਰੇ ਸਾਂਝ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਸੁਪ੍ਰੀਤ ਜੀ ਨੇ ਬੋਲਿਆ ਕਿ ਅਸੀਂ ਆਪਣੇ ਤੇ ਚੇਂਜ ਕਰਨਾ ਹੈ, ਸੋ ਜਿਵੇਂ ਅਸੀਂ ਜੀਵਨ ਜਾਤੇ ਵੀ ਅਸੀਂ ਇਹੀ ਕੀਤਾ ਕਿ ਪਹਿਲੇ ਆਪਣੇ ਤੇ ਅਸੀਂ ਪਹਿਲੇ ਜੀ ਬੋਲਾਂਗੇ ਤੇ ਅਸੀਂ ਬੱਚਿਆਂ ਕੋਲ ਐਕਸਪੈਕਟ ਕਰਾਂਗੇ। ਸੋ ਵੀ ਆਲਸੋ ਮੇਕ ਕਿ ਜੋ ਵੀ ਟੀਚਰ ਪੜ੍ਹਾ ਰਹੀ ਹੈ ਆਪਸ ਦੇ ਵੀ ਬੱਚਿਆਂ ਨੂੰ ਵੀ, ਸੁਪ੍ਰੀਤ ਜੀ, ਰਿੰਪਲ ਜੀ, ਕਿ ਅਸੀਂ ਜਿਸ ਤਰ੍ਹਾਂ ਬੋਲਾਂਗੇ ਉਸ ਤਰ੍ਹਾਂ ਹੀ ਬੱਚਿਆਂ ਦੇ ਅੰਦਰ ਇਨਕਲਕੇਟ ਹੋ ਜਾਏਗਾ। ਸੋ ਆਈ ਐਮ, ਕੋਈ ਕਹਿੰਦਾ ਚੈਰਿਟੀ ਬਿਗਨਸ ਐਟ ਹੋਮ, ਹੈ ਨਾ। पहले आप सवारे मैं मिलिया सुख हुए, पहले मैनू अपने आप नू सवारना है, ते ही मैं जो पढ़ा रही हाँ ते वो उत्थे जाकर असर होएगा। सो जिवें गुरबानी वीर जी ने बड़ा प्यारा कहा कि घर ही में अमृत भरपूर है, मनमुख साधना पाया। सो जिवें योगी अंकल ने भी ये बोला कि साडे अंदर सब कैपेबिलिटीज है, we all have that capabilities, only we have to realize, we have to self introspect कि जो मैं मिस्टेक्स कर रहा हाँ मैं अपनी वो मिस्टेक्स इंप्रूव कर सकता, बट किवें बिहेवियर तो पहले साडी सोच नूं, वो जो मेरी सोच जो ब्लॉक लैके उसनूं मैनूं चेंज करना पेगा। आज ये बड़ा प्यारा सैशन सी साडे जीवन जाते ते वो सोचते चल रहा सी कि जिवें पक्की हो जांदी उन्हों बदलना बड़ा मुश्किल है, पर वो बदलिया जा सकता है। जिवें कल ही मैं एग्जाम्पल शेयर की सी कि मैं बचपन तो मैनू बैडमिंटन सिखाया गया, ठीक है, मेरे नेबर्स ने कि एक्स्ट्रा रिंपल को स्ट्रोक मारना है, मैं मारती रही, ठीक है,
ਜਦੋਂ ਮੈਂ ਵੱਡੀ ਹੋਈ ਤਾਂ ਮੈਨੂੰ ਲੱਗਿਆ ਕਿ ਮੈਂ ਬਰਾਬਰ ਨਹੀਂ ਕਰ ਰਹੀ ਹਾਂ, ਮੇਰੇ ਕੋ ਗਲਤ ਹੋ ਰਿਹਾ ਹੈ, ਕਿਉਂ ਮੈਂ ਠੀਕ ਨਹੀਂ ਕਰ ਪਾ ਰਹੀ ਹੂੰ, ਮੈਨੂੰ ਇੰਨਾ ਸ਼ੌਂਕ ਹੈ। ਸੋ ਆਈ ਟੋਲਡ ਮਾਈ ਮਮ ਕਿ ਮੈਨੂੰ ਕੋਚ ਜੁਆਇਨ ਕਰਨਾ ਹੈ, ਮੈਨੂੰ ਸਿੱਖਣਾ ਹੈ। ਜਦੋਂ ਮੈਂ ਜੁਆਇਨ ਕੀਤਾ ਤੇ ਮੇਰੇ ਕੋਚ ਨੇ ਮੈਨੂੰ ਬੋਲਿਆ ਕਿ ਰਿੰਪਲ ਕੌਰ, ਤੇਰਾ ਇਹ ਸਟ੍ਰੋਕ ਤੁਸੀਂ ਗਲਤ ਕਰ ਰਹੇ ਹੋ, this is not the right way, so you have to learn a new stroke. So I said okay, coach कह रहा है, I have to accept and I have to respect him. ਉਹਨੇ ਮੈਨੂੰ ਸਿਖਾਇਆ। ਹੁਣ ਉਹਨੇ ਮੈਨੂੰ ਸਿਖਾਇਆ ਕਿ ਮੈਂ ਆਪਣਾ ਪੁਰਾਣਾ ਜਿਹੜਾ ਸਟ੍ਰੋਕ ਸੀ ਜੋ ਮੇਰੇ ਦਿਮਾਗ ਤੇ ਇੰਨੇ ਸਾਲਾਂ ਤੋਂ ਚੱਲਦਾ ਪਿਆ ਸੀ, ਕਿ ਉਹ ਮੈਂ ਭੁੱਲ ਪਾਵਾਂਗੀ? not possible within a days, but ਕੀ ਜਿਹੜਾ ਮੇਰਾ ਨਵਾਂ ਸਟ੍ਰੋਕ ਮੈਂ ਸਿੱਖਿਆ ਕਿ ਮੈਂ ਉਹਨੂੰ accept ਕਰ ਪਾਵਾਂਗੀ? yes, I have to accept, ਕਿਉਂਕਿ I have to learn, ਮੈਨੂੰ ਉਹ ਜਨੂਨ ਹੈ, ਮੈਨੂੰ ਉਹ ਪੈਸ਼ਨ ਹੈ। ਤੇ ਮੈਂ ਕੀ ਕੀਤਾ, ਮੈਂ ਰੋਜ਼ ਨਵਾਂ ਸਟ੍ਰੋਕ ਪ੍ਰੈਕਟਿਸ ਕਰਦੀ ਰਹੀ। ਜਦੋਂ ਮੈਂ ਪ੍ਰੈਕਟਿਸ ਕਰਦੀ ਰਹੀ, ਉਹ ਜਿਹੜਾ ਨੈਚੁਰਲ ਇੱਕਦਮ ਫਲੋਰ ਤੇ ਆ ਗਿਆ ਨਾ, ਜਿਹੜਾ ਮੇਰਾ ਪੁਰਾਣਾ ਸਟ੍ਰੋਕ ਸੀ ਨਾ, ਆਪਣੇ ਆਪ ਉਹ ਇਰੈਡੀਕੇਟ ਹੋ ਗਿਆ। ਹੁਣ ਇਹ ਐਗਜ਼ਾਮਪਲ ਸੀ, ਐਗਜ਼ਾਮਪਲ ਮੈਂ ਆਪਣੀ ਸੋਚ ਨਾ ਬਦਲੀ ਕਿ ਰਿੰਪਲ ਕੌਰ, ਜੋ ਤੇਰੀ ਪੁਰਾਣੀ ਸੋਚ ਸੀ, ਜੋ ਭੈੜੇ ਅਵਗੁਣਾ ਦੀ ਸੋਚ ਸੀ, ਇੱਕ ਦਿਨ ਤੇ ਨਹੀਂ ਇਰੈਡੀਕੇਟ ਹੋਏਗੀ। ਹੁਣ ਜੋ ਰੱਬੀ ਗੁਣ ਸੀ ਜਿਹੜੇ, ਜਦੋਂ ਮੈਂ ਹੌਲੀ ਹੌਲੀ ਪ੍ਰੈਕਟਿਸ ਕੀਤੇ, ਸਮਝਣ ਆਉਣ ਲੱਗ ਗਏ, ਮੇਰੀ ਜ਼ਿੰਦਗੀ ਦੇ ਮੈਂ ਜਿਉਣੇ ਸ਼ੁਰੂ ਕਰ ਦਿੱਤੇ, ਤੇ ਮੇਰੇ ਜਿਹੜੇ ਭੈੜੇ ਵਿਚਾਰ, ਭੈੜੀ ਸੋਚ ਹੌਲੀ ਹੌਲੀ ਇਰੈਡੀਕੇਟ ਹੁੰਦੀ, 100% ਹੋਏਗੀ, 100% ਹੁੰਦੀ ਹੈ, 100% ਹੋਏਗੀ। ਮੈਂ ਨਵੀਂ ਸੋਚ ਵੱਲ ਤੁਰਾਂਗੀ। ਸੋ ਇੱਕ ਹੀ ਹੈ ਕਿ ਆਪਣੀ ਸੋਚ ਨੂੰ ਅਸੀਂ ਬਦਲਣਾ ਹੈ। ਜਿਹੜੀ ਉਹ ਭੈੜੀ ਸੋਚ ਹੈ, ਜਿਹੜੇ ਸਾਡੇ ਵਾਈਸਿਸ ਹੈ, ਉਸਨੂੰ ਕੱਢਣਾ ਹੈ। ਬਟ ਕਿਵੇਂ ਕਮਾਣਾ ਹੈ? ਜਿੰਦੇ ਚ ਹੀ ਗੁਰਬਾਣੀ ਮੁਕਤ ਹੋਣ ਦੀ ਗੱਲ ਦੱਸਦੀ, ਮਰਨ ਤੋਂ ਬਾਅਦ ਨਹੀਂ। ਅੱਜ ਮੇਰਾ ਅੰਦਰ ਇੰਪੈਸ਼ੈਂਟ ਵਾਲਾ ਸੁਭਾਅ ਹੈ, ਤੇ ਜਿੰਦੇ ਜੀ ਮੈਨੂੰ ਆਪਣੇ ਨਾਲ ਗੱਲਾਂ ਕਰਨੀਆਂ, ਆਪਣੀ ਸਵੈ ਪਰਚੋਲ ਕਰਨੀ ਕਿ ਰਿੰਪਲ ਕੌਰ ਤੂੰ ਇੰਪੈਸ਼ੈਂਟ ਹੈ, ਤੂੰ ਆਪਣਾ ਸੁਭਾਅ ਚੇਂਜ ਕਰ। ਕਿਸੇ ਨੇ ਨਹੀਂ ਕਰਨਾ, ਮੈਨੂੰ ਆਪ ਸੁਧਾਰਨਾ ਹੈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ। ਆਪਣੇ ਆਪ ਨੂੰ ਸਵਾਰੀਏ, ਆਪਣੇ ਆਪ ਦੀ ਪਰਚੋਲ ਕਰੀਏ, ਰੱਬੀ ਗੁਣਾਂ ਨਾਲ ਸਾਂਝ ਕਰੀਏ, ਤੇ ਅਸੀਂ ਜੀਵਨ ਵਿੱਚ ਹਮੇਸ਼ਾ ਖੇਡਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you so much. Practice makes the man perfect. We have to practice, ਇਹਨਾਂ ਗੁਣਾਂ ਨੂੰ ਪ੍ਰੈਕਟਿਸ ਕਰਦੇ ਰਵਾਂਗੇ ਤੇ ਸਾਡੇ ਜੀਵਨ ਫੰਡਸ ਦੀ ਵੀ ਲੋੜ ਹੈਗੀ ਹੈ, ਜਿਵੇਂ ਅਮਨ ਵੀ ਹੁਣੇ ਅਸੀਂ ਲੱਗੇ ਹੋਏ ਆ ਚੈਨਲਸ ਨਾਲ ਗੱਲ ਕਰਨ ਵਾਸਤੇ, ਬਟ ਇਟ ਨੀਡਸ ਅ ਲੋਟ ਆਫ, ਉਹਦੇ ਵਾਸਤੇ ਸੰਗਤਾਂ ਸਾਂਝ ਪਾਉਂਦੀਆਂ ਨੇ, ਤਾਂ ਹੀ ਸਾਡੇ ਪਹਿਲੇ ਵੀ ਪ੍ਰੋਗਰਾਮ ਚੱਲਦਾ ਪਿਆ ਸੀ। ਤੇ ਹੋਰ ਜਿਹੜੇ ਬੋਡੀ ਆਰਗੇਨਾਈਜੇਸ਼ਨ ਦੇ ਪ੍ਰੋਜੈਕਟ ਹੈਗੇ ਨੇ, ਜਾਂ ਐਜੂਕੇਸ਼ਨ ਪ੍ਰੋਜੈਕਟ ਜਿਹੜਾ ਸਾਡਾ ਚੱਲਦਾ ਪਿਆ, ਉਹਦੇ ਵਾਸਤੇ, ਜਾਂ ਮੈਡੀਕਲ ਏਡ ਜਿਹੜੀ ਅਸੀਂ 150-200 ਬੰਦਿਆਂ ਨੂੰ ਨਹਿਰੂ ਬਿਹਾਰ ਡਿਸਪੈਂਸਰੀ 'ਚ ਅਸੀਂ ਦਿੰਦੇ ਹਾਂ ਦਵਾਈਆਂ, ਉਹਦੇ ਵਿੱਚ ਵੀ ਆਪ ਸਾਰੇ ਹਿੱਸਾ ਪਾਉਂਦੇ ਹੋ, ਤਾਂ ਉਹ ਵਾਲੇ ਪ੍ਰੋਜੈਕਟਸ ਚੱਲਦੇ ਨੇ। ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਵੱਧ ਚੜ ਕੇ ਤਨ ਮਨ ਧਨ ਦੇ ਨਾਲ ਹਿੱਸਾ ਪਾਈਏ, ਸੋ ਦੈਟ ਇਹ ਜਿਹੜਾ ਨੋਬਲ ਕਾਜ਼ ਹੈਗਾ, ਇਹ ਜਿਹੜੀ ਟਰਾਂਸਫੋਰਮੇਸ਼ਨ ਹੈਗੀ ਹੈ, ਇਹ ਜਿਹੜੀ ਸੈਲਫਲੈਸਨੈਸ ਹੈਗੀ ਹੈ, ਅਸੀਂ ਸਿੱਖੀਏ। ਕਿਉਂਕਿ ਹਰ ਗੱਲ ਜਿਹੜੀ ਅਸੀਂ ਇੱਥੇ ਸਿੱਖਦੇ ਪਏ, ਇਸ ਪਲੇਟਫਾਰਮ ਤੇ ਸਿੱਖਦੇ ਪਏ, ਜਦੋਂ ਤੱਕ ਉਹ ਸਾਡੀ ਪ੍ਰੈਕਟੀਕਲ ਜੀਵਨੀ 'ਚ ਨਹੀਂ ਆਏਗੀ, ਸਾਡੀ ਇੰਟੈਂਸ਼ਨ ਠੀਕ ਨਹੀਂ ਹੋਏਗੀ ਉਹਨੂੰ ਕਰਨ ਦੀ, ਕਿ ਮੇਰਾ ਗੁਣ ਵਧੇਗਾ ਨਹੀਂ, ਤਦ ਤੱਕ ਅਸੀਂ ਇੱਥੇ ਗੱਲ ਕਰਦੇ ਰਵਾਂਗੇ, ਬਟ ਕੁਝ ਬਦਲਾਵ ਨਹੀਂ ਆਏਗਾ। ਸੋ ਦਿਸ ਟਰਾਂਸਫੋਰਮੇਸ਼ਨ ਇਜ਼ ਨੀਡਡ। ਸੋ ਗੁਰੂ ਸਾਹਿਬ ਜੀ ਕਹਿੰਦੇ ਨਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਬਚੀਤੇ ਰੰਗਰੀ, ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲਾ ਸੰਗ। ਆਪਣੀ ਸਿਆਣਪਾਂ ਨੂੰ ਛੱਡੀਏ, ਆਪਣੇ ਅਵਗੁਣਾਂ ਨੂੰ ਛੱਡੀਏ ਤੇ ਗੁਣਾਂ ਨੂੰ ਅਡਾਪਟ ਕਰੀਏ। ਇਹੀ ਅਸੀਂ ਸਾਰੇ ਸਿਮਰਨ ਦੀਆਂ ਬਰਕਤਾਂ ਤੋਂ ਸਿੱਖਦੇ ਪਏ ਹਾਂ। ਥੈਂਕ ਯੂ ਸੋ ਮਚ ਸਾਰਿਆਂ ਦਾ। ਮੈਂ ਬਹੁਤ ਧੰਨਵਾਦੀ ਹਾਂ ਕਿ ਹਰ ਹਫਤੇ ਤੁਸੀਂ ਸਾਰੇ ਵਰਲਡ ਵਾਈਡ ਸਾਡੇ ਨਾਲ ਜੁੜਦੇ ਹੋ। ਸੋ ਵੀਰ ਜੀ, ਅਸੀਂ ਫਤਿਹ ਦੀ ਸਾਂਝ ਪਾ ਕੇ ਕਲਾਸ ਨੂੰ ਵਾਈਂਡ ਅਪ ਕਰ ਸਕਦੇ ਹਾਂ। ਹਾਂਜੀ, ਅਸੀਂ ਅੱਜ ਇਸ ਨੂੰ ਇੱਥੇ ਹੀ ਵਾਈਂਡ ਅਪ ਕਰ ਰਹੇ ਹਾਂ। ਅਗਲੀ ਵਾਰੀ ਇਸ ਤੋਂ ਅੱਗੇ ਟੁਰਾਂਗੇ। ਸੋ ਮੇਰਾ ਮਨ ਫੁਰਨਿਆਂ ਦਾ ਘਰ ਹੈ, ਔਰ ਜੇ ਮੈਨੂੰ ਫੁਰਨੇ ਚੰਗੇ ਔਰ ਮੰਦੇ ਫੁਰਨੇ ਫੁਰਦੇ ਨੇ, ਉਹਨਾਂ ਦੇ ਬਾਰੇ ਸੋਚ ਕਰਨੀ,
ਉਹਨਾਂ ਦੇ ਬਾਰੇ ਵਿਚਾਰ ਕਰਨੀ ਇੰਟਰੋਸਪੈਕਸ਼ਨ कहलाती है। ਜੇ ਮੈਂ ਫੁਰਨੇ ਉੱਚੇ ਵਾਲੇ ਖਿਆਲ ਕਰਕੇ ਉੱਚੇ ਪਾਸੇ ਕੰਮ ਕਰਨਾ ਸ਼ੁਰੂ ਕਰਾਂ, ਆਪਣੀ ਹੈਬਿਟਸ ਅੰਦਰ ਪਾਣਾ ਸ਼ੁਰੂ ਕਰਾਂ, ਤਾਂ ਮੇਰਾ ਉੱਚਾ ਆਚਰਣ ਬਣੇਗਾ। ਔਰ ਜੇ ਮੈਂ ਉਹ ਚੰਗੇ ਗੁਣ ਲੈਣਾ ਚਾਹੁੰਦਾ ਤਾਂ ਮੈਂ ਨਿਡਰ ਹੋ ਜਾਵਾਂਗਾ, ਨਿਰਭਉ ਹੋ ਜਾਵਾਂਗਾ। ਔਰ ਜੇਕਰ ਮੈਂ ਆਪਣੇ ਮਤ ਨੂੰ ਮਰਨ ਨਹੀਂ ਦਿੰਦਾ ਔਰ ਆਪਣੇ ਮੰਦੇ ਫੁਰਨਿਆਂ ਉੱਤੇ ਪਹਿਰਾ ਦਿੰਦਾ, ਤਾਂ ਇਹ ਸਿਮਰਨ ਦੀ ਅਵਸਥਾ ਹੈ, ਮਨ ਤੇ ਹਰ ਵਕਤ ਪਹਿਰਾ ਦੇਣਾ। ਲੇਕਿਨ ਜੇ ਦੂਜਿਆਂ ਉੱਤੇ ਪਹਿਰਾ ਦਿੱਤਾ ਤਾਂ ਮੇਰੀ ਸਿਮਰਨ ਦੀ ਸਮਾਧੀ ਟੁੱਟ ਜਾਏਗੀ ਔਰ ਮੈਂ ਨੀਚ ਕਰਮਾਂ ਵਾਲੀ ਨਿੰਦਕ ਅਵਸਥਾ 'ਚ ਫਸ ਜਾਵਾਂਗਾ। ਸੋ ਅੱਜ ਟੇਕ ਹੋਮ ਅਸੀਂ ਇੰਨਾ ਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਖੁਦਾ ਹਾਫਿਜ਼, ਗੁੱਡ ਈਵਨਿੰਗ, ਥੈਂਕ ਯੂ।